ਅੱਜ ਦਾ ਆਪਣਾ ਟੌਪਿਕ ਹੋਣ ਵਾਲਾ ਪੋਲਿਟੀ ਦੇ ਵਿੱਚੋਂ ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਪ੍ਰੈਜ਼ੀਡੈਂਟ ਦੇ ਚੈਪਟਰ ਦਾ ਇੱਕ ਛੋਟਾ ਜਿਹਾ ਓਵਰਵਿਊ ਲੈ ਲਈਏ ਕਿ ਇਸ ਚੈਪਟਰ ਦੇ ਵਿੱਚ ਆਪਾਂ ਕੀ ਕੁਝ ਕਵਰ ਕਰਾਂਗੇ। ਪਹਿਲਾਂ ਤਾਂ ਕਵਰ ਕਰਾਂਗੇ ਕਿ ਬੈਕਗਰਾਊਂਡ ਬਰੀਫ 'ਚ ਪ੍ਰੈਜ਼ੀਡੈਂਟ ਦੇ ਆਫਿਸ ਦਾ ਬੈਕਗਰਾਊਂਡ ਕੀ ਹੈ। ਫਿਰ ਆਪਾਂ ਕਵਰ ਕਰਾਂਗੇ ਇਲੈਕਸ਼ਨ, ਕਿ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਿਵੇਂ ਹੁੰਦਾ ਹੈ। ਦੈਨ ਗੱਲ ਕਰਾਂਗੇ ਰਿਮੂਵਲ ਦੀ, ਕਿ ਪ੍ਰੈਜ਼ੀਡੈਂਟ ਨੂੰ ਰਿਮੂਵ ਕਿਵੇਂ ਕੀਤਾ ਜਾ ਸਕਦਾ ਹੈ। ਐਂਡ ਦੈਨ ਫਾਈਨਲੀ ਪਾਵਰਸ ਐਂਡ ਫੰਕਸ਼ਨਸ। ਸੋ ਇਹ ਜਿਹੜੇ 4 ਸਬ ਟੌਪਿਕਸ ਨੇ ਆਪਾਂ ਪ੍ਰੈਜ਼ੀਡੈਂਟ ਦੇ ਚੈਪਟਰ ਦੇ ਵਿੱਚ ਇਹ ਅੱਜ ਕਵਰ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਬੈਕਗਰਾਊਂਡ ਦੀ ਅਗਰ ਗੱਲ ਕਰੀਏ ਤਾਂ ਦੇਖੋ ਕੌਨਸਟੀਟਿਊਸ਼ਨ ਆਪਾਂ ਜਦੋਂ ਦੇਖਦੇ ਹਾਂ ਤਾਂ ਕੌਨਸਟੀਟਿਊਸ਼ਨ ਬੇਸਿਕਲੀ ਹੈ ਕੀ ਚੀਜ਼ ਹੈ, ਇੱਕ ਸਿੰਪਲੀ ਬੁੱਕ ਹੈਗੀ ਹੈ। ਜਿਵੇਂ ਨਾਰਮਲ ਦੂਸਰੀਆਂ ਬੁੱਕਸ ਹੁੰਦੀਆਂ ਨੇ ਉਸੇ ਤਰ੍ਹਾਂ ਇੱਕ ਬੁੱਕ ਫਾਰਮ ਦੇ ਵਿੱਚ ਆਪਣੇ ਕੋਲੇ ਕੌਨਸਟੀਟਿਊਸ਼ਨ ਜਿਹੜਾ ਅਵੇਲੇਬਲ ਹੈਗਾ। ਠੀਕ ਹੈ, ਹੁਣ ਜਿਵੇਂ ਦੂਸਰੀਆਂ ਬੁੱਕਸ ਹੁੰਦੀਆਂ ਨੇਗੀਆਂ ਉਹ ਪਾਰਟਸ ਦੇ ਵਿੱਚ ਡਿਵਾਈਡ ਹੁੰਦੀਆਂ ਨੇ। ਠੀਕ ਹੈ ਨਾ, ਡਿਫਰੈਂਟ ਪਾਰਟਸ ਹੁੰਦੇ ਨੇਗੇ ਬੁੱਕਸ ਦੇ ਵਿੱਚ, ਫਿਰ ਪਾਰਟਸ ਕੋਈ ਚੈਪਟਰਸ ਦੇ ਵਿੱਚ ਡਿਵਾਈਡਡ ਹੁੰਦੇ ਨੇ। ਤਾਂ ਇਸੇ ਤਰ੍ਹਾਂ ਜਿਹੜਾ ਕੌਨਸਟੀਟਿਊਸ਼ਨ ਹੈ ਉਹ ਵੀ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡਡ ਹੈ। ਪਾਰਟ 1, ਪਾਰਟ 2, ਪਾਰਟ 3, ਪਾਰਟ 4, ਪਾਰਟ 5। ਠੀਕ ਹੈ, ਇਸ ਤਰ੍ਹਾਂ ਇਹ ਡਿਫਰੈਂਟ ਪਾਰਟਸ ਵਿੱਚ ਡਿਵਾਈਡਡ ਹੁੰਦਾ ਜਿਹੜਾ ਆਪਣਾ ਕੌਨਸਟੀਟਿਊਸ਼ਨ ਹੈ। ਐਟ ਪ੍ਰੈਜ਼ੈਂਟ ਜਿਹੜੇ ਹੈਗੇ ਨੇ 25 ਪਾਰਟਸ ਨੇ ਕੌਨਸਟੀਟਿਊਸ਼ਨ ਦੇ ਆਪਣੇ ਦੇ। ਠੀਕ ਹੈ, ਐਟ ਪ੍ਰੈਜ਼ੈਂਟ। ਹੁਣ ਜੇ ਆਪਾਂ ਪਾਰਟ 3 ਦੀ ਗੱਲ ਕਰੀਏ, ਪਾਰਟ 3 ਦੇ ਵਿੱਚ ਕੀ ਆਉਂਦਾ ਹੈ, ਫੰਡਾਮੈਂਟਲ ਰਾਈਟਸ ਆਉਂਦੇ ਨੇ। ਪਾਰਟ 4 ਦੇ ਵਿੱਚ ਕੀ ਆਉਂਦਾ ਹੈ, DPSPs ਆਉਂਦੇ ਨੇ। ਪਾਰਟ 4A ਦੇ ਵਿੱਚ ਕੀ ਆਉਂਦਾ ਹੈ, ਫੰਡਾਮੈਂਟਲ ਡਿਊਟੀਜ਼ ਆਉਂਦੀਆਂ ਨੇਗੀਆਂ। ਪਾਰਟ 5 ਦੇ ਵਿੱਚ ਕੀ ਆਉਂਦਾ ਹੈ, ਯੂਨੀਅਨ ਦੀ ਗੱਲ ਕਰਦੇ ਨੇ। ਠੀਕ ਹੈ, ਤਾਂ ਇਹ ਸਾਰੇ ਡਿਫਰੈਂਟ ਪਾਰਟਸ ਨੇਗੇ। ਠੀਕ ਹੈ, ਹੁਣ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਦੂਸਰੀਆਂ ਬੁੱਕਸ ਹੁੰਦੀਆਂ, ਨਾਰਮਲ ਬੁੱਕਸ ਹੁੰਦੀਆਂ ਨੇ, ਉਹ ਵੀ ਆਪਣੇ ਪਾਰਟਸ ਤੋਂ ਬਾਅਦ ਅੱਗੇ ਚੈਪਟਰਸ ਵੀ ਡਿਵਾਈਡ ਹੁੰਦੇ ਨੇ ਨਾ, ਮਲਟੀਪਲ ਚੈਪਟਰਸ ਹੁੰਦੇ ਨੇ। ਉਸੇ ਤਰ੍ਹਾਂ ਕੌਨਸਟੀਟਿਊਸ਼ਨ ਦੀ ਜਿਹੜੀ ਬੁੱਕ ਹੈਗੀ ਹੈ ਉਹਦੇ ਪਾਰਟਸ ਨੇ ਉਹ ਵੀ ਅੱਗੋਂ ਚੈਪਟਰਸ ਦੇ ਵਿੱਚ ਡਿਵਾਈਡਡ ਨੇ। ਜੇ ਆਪਾਂ ਪਾਰਟ 5 ਦੀ ਗੱਲ ਕਰੀਏ ਯੂਨੀਅਨ ਦੀ, ਤਾਂ ਇਹ ਕਿਹੜੇ ਚੈਪਟਰਸ ਦੇ ਵਿੱਚ ਡਿਵਾਈਡਡ ਹੈ। ਇੱਕ ਇਹਦਾ ਚੈਪਟਰ ਆਉਂਦਾ ਹੈ ਐਗਜ਼ੀਕਿਊਟਿਵ ਜਾਂ ਐਗਜ਼ੈਕਟਿਵ। ਠੀਕ ਹੈ, ਪਾਰਟ ਸੀਗਾ ਯੂਨੀਅਨ ਦਾ ਇਸ ਪਾਰਟ ਦਾ ਕੋਈ ਚੈਪਟਰ ਹੈਗਾ ਯੂਨੀਅਨ ਐਗਜ਼ੈਕਟਿਵ। ਠੀਕ ਹੈ, ਉਸ ਤਰ੍ਹਾਂ ਹੋਰ ਡਿਫਰੈਂਟ ਚੈਪਟਰਸ ਨੇ ਇਸ ਪਾਰਟ ਦੇ ਵਿੱਚ। ਠੀਕ ਹੈ, ਹੁਣ ਜੇ ਆਪਾਂ ਇਸ ਐਗਜ਼ੈਕਟਿਵ ਦੀ ਗੱਲ ਕਰੀਏ ਜਾਂ ਬੇਸਿਕਲੀ ਯੂਨੀਅਨ ਐਗਜ਼ੈਕਟਿਵ ਦੀ ਗੱਲ ਕਰੀਏ ਤਾਂ ਦੇਖੋ ਇਹ ਕੁਐਸਚਨ ਆਫਨ ਆ ਜਾਂਦਾ ਕਿ ਯੂਨੀਅਨ ਐਗਜ਼ੈਕਟਿਵ ਕੀ ਹੈਗੀ ਹੈ। ਠੀਕ ਹੈ, ਤਾਂ ਆਪਾਂ ਇਹ ਦੇਖ ਲੈਂਦੇ ਹਾਂ ਯੂਨੀਅਨ ਐਗਜ਼ੈਕਟਿਵ ਦੇ ਵਿੱਚ ਕੌਣ ਆਉਂਦਾ ਹੈ। ਸਭ ਤੋਂ ਪਹਿਲਾਂ ਤਾਂ ਆਉਂਦੇ ਨੇ ਪ੍ਰੈਜ਼ੀਡੈਂਟ, ਰਾਸ਼ਟਰਪਤੀ, ਭਾਰਤ ਦੇ ਰਾਸ਼ਟਰਪਤੀ। ਠੀਕ ਹੈ, ਉਸ ਤੋਂ ਬਾਅਦ ਆਉਂਦੇ ਨੇ ਵਾਈਸ ਪ੍ਰੈਜ਼ੀਡੈਂਟ, ਦੈਨ ਪ੍ਰਾਈਮ ਮਿਨਿਸਟਰ, ਕਾਊਂਸਲ ਆਫ ਮਿਨਿਸਟਰਸ ਐਂਡ ਦੈਨ ਫਾਈਨਲੀ ਅਟਾਰਨੀ ਜਨਰਲ। ਤਾਂ ਜਿਹੜੇ 5 ਲੋਕ ਨੇ, 5 ਐਂਟੀਟੀਜ਼ ਨੇਗੀਆਂ, ਇਹ ਸਾਡੇ ਯੂਨੀਅਨ ਐਗਜ਼ੈਕਟਿਵ ਦਾ ਪਾਰਟ ਨੇ। ਠੀਕ ਹੈ, ਤਾਂ ਇਹ ਕੁਐਸਚਨ ਕਾਫੀ ਵਾਰ ਰਿਪੀਟ ਹੁੰਦਾ ਹੈ ਐਗਜ਼ਾਮੀਨੇਸ਼ਨਸ ਦੇ ਵਿੱਚ। ਠੀਕ ਹੈ, ਕਿ ਯੂਨੀਅਨ ਐਗਜ਼ੈਕਟਿਵ ਵਿੱਚ ਕੌਣ ਆਉਂਦਾ ਹੈ, ਤਾਂ ਇਹ 5 ਐਂਟੀਟੀਜ਼ ਨੇ ਜਿਹੜੀਆਂ ਉਹ ਯੂਨੀਅਨ ਐਗਜ਼ੈਕਟਿਵ ਦਾ ਪਾਰਟ ਨੇ। ਠੀਕ ਹੈ, ਹੁਣ ਅੱਜ ਦਾ ਆਪਣਾ ਟੌਪਿਕ ਮੈਂ ਤੁਹਾਨੂੰ ਦੱਸਿਆ ਆਪਣਾ ਹੋਣ ਵਾਲਾ ਹੈ ਇੱਥੋਂ ਪ੍ਰੈਜ਼ੀਡੈਂਟ। ਇਸ ਦੇਖੋ ਸੀਗਾ ਬਰੀਫ ਜਾਂ ਬੈਕਗਰਾਊਂਡ ਸਾਰਾ। ਠੀਕ ਹੈ, ਆਪਾਂ ਨੇ ਕਿਉਂ ਪੜ੍ਹਿਆ ਸਾਰਾ ਕੁਛ, ਕੀ ਪਰਪਸ ਕੀ ਹੈ ਬੈਕਗਰਾਊਂਡ ਪੜ੍ਹਨ ਦਾ। ਦੇਖੋ ਪੋਲਿਟੀ ਦੀ ਇੱਕ ਬਿਊਟੀ ਹੈਗੀ ਹੈ ਕਿ ਹਰ ਜਿਹੜਾ ਚੈਪਟਰ ਹੈ ਇੱਕ ਦੂਸਰੇ ਨਾਲ ਇੰਟਰਲਿੰਕਡ ਹੈਗਾ। ਠੀਕ ਹੈ, ਤਾਂ ਇਸ ਜਿਹੜੀ ਇੰਟਰਲਿੰਕੇਜ ਹੈ ਇਸ ਨੂੰ ਅਸੀਂ ਆਪਣੇ ਬੈਨੀਫਿਟ ਲਈ ਯੂਜ਼ ਕਰਾਂਗੇ। ਕਿਵੇਂ ਬੈਨੀਫਿਟ ਲਈ ਯੂਜ਼ ਕਰਾਂਗੇ ਕਿ ਜਿਹੜੇ ਡਿਫਰੈਂਟ ਪਾਰਟਸ ਨੇ ਅਸੀਂ ਇਹ ਜੇ ਚੈਪਟਰਸ ਨੇ ਅਸੀਂ ਉਹਨਾਂ ਨੂੰ ਇੱਕ ਦੂਸਰੇ ਨਾਲ ਇੰਟਰਲਿੰਕ ਕਰਕੇ ਪੜ੍ਹਾਂਗੇ। ਉਹਦੇ ਨਾਲ ਹੋਊਗਾ ਕਿ ਉਹਦੇ ਨਾਲ ਰਿਲੇਟਿਵ ਸਟੱਡੀ ਹੋਏਗੀ। ਰਿਲੇਟਿਵ ਸਟੱਡੀ ਹਮੇਸ਼ਾ ਲੌਂਗ ਟਰਮ ਹੁੰਦੀ ਹੈ, ਜ਼ਿਆਦਾ ਦੇਰ ਰਿਟੇਨ ਰੱਖ ਸਕਦੇ ਹਾਂ ਆਪਾਂ। ਠੀਕ ਹੈ, ਮੋਰਓਵਰ ਯਾਦ ਕਰਨ ਦੇ ਵਿੱਚ ਵੀ ਆਪਣੇ ਸੌਖਾ ਹੋਏਗਾ ਇਹ ਚੀਜ਼ਾਂ। ਠੀਕ ਹੈ, ਤਾਂ ਇਸੇ ਕਰਕੇ ਆਪਾਂ ਹਰ ਟੌਪਿਕ ਪੜ੍ਹਨ ਤੋਂ ਪਹਿਲਾਂ ਇੱਕ ਇੰਟਰਲਿੰਕੇਜ ਜ਼ਰੂਰ ਬਣਾਵਾਂਗੇ ਕਿਸੇ ਨਾ ਕਿਸੇ ਟੌਪਿਕ ਨਾਲ। ਠੀਕ ਹੈ, ਚਲੋ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਸੀਗਾ ਇਲੈਕਸ਼ਨ, ਕਿ ਪ੍ਰੈਜ਼ੀਡੈਂਟ ਨੂੰ ਇਲੈਕਟ ਕਿਵੇਂ ਕੀਤਾ ਜਾਂਦਾ ਹੈ। ਠੀਕ ਹੈ, ਇਲੈਕਸ਼ਨ ਆਰਟੀਕਲ ਸਾਡੇ ਕੋਲ 52 ਆਉਂਦਾ ਹੈ ਕੌਨਸਟੀਟਿਊਸ਼ਨ ਦੇ ਵਿੱਚ। ਇਹਦੇ ਵਿੱਚ ਕੀ ਹੈ, ਦੇਖੋ ਸਿੰਪਲੀ ਲਿਖਿਆ ਹੋਇਆ ਦੇਅਰ ਸ਼ੈਲ ਬੀ ਅ ਪ੍ਰੈਜ਼ੀਡੈਂਟ ਆਫ ਇੰਡੀਆ। ਆਰਟੀਕਲ 52 ਹੈ ਜਿਹੜਾ ਕੌਨਸਟੀਟਿਊਸ਼ਨ ਦਾ, ਉਸ ਦੇ ਵਿੱਚ ਸਿੰਪਲੀ ਲਿਖਿਆ ਹੋਇਆ ਦੇਅਰ ਸ਼ੈਲ ਬੀ ਅ ਪ੍ਰੈਜ਼ੀਡੈਂਟ ਆਫ ਇੰਡੀਆ। ਠੀਕ ਹੈ, ਹੁਣ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਕੀ ਨੇ, ਹੈਡ ਆਫ ਦਾ ਸਟੇਟ ਨੇਗੇ। ਠੀਕ ਹੈ, ਹੈਡ ਆਫ ਦਾ ਸਟੇਟ। ਸਟੇਟ ਤੋਂ ਮੇਰਾ ਕੀ ਮਤਲਬ ਹੈ, ਸਟੇਟ ਤੋਂ ਮਤਲਬ ਹੈ ਤੁਸੀਂ ਸਰਕਾਰ ਵੀ ਸਮਝ ਸਕਦੇ ਹੋ ਜਾਂ ਮਤਲਬ ਇੱਕ ਕੰਟਰੀ ਸਮਝ ਸਕਦੇ ਹੋ। ਠੀਕ ਹੈ, ਬੇਸਿਕਲੀ ਕਿ ਸਾਡੇ ਕੰਟਰੀ ਦੇ ਹੈਡ ਨੇ। ਸਟੇਟ ਦਾ ਮਤਲਬ ਸਿਰਫ ਪੰਜਾਬ, ਜਿਵੇਂ ਰਾਜ ਨੇ ਸਾਡੇ ਪੰਜਾਬ ਹਰਿਆਣਾ, ਸਿਰਫ ਉਹ ਚੀਜ਼ ਨਹੀਂ ਹੁੰਦੀ। ਠੀਕ ਹੈ, ਸਟੇਟ ਇੱਕ ਪੋਲੀਟੀਕਲ ਵਰਡ ਹੈਗਾ ਕਿ ਜੇ ਅਸੀਂ ਕਿਸੇ ਦੇਸ਼ ਨੂੰ ਪੋਲੀਟੀਕਲੀ ਮੈਂਸ਼ਨ ਕਰਨਾ ਹੋਵੇ ਤਾਂ ਅਸੀਂ ਸਟੇਟ ਵਰਡ ਯੂਜ਼ ਕਰਦੇ ਹਾਂ। ਜਿਹੜਾ ਕੰਟਰੀ ਵਰਡ ਹੈ ਇਹ ਜੀਓਗ੍ਰਾਫੀ ਦੇ ਨਾਲ ਰਿਲੇਟਡ ਹੈਗਾ। ਠੀਕ ਹੈ, ਜੇ ਮੈਂ ਇੰਡੀਆ ਦੀ ਜੀਓਗ੍ਰਾਫੀ ਦੀ ਗੱਲ ਕਰਾਂ ਤਾਂ ਮੈਂ ਕੰਟਰੀ ਵਰਡ ਯੂਜ਼ ਕਰੂੰਗਾ। ਜਦੋਂ ਮੈਂ ਇੰਡੀਆ ਨੂੰ ਪੋਲੀਟੀਕਲੀ ਸਿਗਨੀਫਾਈ ਕਰਨਾ ਹੋਵੇ, ਪੋਲੀਟੀਕਲੀ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਮੈਂ ਸਟੇਟ ਵਰਡ ਯੂਜ਼ ਕਰੂੰਗਾ। ਕੋਈ ਵੀ ਦੇਸ਼ ਹੈ ਜਿਹੜਾ ਆਪਣੇ ਦੇਸ਼ ਨੂੰ ਸਿਗਨੀਫਾਈ ਕਰਨ ਵਾਸਤੇ ਪੋਲੀਟੀਕਲੀ ਸਟੇਟ ਵਰਡ ਯੂਜ਼ ਕਰਦਾ ਹੈ। ਠੀਕ ਹੈ, ਤਾਂ ਇਹੀ ਮਤਲਬ ਹੈ ਹੈਡ ਆਫ ਸਟੇਟ ਦਾ। ਠੀਕ ਹੈ, ਕਿ ਭਾਰਤ ਦੇ ਹੈਡ ਨੇ ਜਿਹੜੇ ਪ੍ਰੈਜ਼ੀਡੈਂਟ ਨੇ। ਹੁਣ ਇਲੈਕਸ਼ਨ ਦੇ ਵਿੱਚ ਇੱਕ ਇਲੈਕਟੋਰਲ ਕਾਲਜ ਦੇ ਨਾਮ ਦੀ ਟਰਮ ਆਉਂਦੀ ਹੈ। ਠੀਕ ਹੈ, ਦੇਖੋ ਇਲੈਕਸ਼ਨ ਕੌਣ ਕਰਦਾ ਪ੍ਰੈਜ਼ੀਡੈਂਟ ਦਾ। ਹੁਣ ਜੇ ਆਪਾਂ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਦੀ ਗੱਲ ਕਰੀਏ ਜਾਂ ਆਪਣੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਦੀ ਇਲੈਕਸ਼ਨ ਦੀ ਗੱਲ ਕਰੀਏ
देखो ਆਪਾਂ खुद जाके वोट करके आने ਆਪਾਂ ਨੂੰ पता है, ठीक है, MLA ਦੇ ਇਲੈਕਸ਼ਨ ਦੇ ਵਿੱਚ, MPs ਦੇ ਇਲੈਕਸ਼ਨ ਦੇ ਵਿੱਚ, ठीक है, ਤਾਂ ਉੱਥੋਂ ਹੀ ਫਿਰ ਪ੍ਰਧਾਨ ਮੰਤਰੀ ਜਾਂ ਫਿਰ ਮੁੱਖ ਮੰਤਰੀ ਚੁਣੇ ਜਾਂਦੇ ਨੇ। ਤੁਹਾਨੂੰ ਕਦੇ ਨਹੀਂ ਸੁਣਿਆ ਹੋਣਾ ਕਿ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਆਪਾਂ ਜਾ ਕੇ ਵੋਟ ਕਰਕੇ ਆਉਂਦੇ ਹਾਂ, ਠੀਕ ਹੈ ਨਾ। ਤਾਂ ਜਿਹੜੇ ਆਮ ਲੋਕ ਨੇ, ਆਪਾਂ ਵੋਟ ਨਹੀਂ ਕਰਕੇ ਆਉਂਦੇ ਹੈਗੇ, ਠੀਕ ਹੈ, ਜਿਹੜੇ ਇਲੈਕਸ਼ਨ ਦੇ ਵਿੱਚ ਹੈ, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ। ਜਿਹੜਾ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੈ ਉਹ ਇੱਕ ਇਨਡਾਇਰੈਕਟ ਇਲੈਕਸ਼ਨ ਹੈਗਾ, ਠੀਕ ਹੈ, ਦੈਟ ਇਜ਼ ਡਿਫਰੈਂਟ ਫਰੋਮ ਜਨਰਲ ਇਲੈਕਸ਼ਨਸ। ਜਿਹੜੇ ਆਪਣੇ ਦੂਸਰੇ ਜਨਰਲ ਇਲੈਕਸ਼ਨਸ ਹੁੰਦੇ ਨੇ ਪ੍ਰਧਾਨ ਮੰਤਰੀ ਵਾਲੇ ਜਾਂ ਮੁੱਖ ਮੰਤਰੀ ਵਾਲੇ, ਠੀਕ ਹੈ, ਉਹਨਾਂ ਤੋਂ ਡਿਫਰੈਂਟ ਹੈ, ਕਿਉਂਕਿ ਉੱਥੇ ਅਸੀਂ ਡਾਇਰੈਕਟਲੀ ਜਾ ਕੇ ਵੋਟ ਕਰਕੇ ਆਉਂਦੇ ਹਾਂ, ਡਾਇਰੈਕਟ ਇਲੈਕਸ਼ਨਸ ਹੁੰਦੇ ਨੇ ਉਹ, ਠੀਕ ਹੈ। ਬਟ ਇਹ ਇਨਡਾਇਰੈਕਟ ਇਲੈਕਸ਼ਨ ਹੈ, ਉਹ ਆਪਾਂ ਅੱਗੇ ਸਮਝਦੇ ਹਾਂ ਕਿਵੇਂ ਇਨਡਾਇਰੈਕਟ ਕਿਉਂ ਹੈਗਾ। ਹੁਣ ਇੱਥੋਂ ਦੇਖੋ ਬੇਸਿਕਲੀ ਚੀਜ਼ ਇਲੈਕਟੋਰਲ ਕਾਲਜ ਦਾ ਜਿਹੜਾ ਆਰਟੀਕਲ ਹੈਗਾ ਉਹ ਆਰਟੀਕਲ ਹੈਗਾ ਆਰਟੀਕਲ 54, ਠੀਕ ਹੈ। ਤੁਸੀਂ ਇੱਕ ਬੇਸਿਕ ਚੀਜ਼ ਹੋਰ ਕਰ ਸਕਦੇ ਹੋ ਕਿ ਜਿਹੜੇ ਸਾਰੇ ਆਰਟੀਕਲਸ ਨੇ ਨਾ ਉਹਨਾਂ ਦੀ ਇੱਕ ਜਿਸਟ ਬਣਾ ਸਕਦੇ ਹੋ। ਉਹ ਕਿਵੇਂ? ਤੁਸੀਂ ਕੋਈ ਫਰੰਟ ਪੇਜ ਲਾ ਲਓ ਬੁੱਕ ਦਾ, ਨੋਟਬੁੱਕ ਦਾ ਆਪਣੀ ਦਾ, ਠੀਕ ਹੈ, ਜਾਂ ਆਪਣੇ ਕਿਤੇ ਵੀ ਕਿਸੇ ਵੀ ਏਰੀਆ ਦੇ ਉੱਪਰ ਇੱਦਾਂ ਇੱਕ ਪੇਜ ਛੱਡ ਲਓ ਜਾਂ 2-3 ਪੇਜ ਛੱਡ ਲਓ। ਜਿਵੇਂ ਆਪਾਂ ਆਰਟੀਕਲਸ ਕਵਰ ਕਰਦੇ ਜਾਵਾਂਗੇ ਤੁਸੀਂ ਉੱਥੇ ਇਹ ਆਰਟੀਕਲਸ ਐਡ ਕਰਦੇ ਜਾਣਾ, ਠੀਕ ਹੈ। ਰੈਂਡਮਲੀ ਕੋਈ ਵੀ ਆਰਟੀਕਲ ਨਹੀਂ ਪੜ੍ਹਨਾ, ਜਿਹੜੇ ਆਰਟੀਕਲਸ ਕਲਾਸ ਦੇ ਵਿੱਚ ਕਵਰ ਹੋਣਗੇ ਤੁਸੀਂ ਇੱਥੇ ਉਹਨਾਂ ਦੀ ਜਿਸਟ ਬਣਾਉਂਦੇ ਜਾਣਾ, ਠੀਕ ਹੈ। ਇਹ ਤਾਂ ਆਰਟੀਕਲਸ ਆਪਣੇ ਸੌਖੇ ਯਾਦ ਹੋ ਜਾਣਗੇ, ਠੀਕ ਹੈ। ਹੁਣ ਇੱਥੇ ਆਰਟੀਕਲ 54 ਦੀ ਆਪਾਂ ਗੱਲ ਕਰੀਏ ਤਾਂ ਉਹ ਇਲੈਕਟੋਰਲ ਕਾਲਜ ਦੀ ਗੱਲ ਕਰਦਾ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਇਲੈਕਟੋਰਲ ਕਾਲਜ ਹੁੰਦਾ ਕੀ ਹੈ। ਇਸ ਤੋਂ ਇਲਾਵਾ ਹੁਣ ਜੇ ਆਪਾਂ ਦੇਖੀਏ ਆਰਟੀਕਲ 52 ਤੋਂ ਲੈ ਕੇ ਆਰਟੀਕਲ 62 ਤੱਕ ਇਹ ਸਾਰੇ ਆਰਟੀਕਲ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਨੇ, ਠੀਕ ਹੈ। ਹੁਣ ਤੁਹਾਡੇ ਕੋਈ ਐਗਜ਼ਾਮੀਨੇਸ਼ਨ ਦੇ ਵਿੱਚ ਕੁਐਸਚਨਸ ਆਉਂਦੇ ਨੇ ਮੈਚ ਦਾ ਕਾਲਮ ਵਾਲੇ, ਇੱਕ ਸਾਈਡ ਤੇ ਆਰਟੀਕਲਸ ਦਿੱਤੇ ਹੁੰਦੇ ਨੇ, ਠੀਕ ਹੈ, ਦੂਸਰੀ ਸਾਈਡ ਤੇ ਪ੍ਰੋਵੀਜ਼ਨਸ ਦਿੱਤੀਆਂ ਹੁੰਦੀਆਂ ਨੇਗੀਆਂ। ਫਿਰ ਅਸੀਂ ਮੈਚ ਕਰਨਾ ਹੁੰਦਾ ਕਿ ਕਿਹੜਾ ਆਰਟੀਕਲ ਕਿਸ ਪ੍ਰੋਵੀਜ਼ਨ ਦੇ ਨਾਲ ਮੈਚ ਕਰਦਾ, ਠੀਕ ਹੈ। ਇਸ ਤਰ੍ਹਾਂ ਮੈਚ ਦਾ ਕਾਲਮ ਹੁੰਦਾ ਹੈ। ਹੁਣ ਅਗਰ ਐਸੇ ਕੁਐਸਚਨ ਦੇ ਵਿੱਚ ਆਰਟੀਕਲ 52 ਤੋਂ ਲੈ ਕੇ ਆਰਟੀਕਲ 62 ਤੱਕ ਕੋਈ ਵੀ ਇੱਥੇ ਆਉਂਦਾ ਆਪਸ਼ਨਸ ਦੇ ਵਿੱਚ, ਤਾਂ ਤੁਸੀਂ ਅੱਖਾਂ ਬੰਦ ਕਰਕੇ ਕਹਿ ਸਕਦੇ ਹੋ ਕਿ ਉਹ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਤਾਂ ਇਸੇ ਤਰ੍ਹਾਂ ਕੁਝ ਬੇਸਿਕ ਟ੍ਰਿਕਸ ਹੁੰਦੀਆਂ ਨੇਗੀਆਂ ਆਰਟੀਕਲ ਯਾਦ ਕਰਨ ਦੀਆਂ, ਠੀਕ ਹੈ। ਹੁਣ ਮੰਨ ਲਓ 52 ਤੋਂ 62 ਤੱਕ ਪ੍ਰੈਜ਼ੀਡੈਂਟ ਹੈ, 63 ਤੋਂ ਬਾਅਦ ਫਿਰ ਵਾਈਸ ਪ੍ਰੈਜ਼ੀਡੈਂਟ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਫਿਰ 74-75 ਤੋਂ ਬਾਅਦ ਪਾਰਲੀਮੈਂਟ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਮਤਲਬ ਕੋਈ ਜ਼ਿਆਦਾ ਔਖੇ ਨਹੀਂ ਹੈਗੇ ਆਰਟੀਕਲ ਯਾਦ ਕਰਨੇ, ਠੀਕ ਹੈ। ਜੇ ਆਪਾਂ ਇੱਕ ਪ੍ਰੋਪਰ ਪੈਟਰਨ ਬਣਾ ਕੇ ਚੱਲੀਏ, ਠੀਕ ਹੈ, ਸਿਸਟਮ ਬਣਾ ਕੇ ਚੱਲੀਏ ਤਾਂ ਆਪਣੇ ਬੜੇ ਈਜ਼ੀਲੀ ਯਾਦ ਹੋ ਜਾਣਗੀਆਂ ਚੀਜ਼ਾਂ, ਠੀਕ ਹੈ। ਇਸੇ ਤਰ੍ਹਾਂ ਹੁਣ ਤੁਸੀਂ ਸਿੰਪਲੀ ਇਹ ਯਾਦ ਰੱਖ ਸਕਦੇ ਹੋ ਕਿ ਆਰਟੀਕਲ 52 ਤੋਂ 62 ਨੇ ਜਿਹੜੇ ਉਹ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਨੇਗੇ, ਠੀਕ ਹੈ। ਚਲੋ ਹੁਣ ਆਪਾਂ ਇਲੈਕਟੋਰਲ ਕਾਲਜ ਦੀ ਗੱਲ ਕੀਤੀ ਹੈ, ਠੀਕ ਹੈ। ਇਲੈਕਟੋਰਲ ਕਾਲਜ ਬੇਸਿਕਲੀ ਹੈ ਕੀ ਚੀਜ਼ ਹੈ? ਇਹ ਇੱਕ ਗਰੁੱਪ ਆਫ ਪੀਪਲ ਹੈਗਾ, ਗਰੁੱਪ ਹੈਗਾ ਲੋਕਾਂ ਦਾ, ਇਕੱਠ ਹੈ ਲੋਕਾਂ ਦਾ। ਕਿਹੜੇ ਲੋਕਾਂ ਦਾ? ਉਹ ਲੋਕ ਜਿਹੜੇ ਕਿ ਰਾਸ਼ਟਰਪਤੀ ਦੇ ਚੁਣਾਵ ਦੇ ਵਿੱਚ ਪਾਰਟ ਲੈਣਗੇ, ਹਿੱਸਾ ਲੈਣਗੇ, ਉਹ ਲੋਕਾਂ ਦਾ ਗਰੁੱਪ ਹੈ। ਦੇਖੋ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਸੀ, ਉਹਨਾਂ ਦਾ ਗਰੁੱਪ ਕਿਹੜਾ ਸੀ? ਉਹਨਾਂ ਦਾ ਗਰੁੱਪ ਆਪਾਂ ਸਾਰੇ ਲੋਕ ਸੀਗੇ ਜਿਹੜੇ 18+ ਲੋਕ ਆ, ਠੀਕ ਹੈ। 18+ ਲੋਕ ਨੇ ਉਹ ਸਾਰੇ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਦੇ ਵਿੱਚ ਪਾਰਟ ਲੈਣਗੇ। ਬਟ ਜਿਹੜਾ ਰਾਸ਼ਟਰਪਤੀ ਦਾ ਇਲੈਕਸ਼ਨ ਹੈ, ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੈ, ਉਸ ਦੇ ਵਿੱਚ ਸਾਰੇ ਲੋਕ ਨਹੀਂ ਪਾਰਟ ਲੈਂਦੇ, ਉਸ ਦੇ ਵਿੱਚ ਇੱਕ ਸਪੈਸੀਫਿਕ ਗਰੁੱਪ ਆਫ ਪੀਪਲ ਪਾਰਟ ਲੈਣਗੇ। ਉਸ ਗਰੁੱਪ ਦਾ ਨਾਮ ਹੈਗਾ ਜੀ ਇਲੈਕਟੋਰਲ ਕਾਲਜ। ਤਾਂ ਤੁਸੀਂ ਧਿਆਨ ਰੱਖਣਾ ਹੈ ਜਿਹੜਾ ਇਲੈਕਟੋਰਲ ਕਾਲਜ ਹੈ ਬੇਸਿਕਲੀ ਇੱਕ ਲੋਕਾਂ ਦਾ ਇਕੱਠ ਹੈਗਾ, ਠੀਕ ਹੈ। ਕਿਹੜੇ ਲੋਕਾਂ ਦਾ ਇਕੱਠ? ਜਿਹੜੇ ਕਿ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਪਾਰਟ ਲੈਣਗੇ। ਹੁਣ ਕੌਣ ਇਸ ਗਰੁੱਪ ਦਾ ਪਾਰਟ ਹੈਗਾ? ਇਟ ਕੰਸਿਸਟ ਆਫ ਵਾਟ? ਜਿਹੜਾ ਇਲੈਕਟੋਰਲ ਕਾਲਜ ਹੈ ਇਹ ਇਸ ਦੇ ਵਿੱਚ ਕੌਣ ਆਉਂਦਾ ਹੈ? ਸਭ ਤੋਂ ਪਹਿਲਾਂ ਤਾਂ ਆਉਂਦੇ ਨੇ ਜਿਹੜੇ ਇਲੈਕਟਡ ਮੈਂਬਰਸ ਨੇ ਬੋਥ ਦਾ ਹਾਊਸਿਸ। ਕਿਹੜੇ ਹਾਊਸਿਸ? ਲੋਕ ਸਭਾ ਤੇ ਰਾਜ ਸਭਾ। ਪਾਰਲੀਮੈਂਟ ਦੇ ਦੋਨੇ ਹਾਊਸਿਸ ਦੇ ਵਿੱਚ ਜਿਹੜੇ ਵੀ ਇਲੈਕਟਡ ਮੈਂਬਰਸ ਨੇ, ਧਿਆਨ ਰੱਖਣਾ ਇਲੈਕਟਡ, ਠੀਕ ਹੈ। ਹੁਣ ਇਲੈਕਟਡ ਤੇ ਨੋਮੀਨੇਟਡ ਦੋ ਤਰ੍ਹਾਂ ਦੇ ਜਿਹੜੇ MPs ਹੁੰਦੇ ਨੇ ਉਹ ਆਪਾਂ ਅੱਗੇ ਪੜ੍ਹਾਂਗੇ। ਤੁਸੀਂ ਇੱਕ ਵਾਰ ਲਈ ਇਹ ਧਿਆਨ ਰੱਖਣਾ ਕਿ ਸਿਰਫ ਜਿਹੜੇ ਇਲੈਕਟਡ ਮੈਂਬਰਸ ਨੇ ਪਾਰਲੀਮੈਂਟ ਦੇ ਉਹੀ ਪਾਰਟ ਲੈਣਗੇ ਇਲੈਕਟੋਰਲ ਕਾਲਜ ਦੇ ਵਿੱਚ, ਠੀਕ ਹੈ। ਉਸ ਤੋਂ ਇਲਾਵਾ ਇਲੈਕਟਡ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ ਸਟੇਟ। ਕੀ ਮਤਲਬ ਹੋਇਆ? ਜਿਵੇਂ ਆਪਣੀ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਹੋਈ, ਪੰਜਾਬ ਦੀ ਅਸੈਂਬਲੀ ਹੋਈ ਸਿੰਪਲੀ, ਜਿਹੜੇ ਆਪਣੇ MLAs ਨੇਗੇ। ਤਾਂ ਇਸੇ ਤਰ੍ਹਾਂ ਸਾਰੇ ਦੇਸ਼ ਦੀ ਸਾਰੀ ਸਟੇਟਸ ਦੇ ਜਿਹੜੇ MLAs ਨੇ ਉਹ ਇਕੱਠੇ ਹੋ ਕੇ ਇਲੈਕਟੋਰਲ ਕਾਲਜ ਦਾ ਪਾਰਟ ਬਣਨਗੇ ਉਹ ਵੀ, ਠੀਕ ਹੈ। MLAs ਸਾਰੇ ਇਹ ਵੀ ਕਿਹੜੇ ਨੇ? ਇਲੈਕਟਡ ਸਿਰਫ, ਠੀਕ ਹੈ, ਇਲੈਕਟਡ। ਕਈ ਸਟੇਟਸ ਦੇ ਵਿੱਚ 2 ਹਾਊਸਿਸ ਨੇ, ਉਹਨਾਂ ਵਿੱਚ ਲੈਜਿਸਲੇਟਿਵ ਕਾਊਂਸਲਸ ਵੀ ਹੁੰਦੀਆਂ ਨੇਗੀਆਂ, ਉਹ ਇਸ ਦਾ ਕਾਲਜ ਦਾ ਪਾਰਟ ਨਹੀਂ ਹੈਗੇ, ਠੀਕ ਹੈ। ਧਿਆਨ ਰੱਖਣਾ ਹੈਗਾ। ਕਈ ਸਟੇਟਸ ਦੇ ਵਿੱਚ 2 ਹਾਊਸਿਸ ਨੇ, ਜਿਵੇਂ ਬਿਹਾਰ ਹੋ ਗਿਆ, UP ਹੋ ਗਿਆ। ਆਪਣੇ ਪੰਜਾਬ ਤਾਂ ਦੇਖੋ ਸਿੰਗਲ ਹਾਊਸ ਹੈਗਾ, ਠੀਕ ਹੈ ਨਾ, ਇੱਕ ਹੀ ਅਸੈਂਬਲੀ ਹੈਗੀ ਹੈ। ਕਈ ਸਟੇਟਸ ਵਿੱਚ 2 ਹਾਊਸਿਸ ਨੇਗੇ। ਤਾਂ ਉਹ ਜਿਹੜੀ ਦੂਸਰਾ ਹਾਊਸ ਹੈ ਲੈਜਿਸਲੇਟਿਵ ਕਾਊਂਸਲ ਹੈ ਉਹ ਇਸ ਇਲੈਕਟੋਰਲ ਕਾਲਜ ਦਾ ਪਾਰਟ ਨਹੀਂ ਹੈਗਾ, ਠੀਕ ਹੈ। ਬਾਕੀ ਡਿਟੇਲ ਦੇ ਵਿੱਚ ਆਪਾਂ ਅੱਗੇ ਵੀ ਕਰ ਲਾਂਗੇ। ਹੋਰ ਕੌਣ ਹੈ ਜਿਹੜਾ ਇਲੈਕਟੋਰਲ ਕਾਲਜ ਦਾ ਪਾਰਟ ਹੈ? ਉਹ ਹੈਗੇ ਨੇ ਇਲੈਕਟਡ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ UTs, ਯੂਨੀਅਨ ਟੈਰੀਟਰੀਜ਼। ਹੁਣ ਦੇਖੋ ਆਪਣੀਆਂ 8 UTs ਨੇਗੀਆਂ ਐਟ ਪ੍ਰੈਜ਼ੈਂਟ, 8 UTs ਨੇਗੀਆਂ। ਤਾਂ ਉਹਨਾਂ ਦੇ ਵਿੱਚੋਂ 3 UTs ਨੇ ਜਿਹੜੀਆਂ ਉਹਨਾਂ ਦੀਆਂ ਅਸੈਂਬਲੀਜ਼ ਵੀ ਨੇਗੀਆਂ। ਹੁਣ ਤੁਸੀਂ ਚੰਡੀਗੜ੍ਹ ਨੂੰ ਸਮਝੋ, ਚੰਡੀਗੜ੍ਹ ਦਾ ਕੀ ਕੋਈ ਚੀਫ ਮਿਨਿਸਟਰ ਹੈਗਾ?
नहीं हैगा। चंडीगढ़ का कोई चीफ मिनिस्टर नहीं हैगा। दिल्ली भी यूटी है, दिल्ली का चीफ मिनिस्टर हैगा, बिल्कुल हैगा, केजरीवाल साहब हैगे ने, ठीक है। ਤਾਂ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਯੂਟੀਜ਼ ਨੇ ਜਿਹੜੀਆਂ ਉਹ ਦੋ ਤਰ੍ਹਾਂ ਦੀਆਂ ਨੇਗੀਆਂ, ਇੱਕ ਤਾਂ ਜਿਨ੍ਹਾਂ ਦੇ ਵਿੱਚ ਅਸੈਂਬਲੀ ਹੈਗੀ ਹੈ, ਇੱਕ ਜਿਨ੍ਹਾਂ ਦੇ ਵਿੱਚ ਅਸੈਂਬਲੀ ਨਹੀਂ ਹੈਗੀ। ਹੁਣ ਕਿਹੜੀਆਂ ਸਟੇਟਸ ਦੇ ਵਿੱਚ ਅਸੈਂਬਲੀ ਹੈਗੀ ਹੈ, ਕਿਹੜੀ ਯੂਟੀਜ਼ ਦੇ ਵਿੱਚ ਅਸੈਂਬਲੀ ਹੈਗੀ ਹੈ? ਦਿੱਲੀ ਹੋ ਗਿਆ ਪਹਿਲੀ ਗੱਲ ਤਾਂ, ਠੀਕ ਹੈ। ਇੱਕ ਹੋ ਗਿਆ ਪੁਡੂਚੇਰੀ, ਅਤੇ ਹੁਣ ਰੀਸੈਂਟਲੀ ਜੰਮੂ ਕਸ਼ਮੀਰ। ਤਾਂ ਜਿਹੜੀਆਂ 3 ਯੂਟੀਜ਼ ਨੇਗੀਆਂ, ਯੂਨੀਅਨ ਟੈਰੀਟਰੀਜ਼ ਨੇ, ਇਹਨਾਂ ਦੇ ਵਿੱਚ ਅਸੈਂਬਲੀ ਹੈਗੀ ਹੈ, ਇਹਨਾਂ ਦੇ ਵਿੱਚ ਮੁੱਖ ਮੰਤਰੀ ਚੁਣਿਆ ਜਾਂਦਾ ਹੈਗਾ, ਠੀਕ ਹੈ, ਇਹ ਚੀਜ਼ ਹੈਗੀ। ਤਾਂ ਜਿਹੜੇ ਇਹ 3 ਯੂਟੀਜ਼ ਨੇਗੀਆਂ ਇਹ ਵੀ ਇਲੈਕਟੋਰਲ ਕਾਲਜ ਦਾ ਪਾਰਟ ਹੋਣਗੇ। ਤਾਂ ਹੁਣ ਆਪਾਂ ਨੂੰ ਉੱਥੋਂ ਕੀ ਪਤਾ ਲੱਗਦਾ ਹੈ ਕਿ ਇਲੈਕਟੋਰਲ ਕਾਲਜ ਵਿੱਚ ਕੌਣ ਆ ਗਿਆ? ਦੇਖੋ, ਇਲੈਕਟਡ ਮੈਂਬਰਸ ਆਫ ਲੋਕ ਸਭਾ, ਰਾਜ ਸਭਾ, ਦੋਨੋਂ ਹਾਊਸਿਸ ਦੇ ਇਲੈਕਟਡ ਮੈਂਬਰਸ, ਇਲੈਕਟਡ ਮੈਂਬਰਸ ਆਫ ਸਟੇਟਸ ਆ ਗਿਆ, ਠੀਕ ਹੈ, ਇਲੈਕਟਡ ਮੈਂਬਰਸ ਆਫ ਯੂਟੀਜ਼ ਆ ਗਿਆ। ਤਾਂ ਇਹ 3 ਐਂਟੀਟੀਜ਼ ਨੇ ਜਿਹੜੀਆਂ ਇਲੈਕਟੋਰਲ ਕਾਲਜ ਦਾ ਪਾਰਟ ਨੇ। ਅਗੇਨ ਇਲੈਕਟੋਰਲ ਕਾਲਜ ਹੈ ਕੀ ਹੈ? ਉਹ ਲੋਕਾਂ ਦਾ ਇਕੱਠ ਜਿਹੜਾ ਕਿ ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਪਾਰਟ ਲੈਣਗੇ। ਚਲੋ ਜੀ ਚੱਲੀਏ। ਹੁਣ ਇਹ ਜਿਹੜਾ ਸਾਰਾ ਮੈਥਡ ਆਪਾਂ ਨੇ ਕਿੱਥੋਂ ਬੋਰੋ ਕੀਤਾ? ਇਹ ਆਇਰਲੈਂਡ ਤੋਂ ਬੋਰੋ ਕੀਤਾ ਆਪਾਂ ਨੇ। ਆਇਰਲੈਂਡ ਦੀ ਆਪਾਂ ਅਗਰ ਜੀਓਗ੍ਰਾਫੀਕਲ ਲੋਕੇਸ਼ਨ ਦੇਖੀਏ ਤਾਂ ਕਿੱਥੇ ਹੈ? ਦੇਖੋ, ਜੇ ਇਹ ਇੰਗਲੈਂਡ ਹੈਗਾ, ਬ੍ਰਿਟੇਨ ਹੈ, ਤਾਂ ਇੱਥੇ ਜੇ ਆਪਣਾ ਆ ਜਾਂਦਾ ਆਇਰਲੈਂਡ, ਠੀਕ ਹੈ। ਇਹ ਜੀਓਗ੍ਰਾਫੀਕਲ ਲੋਕੇਸ਼ਨ ਹੈਗੀ। ਇੱਥੇ ਆਪਣਾ ਆ ਗਿਆ ਇੰਡੀਆ, ਠੀਕ ਹੈ, ਇੱਥੇ ਇੰਗਲੈਂਡ, ਇੱਥੇ ਆ ਗਿਆ ਆਇਰਲੈਂਡ, ਆਇਰਲੈਂਡ ਹੈ, ਠੀਕ ਹੈ। ਇਹਦੀ ਕੈਪੀਟਲ ਕੀ ਹੈ ਜੀ ਆਇਰਲੈਂਡ ਦੀ? ਡਬਲਿਨ, DUBLIN, ਡਬਲਿਨ, ਇਹ ਕੈਪੀਟਲ ਹੈ ਇਸਦੀ, ਠੀਕ ਹੈ। ਅਤੇ ਇਹ ਸਾਰੇ ਮੈਥਡ ਨੂੰ ਅਸੀਂ ਇੱਕ ਨਾਮ ਦਿੰਦੇ ਹਾਂ, ਉਹ ਹੈਗਾ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ। ਦੇਖੋ, P ਨਾਲ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਆਫ ਸਿੰਗਲ ਟਰਾਂਸਫਰੇਬਲ ਵੋਟ, ਇਹ ਇੱਕ ਨਾਮ ਦਿੰਦੇ ਹਾਂ। ਇਹ ਇਸ ਦਾ ਬੇਸਿਕ ਜਿਹੜਾ ਮੀਨਿੰਗ ਹੈ, ਐਗਜ਼ੈਕਟ ਮੀਨਿੰਗ ਹੈ, ਉਹ ਆਪਾਂ ਪਾਰਲੀਮੈਂਟ ਵਾਲੇ ਚੈਪਟਰ ਦੇ ਵਿੱਚ ਵੀ ਕਵਰ ਕਰ ਲਾਂਗੇ। ਬਟ ਤੁਸੀਂ ਇੱਕ ਵਾਰੀ ਯਾਦ ਰੱਖ ਸਕਦੇ ਹੋ MCQs ਲਈ ਕਿ ਇਸ ਮੈਥਡ ਨੂੰ ਅਸੀਂ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਆਫ ਸਿੰਗਲ ਟਰਾਂਸਫਰੇਬਲ ਵੋਟ ਵੀ ਕਹਿੰਦੇ ਹਾਂ, ਠੀਕ ਹੈ। ਇਸ ਦਾ ਬੇਸਿਕ ਮੀਨਿੰਗ ਹੈ ਜਿਹੜਾ ਆਪਾਂ ਨੈਕਸਟ ਸਲਾਈਡਸ ਦੇ ਵਿੱਚ ਸਮਝ ਲਾਂਗੇ। ਹੁਣ ਦੇਖੋ, ਕੁਆਲੀਫਿਕੇਸ਼ਨ ਦੀ ਗੱਲ ਕਰੀਏ। ਹੁਣ ਆਪਾਂ ਪੜ੍ਹ ਕੀ ਰਹੇ ਹਾਂ? ਦੇਖੋ, ਇਲੈਕਸ਼ਨ ਪੜ੍ਹ ਰਹੇ ਹਾਂ ਕਿਸ ਦਾ? ਪ੍ਰੈਜ਼ੀਡੈਂਟ ਦਾ, ਠੀਕ ਹੈ। ਤਾਂ ਉਸ ਇਲੈਕਸ਼ਨ ਦੇ ਵਿੱਚ ਹੁਣ ਦੇਖੋ ਕੁਆਲੀਫਿਕੇਸ਼ਨ ਵੀ ਆਪਾਂ ਨੂੰ ਦੇਖਣੀ ਪੈਣੀ ਹੈ ਵੀ ਕਿਹੜਾ ਬੰਦਾ ਜਿਹੜਾ ਐਲੀਜੀਬਲ ਹੈ ਪ੍ਰੈਜ਼ੀਡੈਂਟ ਬਣਨ ਦੇ ਲਈ। ਕੁਆਲੀਫਿਕੇਸ਼ਨਸ ਕੀ ਨੇ? ਸਭ ਤੋਂ ਪਹਿਲਾਂ ਤਾਂ ਓਬਵੀਅਸ ਜੀ ਗੱਲ ਹੈ ਕਿ ਸਿਟੀਜ਼ਨ ਆਫ ਇੰਡੀਆ ਹੋਣਾ ਚਾਹੀਦਾ ਹੈ, ਮੋਸਟ ਇੰਪੋਰਟੈਂਟ ਹੈਗਾ, ਠੀਕ ਹੈ। ਇੱਕ ਹੋਰ ਕੰਡੀਸ਼ਨ ਹੈ ਜਿਹੜੀ ਉਹ ਹੈਗਾ ਕਿ 35+ ਉਹਨਾਂ ਦੀ ਏਜ ਹੋਣੀ ਚਾਹੀਦੀ ਹੈ, 35+ ਹੋਣੀ ਚਾਹੀਦੀ ਹੈ ਏਜ, ਠੀਕ ਹੈ। ਇੱਕ ਹੋਰ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈਗੀ ਹੈ ਕਿ ਹੀ ਸ਼ੁੱਡ ਬੀ ਐਲੀਜੀਬਲ ਟੂ ਬੀ ਅ ਮੈਂਬਰ ਆਫ ਲੋਕ ਸਭਾ। ਬਹੁਤ ਧਿਆਨ ਦੇਣ ਵਾਲੀ ਚੀਜ਼ ਹੈ ਜੀ ਇਹ, ਠੀਕ ਹੈ। ਉਹ ਲੋਕ ਸਭਾ ਦੇ ਵਿੱਚ ਚੁਣੇ ਜਾਣ ਦੇ ਐਲੀਜੀਬਲ ਹੋਣੇ ਚਾਹੀਦੇ ਨੇ। ਦੇਖੋ, ਪੜ੍ਹ ਕੇ ਰਹੇ ਆਪਾਂ ਕੁਆਲੀਫਿਕੇਸ਼ਨਸ ਆਫ ਪ੍ਰੈਜ਼ੀਡੈਂਟ, ਠੀਕ ਹੈ। ਹੁਣ ਪ੍ਰੈਜ਼ੀਡੈਂਟ ਹੋਣ ਦੀ ਕੁਆਲੀਫਿਕੇਸ਼ਨ ਇੱਕ ਇਹ ਵੀ ਹੈਗੀ ਹੈ ਕਿ ਉਹ ਲੋਕ ਸਭਾ ਦੇ ਵਿੱਚ ਚੁਣੇ ਜਾਣ ਦੇ ਐਲੀਜੀਬਲ ਹੋਣ। ਪਹਿਲੀ ਗੱਲ ਤਾਂ ਹੁਣ ਲੋਕ ਸਭਾ ਵਿੱਚ ਕੌਣ ਚੁਣੇ ਜਾ ਸਕਦੇ ਨੇ ਬੰਦੇ? ਜਿਹੜੇ ਕਿ 25 ਈਅਰ ਪਲੱਸ ਹੋਣ, ਠੀਕ ਹੈ ਨਾ, ਇੰਡੀਅਨ ਸਿਟੀਜ਼ਨ। ਤਾਂ ਕਈ ਕੁਆਲੀਫਿਕੇਸ਼ਨਸ ਨੇਗੀਆਂ ਲੋਕ ਸਭਾ ਦੇ ਵਿੱਚ ਚੁਣੇ ਜਾਣ ਲਈ। ਤਾਂ ਉਹ ਸਾਰੀਆਂ ਕੁਆਲੀਫਿਕੇਸ਼ਨਸ ਵੀ ਪ੍ਰੈਜ਼ੀਡੈਂਟ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਤਾਂ ਇਹ ਚੀਜ਼ ਹੈ, ਬਾਕੀ ਜ਼ਿਆਦਾ ਇਸ 'ਚ ਧਿਆਨ ਨਹੀਂ ਦੇਣਾ ਤੁਸੀਂ ਸਿਰਫ ਇਸ ਸਟੇਟਮੈਂਟ ਨੂੰ ਧਿਆਨ ਦੇਣਾ ਹੈ ਕਿ ਲੋਕ ਸਭਾ ਦੇ ਵਿੱਚ ਚੁਣੇ ਜਾਣ ਦੇ ਲਾਇਕ ਹੋਣਾ ਚਾਹੀਦਾ ਪ੍ਰੈਜ਼ੀਡੈਂਟ। ਇੱਥੇ ਡਿਫਰੈਂਸ ਕਿੱਥੇ ਆਉਂਦਾ ਹੈਗਾ ਵਾਈਸ ਪ੍ਰੈਜ਼ੀਡੈਂਟ ਦੇ ਨਾਲ? ਜਦੋਂ ਆਪਾਂ ਵਾਈਸ ਪ੍ਰੈਜ਼ੀਡੈਂਟ ਦਾ ਚੈਪਟਰ ਪੜ੍ਹਾਂਗੇ ਤਾਂ ਉਸ ਦੀ ਜਿਹੜੀ ਕੁਆਲੀਫਿਕੇਸ਼ਨ ਹੋਊਗੀ ਉਹ ਹੋਏਗੀ ਕਿ ਹੀ ਸ਼ੁੱਡ ਬੀ ਕੁਆਲੀਫਾਈਡ ਟੂ ਬੀ ਅ ਮੈਂਬਰ ਆਫ ਰਾਜ ਸਭਾ, ਠੀਕ ਹੈ। ਇਹ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰ ਰਿਹਾ ਮੈਂ, ਠੀਕ ਹੈ। ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹਦੀ ਇੱਕ ਕੁਆਲੀਫਿਕੇਸ਼ਨ ਹੈ ਕਿ ਉਹ ਰਾਜ ਸਭਾ ਦਾ ਮੈਂਬਰ ਬਣਨ ਦੇ ਐਲੀਜੀਬਲ ਹੋਵੇ। ਤਾਂ ਇੱਥੇ ਹੀ ਡਿਫਰੈਂਸ ਆਉਂਦਾ ਹੈ। ਇਸੇ ਕਰਕੇ ਇਹ ਚੀਜ਼ ਇੰਪੋਰਟੈਂਟ ਬਣ ਜਾਂਦੀ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਹੀ ਸ਼ੁੱਡ ਬੀ ਐਲੀਜੀਬਲ ਟੂ ਬੀ ਅ ਮੈਂਬਰ ਆਫ ਲੋਕ ਸਭਾ। ਇਹ ਦੋਨਾਂ ਦੇ ਵਿੱਚ ਡਿਫਰੈਂਸ ਹੈਗਾ, ਠੀਕ ਹੈ। ਹੀ ਸ਼ੁੱਡ ਨੋਟ ਹੋਲਡ, ਧਿਆਨ ਰੱਖਣਾ, ਨੋਟ ਹੋਲਡ ਐਨੀ ਆਫਿਸ ਆਫ ਪ੍ਰੋਫਿਟ। ਆਫਿਸ ਆਫ ਪ੍ਰੋਫਿਟ ਦਾ ਬੇਸਿਕਲੀ ਤੁਸੀਂ ਇੱਕ ਪੰਜਾਬੀ ਦੇ ਵਿੱਚ ਆਪਾਂ ਲੇਮੈਨ ਲੈਂਗੁਏਜ ਦੇ ਵਿੱਚ ਆਪਾਂ ਕਹੀਏ ਤਾਂ ਸਰਕਾਰੀ ਮੁਲਾਜ਼ਮ ਨਹੀਂ ਹੋਣਾ ਚਾਹੀਦਾ, ਠੀਕ ਹੈ। ਬਾਕੀ ਡਿਟੇਲਡ ਜਿਹੜੀ ਡੈਫੀਨੇਸ਼ਨ ਆਪਾਂ ਫਿਰ ਪੜ੍ਹ ਲਾਂਗੇ, ਬਹੁਤ ਬਰੋਡ ਡੈਫੀਨੇਸ਼ਨ ਹੈ ਇਸ ਚੀਜ਼ ਦੀ, ਆਫਿਸ ਆਫ ਪ੍ਰੋਫਿਟ ਦੀ। ਸਿੰਪਲ ਤੁਸੀਂ ਸਮਝ ਸਕਦੇ ਹੋ ਕਿ ਸਰਕਾਰੀ ਮੁਲਾਜ਼ਮ ਨਹੀਂ ਹੋਣਾ ਚਾਹੀਦਾ, ਠੀਕ ਹੈ, ਉਹ ਬੰਦਾ, ਤਾਂ ਕਿ ਫਿਰ ਉਹ ਪ੍ਰੈਜ਼ੀਡੈਂਟ ਬਣਨ ਦੇ ਐਲੀਜੀਬਲ ਹੈਗਾ। ਇਹ ਕੁਝ ਕੁਆਲੀਫਿਕੇਸ਼ਨ ਸੀਗੀਆਂ ਪ੍ਰੈਜ਼ੀਡੈਂਟ ਦੀਆਂ। ਜੇ ਆਪਾਂ ਟਰਮ ਦੀ ਗੱਲ ਕਰੀਏ, ਪ੍ਰੈਜ਼ੀਡੈਂਟ ਦੇ ਆਫਿਸ ਦੀ ਟਰਮ ਕਿੰਨੀ ਹੈ? 5 ਸਾਲ ਦੀ ਹੈ, ਠੀਕ ਹੈ। 5 ਸਾਲ ਦੇ ਵਿੱਚ ਕਦੋਂ ਤੋਂ? ਜਦੋਂ ਕਿ ਉਹ ਆਪਣੇ ਆਫਿਸ ਦੇ ਵਿੱਚ ਐਂਟਰ ਕਰਦੇ ਨੇ। ਮੰਨ ਲਓ ਅੱਜ ਐਂਟਰ ਕਰ ਗਏ, ਠੀਕ ਹੈ, ਤਾਂ 5 ਸਾਲ ਲਈ ਉਹ ਪ੍ਰੈਜ਼ੀਡੈਂਟ ਰਹਿਣਗੇ, ਠੀਕ ਹੈ। ਇਹ ਚੀਜ਼ ਹੈਗੀ ਮਿਨੀਮਮ 5 ਸਾਲ ਲਈ ਪ੍ਰੈਜ਼ੀਡੈਂਟ ਰਹਿਣਗੇ। ਤਾਂ 5 ਸਾਲ ਦੀ ਜਿਹੜੀ ਟਰਮ ਹੈਗੀ ਉਹਨਾਂ ਦੀ। ਜੇ ਆਪਾਂ ਲੋਕ ਸਭਾ ਦੀ ਟਰਮ ਦੀ ਗੱਲ ਕਰੀਏ ਤਾਂ ਲੋਕ ਸਭਾ ਦੀ ਜਿਹੜੀ ਨਾਰਮਲ ਟਰਮ ਹੈ ਉਹ ਤਾਂ 5 ਸਾਲ ਹੈ, ਬਟ ਉਹ ਪਹਿਲਾਂ ਵੀ ਮਤਲਬ ਹੈਗੀ ਹੈ ਉਹ ਡਿਜ਼ੋਲਵ ਹੋ ਸਕਦੀ ਹੈਗੀ। ਤਾਂ ਥੋੜ੍ਹਾ ਧਿਆਨ ਰੱਖਣ ਵਾਲੀ ਚੀਜ਼ ਹੈ। ਪ੍ਰੈਜ਼ੀਡੈਂਟ ਦੀ ਕੀ ਹੈ? ਪ੍ਰੈਜ਼ੀਡੈਂਟ ਦੀ ਟਰਮ ਹੈਗੀ ਹੈ ਮਿਨੀਮਮ 5 ਸਾਲ ਦੀ ਹੈ। ਹੁਣ ਸਹੁੰ ਕੌਣ ਚੁਕਾਉਂਦਾ? ਔਥ ਟੇਕਿੰਗ ਕੌਣ ਕਰਵਾਉਂਦਾ ਪ੍ਰੈਜ਼ੀਡੈਂਟ ਦੀ? ਉਹ ਕਰਵਾਉਂਦੇ ਨੇ ਚੀਫ ਜਸਟਿਸ ਆਫ ਇੰਡੀਆ। ਧਿਆਨ ਦੇਣਾ ਜੀ। ਦੇਖੋ, ਥੋੜ੍ਹਾ ਇੰਪੋਰਟੈਂਟ ਬਣ ਜਾਂਦਾ। ਦੇਖੋ ਜਿਹੜੇ ਪ੍ਰੈਜ਼ੀਡੈਂਟ ਨੇ ਆਪਣੇ ਉਹ ਟੋਪ ਮੋਸਟ ਫੰਕਸ਼ਨਰੀਜ਼ ਨੇਗੇ, ਠੀਕ ਹੈ। ਸਭ ਤੋਂ ਪਹਿਲੇ ਨੰਬਰ 'ਤੇ ਇਹਨਾਂ ਦਾ ਰੈਂਕ ਆਉਂਦਾ। ਜੇ ਆਪਾਂ ਰੈਂਕ ਆਫ ਪ੍ਰੈਸੀਡੈਂਸੀ ਗੱਲ ਕਰੀਏ ਕਿ ਮਤਲਬ ਹਾਇਰਾਰਕੀ ਦੀ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਪਹਿਲੇ ਨੰਬਰ 'ਤੇ ਕੌਣ ਹੈ, ਦੂਜੇ ਨੰਬਰ 'ਤੇ ਕੌਣ ਹੈ, ਤਾਂ ਪਹਿਲੇ ਨੰਬਰ 'ਤੇ ਆਉਣਗੇ ਪ੍ਰੈਜ਼ੀਡੈਂਟ ਆਫ ਇੰਡੀਆ,
ठीक है। दूजे नंबर ते आएंगे वाइस प्रेजिडेंट। इस तरह एक हरारकी बनी हुई हैगी, ठीक है ना। मान लो किसी फंक्शन ਦੇ ਵਿੱਚ ਜਾਣਾ ਤਾਂ ਉੱਥੇ ਕੀ ਹਰਾਰਕੀ ਹੋਗੀ ਵੀ ਪਹਿਲੀ ਕੁਰਸੀ 'ਤੇ ਕੌਣ ਬੈਠੇਗਾ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ। ਤਾਂ ਇਹ ਹਰਾਰਕੀ ਮਤਲਬ ਬੇਸਿਕਲੀ ਇੱਕ ਸੈਰੇਮੋਨੀਅਲ ਪੋਜੀਸ਼ਨਸ ਵਾਸਤੇ ਹੁੰਦੀ ਹੈਗੀ, ਠੀਕ ਹੈ। ਟੇਬਲ ਆਫ ਪ੍ਰੈਸੀਡੈਂਟਸ ਕਹਿੰਦੇ ਇਹਨੂੰ ਆਪਾਂ। ਤਾਂ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸਭ ਤੋਂ ਪਹਿਲੇ ਨੰਬਰ 'ਤੇ ਆਏਗਾ, ਠੀਕ ਹੈ। ਤਾਂ ਹੁਣ ਜਿਹੜੀ ਇਹਨਾਂ ਦੀ ਤਾਂ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਓਥ ਕੌਣ ਚੁਕਾਏਗਾ, ਠੀਕ ਹੈ, ਸਹੁੰ ਕੌਣ ਚੁਕਾਏਗਾ, ਕਿਉਂਕਿ ਇਹ ਸਭ ਤੋਂ ਵੱਡੀ ਪੋਸਟ ਤਾਂ ਇਹਨਾਂ ਕੋਲ ਹੀ ਹੈਗੀ ਹੈ, ਠੀਕ ਹੈ। ਤਾਂ ਇੱਥੇ ਥੋੜ੍ਹਾ ਜਿਹਾ ਯਾਦ ਰੱਖਣ ਵਾਲੀ ਚੀਜ਼ ਇਹ ਹੈ ਕਿ ਇਹਨਾਂ ਨੂੰ ਸਹੁੰ ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਆਫ ਇੰਡੀਆ ਕੌਣ ਹੁੰਦੇ ਨੇ, ਸੁਪਰੀਮ ਕੋਰਟ ਦੇ ਜਿਹੜੇ ਚੀਫ ਹੁੰਦੇ ਨੇਗੇ ਉਹ ਹੁੰਦੇ ਨੇਗੇ, ਠੀਕ ਹੈ ਨਾ, ਚੀਫ ਜਸਟਿਸ ਆਫ ਇੰਡੀਆ, ਉਹ ਇਹਨਾਂ ਨੂੰ ਸਹੁੰ ਚੁਕਾਉਣਗੇ, ਠੀਕ ਹੈ। ਚਲੋ ਹੁਣ ਦੇਖੋ ਆਪਾਂ ਇਲੈਕਸ਼ਨ ਬਾਰੇ ਪੜ੍ਹ ਲਿਆ ਜੀ, ਆਪਾਂ ਨੇ ਪਹਿਲਾਂ ਬੈਕਗਰਾਊਂਡ ਪੜ੍ਹਿਆ, ਫਿਰ ਇਲੈਕਸ਼ਨ ਪੜ੍ਹਿਆ। ਹੁਣ ਆਪਾਂ ਥਰਡ ਜਿਹੜਾ ਸਬ ਟੌਪਿਕ ਸੀ ਆਪਣਾ ਰਿਮੂਵਲ ਦੀ ਆਪਾਂ ਗੱਲ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਨੂੰ ਆਪਣੇ ਆਫਿਸ 'ਚੋਂ ਰਿਮੂਵ ਕਿਵੇਂ ਕੀਤਾ ਜਾ ਸਕਦਾ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਤਾਂ ਦੇਖੋ ਖੁਦ ਰਿਜ਼ਾਈਨ ਕਰ ਸਕਦੇ ਨੇ ਪ੍ਰੈਜ਼ੀਡੈਂਟ, ਸਿੰਪਲ ਜੀ ਗੱਲ ਹੈ, ਖੁਦ ਆਪਣਾ ਰੈਜ਼ਿਗਨੇਸ਼ਨ ਲੈਟਰ ਦੇ ਸਕਦੇ ਨੇ, ਹੈ ਨਾ। ਤਾਂ ਦੇਖੋ ਉਹਦੇ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਰੈਜ਼ਿਗਨੇਸ਼ਨ ਲੈਟਰ ਹੈ ਜਿਹੜਾ ਕਿਹਨੂੰ ਦੇਣਗੇ। ਹੁਣ ਆਪਾਂ ਇਹਦੀ ਗੱਲ ਕੀਤੀ ਸੀ ਕਿ ਪ੍ਰੈਜ਼ੀਡੈਂਟ ਸਭ ਤੋਂ ਜਿਹੜੇ ਟੌਪ ਮੋਸਟ ਪੋਸਟ ਦੇ ਉੱਪਰ ਨੇਗੇ, ਠੀਕ ਹੈ। ਹੁਣ ਦੇਖੋ ਰੈਜ਼ਿਗਨੇਸ਼ਨ ਜਨਰਲੀ ਆਪਾਂ ਕਿਹਨੂੰ ਦੇਣੇ ਹੁੰਦੇ ਆ, ਆਪਣੇ ਸੁਪੀਰੀਅਰ ਅਥਾਰਟੀ ਨੂੰ ਦੇਣੇ ਹੁੰਦੇ ਨਾ, ਜਿਹੜਾ ਆਪਣੇ ਉੱਪਰ ਸੁਪੀਰੀਅਰ ਬੰਦਾ ਹੈਗਾ ਉਹਨੂੰ ਰੈਜ਼ਿਗਨੇਸ਼ਨ ਲੈਟਰ ਦਿੰਦੇ ਆ। ਤਾਂ ਇੱਥੇ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਹਨਾਂ ਦੇ ਉੱਪਰ ਤਾਂ ਕੋਈ ਹੈ ਨਹੀਂਗਾ, ਤਾਂ ਇਹ ਵਾਈਸ ਪ੍ਰੈਜ਼ੀਡੈਂਟ ਨੂੰ ਆਪਣਾ ਰੈਜ਼ਿਗਨੇਸ਼ਨ ਲੈਟਰ ਦੇਣਗੇ, ਠੀਕ ਹੈ। ਤਾਂ ਆਪਾਂ ਨੀਚੇ ਵਾਲੇ ਬੰਦੇ ਨੂੰ ਦੇਣਗੇ ਆਪਣੇ ਤੋਂ, ਠੀਕ ਹੈ। ਜਿਹੜਾ ਲੈਟਰ ਹੈਗਾ ਰੈਜ਼ਿਗਨੇਸ਼ਨ ਲੈਟਰ ਹੈ ਤਾਂ ਉਹ ਕਿਹਨੂੰ ਦੇਣਗੇ, ਵਾਈਸ ਪ੍ਰੈਜ਼ੀਡੈਂਟ ਨੂੰ, ਕਿ ਵਾਈਸ ਪ੍ਰੈਜ਼ੀਡੈਂਟ ਸਾਹਿਬ ਮੇਰਾ ਇਸਤੀਫਾ ਤੁਸੀਂ ਮਨਜ਼ੂਰ ਕਰੋ, ਇਹ ਚੀਜ਼ ਹੈਗੀ, ਠੀਕ ਹੈ। ਹੁਣ ਆਪਾਂ ਰਿਮੂਵਲ ਦੀ ਗੱਲ ਕਰ ਰਹੇ ਹਾਂ ਕਿ ਪ੍ਰੈਜ਼ੀਡੈਂਟ ਨੂੰ ਕਿਵੇਂ ਰਿਮੂਵ ਕੀਤਾ ਜਾ ਸਕਦਾ ਹੈ ਨਾ, ਜਾਂ ਆਪਣੇ ਆਫਿਸ ਦੇ ਵਿੱਚ ਕਿਵੇਂ ਹਟਾਇਆ ਜਾ ਸਕਦਾ ਹੈ। ਇੱਕ ਤਾਂ ਆਪਾਂ ਨੇ ਦੇਖ ਲਿਆ ਕਿ ਰੈਜ਼ਿਗਨੇਸ਼ਨ ਖੁਦ ਦੇ ਸਕਦੇ ਨੇ, ਖੁਦ ਰਿਜ਼ਾਈਨ ਕਰ ਸਕਦੇ ਨੇ। ਦੂਸਰਾ ਦੇਖੋ ਡੈਥ ਹੋ ਸਕਦੀ ਹੈ, ਨੈਚੁਰਲ ਡੈਥ ਹੋ ਸਕਦੀ ਹੈ ਨਾ, ਇਹ ਚੀਜ਼ ਵੀ ਹੈਗੀ ਹੈ। ਤੀਸਰਾ ਹੈਗਾ ਇੰਪੀਚਮੈਂਟ, ਇਹ ਹੈਗਾ ਜੀ ਮੋਸਟ ਇੰਪੋਰਟੈਂਟ, ਇੰਪੀਚਮੈਂਟ ਦਾ ਪ੍ਰੋਸੈਸ। ਇੰਪੀਚਮੈਂਟ ਦਾ ਤੁਸੀਂ ਲਿਟਰਲ ਮੀਨਿੰਗ ਹੈ ਜਿਹੜਾ ਇੰਗਲਿਸ਼ ਮੀਨਿੰਗ ਹੈ ਉਹ ਤੁਸੀਂ ਸਿੰਪਲੀ ਰਿਮੂਵਲ ਹੀ ਕਹਿ ਸਕਦੇ ਹੋ, ਠੀਕ ਹੈ, ਸਮਝਣ ਵਾਸਤੇ। ਤਾਂ ਮਤਲਬ ਪ੍ਰੈਜ਼ੀਡੈਂਟ ਨੂੰ ਇੰਪੀਚ ਜਾਂ ਰਿਮੂਵ ਕਿਵੇਂ ਕੀਤਾ ਜਾ ਸਕਦਾ ਹੈ ਅਗਰ ਪਾਰਲੀਮੈਂਟ 'ਚ ਆਵੇ, ਠੀਕ ਹੈ। ਤਾਂ ਉਹ ਆਪਾਂ ਦੇਖਦੇ ਹਾਂ। ਇਹ ਦੋਨੇ ਤਾਂ ਸੀਗੇ ਦੇਖੋ ਨੈਚੁਰਲ ਜਿਹੇ ਰੀਜ਼ਨ ਸੀਗੇ ਵੀ ਖੁਦ ਰਿਜ਼ਾਈਨ ਕਰ ਸਕਦੇ ਨੇ ਜਾਂ ਡੈਥ ਹੋ ਜੇ। ਹੁਣ ਜੇ ਪਾਰਲੀਮੈਂਟ ਨੇ ਰਿਮੂਵ ਕਰਨਾ ਹੋਵੇ ਤਾਂ ਉਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ ਇੰਪੀਚਮੈਂਟ। ਦੇਖੋ ਇੰਪੀਚਮੈਂਟ ਪੜ੍ਹਾਂਗੇ ਆਪਾਂ ਹੁਣ। ਤਾਂ ਇੰਪੀਚਮੈਂਟ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ ਪਾਰਲੀਮੈਂਟ ਹੈ ਉਹ ਕਿਵੇਂ ਰਿਮੂਵ ਕਰ ਸਕਦੀ ਹੈ। ਤਾਂ ਪਾਰਲੀਮੈਂਟ ਕੋਈ ਬਿਨਾਂ ਕਿਸੇ ਗਰਾਊਂਡ ਤੋਂ ਤਾਂ ਰਿਮੂਵ ਨਹੀਂ ਕਰੂਗੀ, ਹੈ ਨਾ, ਕੋਈ ਰੀਜ਼ਨ ਹੋਊਗਾ ਫਿਰ ਹੀ ਰਿਮੂਵ ਕਰੂਗੀ ਪ੍ਰੈਜ਼ੀਡੈਂਟ ਨੂੰ। ਤਾਂ ਜਿਹੜਾ ਇੱਕ ਗਰਾਊਂਡ ਹੈ, ਜਿਹੜਾ ਇੱਕ ਬੇਸਿਸ ਹੈਗਾ, ਰੀਜ਼ਨ ਹੈ, ਉਹ ਕੀ ਹੋਊਗਾ, ਵਾਇਲੇਸ਼ਨ ਆਫ ਕੌਨਸਟੀਟਿਊਸ਼ਨ। ਕਿ ਅਗਰ ਜਿਹੜੇ ਰਾਸ਼ਟਰਪਤੀ ਨੇ ਉਹ ਸਾਡੇ ਸੰਵਿਧਾਨ ਦੀ ਉਲੰਘਣਾ ਕਰਦੇ ਨੇ, ਕੋਈ ਵਾਇਲੇਸ਼ਨ ਕਰਦੇ ਨੇ, ਇਸੇ ਗਰਾਊਂਡ 'ਤੇ ਸਿਰਫ ਜਿਹੜੀ ਉਹ ਪਾਰਲੀਮੈਂਟ ਹੈ ਉਹਨਾਂ ਨੂੰ ਰਿਮੂਵ ਕਰ ਸਕਦੀ ਹੈ, ਠੀਕ ਹੈ। ਹੋਰ ਕੋਈ ਵੀ ਗਰਾਊਂਡ ਨਹੀਂ ਹੈਗਾ। ਹੁਣ ਹੁੰਦਾ ਕੀ ਹੈ ਵਾਇਲੇਸ਼ਨ ਆਫ ਕੌਨਸਟੀਟਿਊਸ਼ਨ, ਦੇਖੋ ਇਹ ਕਿਤੇ ਵੀ ਲਿਖਿਆ ਨਹੀਂ ਹੋਇਆ, ਕਿਤੇ ਵੀ ਡਿਫਾਈਨਡ ਹੈ ਨਹੀਂ ਇਹ ਚੀਜ਼, ਠੀਕ ਹੈ। ਤਾਂ ਇਹ ਪਾਰਲੀਮੈਂਟ ਦੀ ਵਿਜ਼ਡਮ ਦੇ ਉੱਪਰ ਹੀ ਡਿਪੈਂਡੈਂਟ ਹੈਗੀ ਕਿ ਪਾਰਲੀਮੈਂਟ ਖੁਦ ਹੀ ਸਮਝ ਲੇ ਕਿ ਵਾਇਲੇਸ਼ਨ ਆਫ ਕੌਨਸਟੀਟਿਊਸ਼ਨ ਕਦੋਂ ਹੋਈ ਹੈਗੀ, ਠੀਕ ਹੈ। ਤਾਂ ਉਸ ਤੋਂ ਬਾਅਦ ਪਾਰਲੀਮੈਂਟ ਮਤੇ ਪਾਸ ਕਰ ਸਕਦੀ ਹੈ। ਇੱਕ ਲੰਬਾ ਪ੍ਰੋਸੈਸ ਹੈਗਾ, ਬਹੁਤ ਹੀ ਔਖਾ ਪ੍ਰੋਸੈਸ ਹੈਗਾ, ਠੀਕ ਹੈ। ਇਸੇ ਰੀਜ਼ਨ ਹੈ ਕਿ ਅੱਜ ਤੱਕ ਕੋਈ ਪ੍ਰੈਜ਼ੀਡੈਂਟ ਜਿਹੜੇ ਉਹ ਇੰਪੀਚ ਨਹੀਂ ਹੋ ਸਕੇ ਹੈਗੇ, ਨਾ ਹੀ ਕੀਤਾ ਜਾ ਸਕਿਆ, ਕਿਉਂਕਿ ਕਾਫੀ ਔਖਾ ਪ੍ਰੋਸੈਸ ਹੈ। ਦੇਖੋ ਓਬਵੀਅਸ ਜੀ ਗੱਲ ਹੈ, ਲੌਜੀਕਲ ਗੱਲ ਹੈਗੀ ਹੈ ਕਿ ਐਡੇ ਵੱਡੇ ਫੰਕਸ਼ਨਰੀ ਨੇ, ਸਭ ਤੋਂ ਟੌਪ ਮੋਸਟ ਪੋਸਟ ਦੇ ਉੱਪਰ ਬੈਠੇ ਨੇ, ਤਾਂ ਇਹਨਾਂ ਨੂੰ ਰਿਮੂਵ ਕਰਨਾ ਸੌਖਾ ਨਹੀਂ ਹੋਏਗਾ, ਓਬਵੀਅਸ ਜੀ ਗੱਲ ਹੈ, ਠੀਕ ਹੈ। ਅਤੇ ਇਸ ਕਰਕੇ ਬਹੁਤ ਔਖਾ ਪ੍ਰੋਸੈਸ ਹੈ ਇਹਨਾਂ ਨੂੰ ਰਿਮੂਵ ਕਰਨਾ। ਹੁਣ ਆਪਾਂ ਨੇ ਪਹਿਲਾਂ ਤਾਂ ਦੇਖੋ ਇਲੈਕਟੋਰਲ ਕਾਲਜ ਬਾਰੇ ਪੜ੍ਹਿਆ ਸੀਗਾ, ਹੈ ਨਾ, ਆਰਟੀਕਲ 54 ਅਤੇ ਕੀ ਇਲੈਕਟੋਰਲ ਕਾਲਜ ਵਿੱਚ ਕਿਹੜੇ ਪਾਰਟੀਸਪੈਂਟਸ ਨੇਗੇ, ਠੀਕ ਹੈ ਨਾ। ਆਪਾਂ ਨੇ ਕਿਹਾ ਸੀ ਇਲੈਕਟਡ ਮੈਂਬਰਸ, ਲੋਕ ਸਭਾ, ਰਾਜ ਸਭਾ, ਠੀਕ ਹੈ, ਆਹ ਚੀਜ਼ਾਂ ਸਾਰੀਆਂ। ਇਲੈਕਟਡ ਮੈਂਬਰ ਆਫ ਲੋਕ ਸਭਾ, ਰਾਜ ਸਭਾ, ਇਲੈਕਟਡ ਮੈਂਬਰ ਆਫ ਸਟੇਟ ਅਸੈਂਬਲੀਜ਼, UTs, ਠੀਕ ਹੈ, ਇਹ ਚੀਜ਼ਾਂ ਪੜ੍ਹੀਆਂ ਸੀਗੀਆਂ। ਹੁਣ ਦੇਖੋ ਜਿਹੜਾ ਇੰਪੀਚਮੈਂਟ ਹੈ ਉਸ ਦੇ ਵਿੱਚ ਵੀ ਕੁਝ ਪਾਰਟੀਸਪੈਂਟਸ ਨੇ, ਕੁਝ ਲੋਕ ਜਿਹੜੇ ਪਾਰਲੀਮੈਂਟ ਦੇ ਨੇ ਉਹ ਪਾਰਟੀਸਪੇਟ ਕਰਨਗੇ। ਉਹ ਕੌਣ ਨੇ, ਉਹ ਸਾਰੇ MPs ਕਿਹੜੇ ਲੋਕ ਸਭਾ ਦੇ ਵੀ, ਰਾਜ ਸਭਾ ਦੀ ਵੀ। ਹੁਣ ਇੱਥੇ ਥੋੜ੍ਹਾ ਜਿਹਾ ਸਮਝਣ ਦੀ ਲੋੜ ਪੈ ਜਾਂਦੀ ਹੈ ਆਪਾਂ ਨੂੰ, ਧਿਆਨ ਦੇਣਾ। ਜਿਹੜਾ ਪਹਿਲਾਂ ਸਿਰਫ ਇਲੈਕਟਡ ਮੈਂਬਰਸ ਸੀਗੇ, ਇਲੈਕਟਡ ਮੈਂਬਰਸ ਆਫ ਲੋਕ ਸਭਾ ਅਤੇ ਰਾਜ ਸਭਾ, ਜਿਹੜੇ ਇਲੈਕਸ਼ਨ ਦੇ ਵਿੱਚ ਸੀਗੇ ਕਿ ਜੋ ਪ੍ਰਾਈਮ ਮਿਨਿਸਟਰ ਨੂੰ ਪ੍ਰੈਜ਼ੀਡੈਂਟ ਨੂੰ ਇਲੈਕਸ਼ਨ ਕਿਵੇਂ ਕਰ ਸਕਦਾ ਹੈ ਪ੍ਰੈਜ਼ੀਡੈਂਟ ਦਾ ਇਲੈਕਸ਼ਨ। ਤਾਂ ਜਿਹੜਾ ਇਲੈਕਟੋਰਲ ਕਾਲਜ ਸੀਗਾ ਉਹਦੇ ਉਸ ਦੇ ਵਿੱਚ ਇਲੈਕਟਡ ਮੈਂਬਰਸ ਆਫ ਲੋਕ ਸਭਾ ਅਤੇ ਰਾਜ ਸਭਾ ਸੀਗੇ। ਬਟ ਜਦੋਂ ਰਿਮੂਵ ਕਰਨਾ ਹੈ, ਜਦੋਂ ਹਟਾਉਣਾ ਹੈ, ਉਦੋਂ ਸਿਰਫ ਇਲੈਕਟਡ ਨਹੀਂ ਬਲਕਿ ਨੋਮੀਨੇਟਡ ਵੀ। ਤੁਹਾਨੂੰ ਮੈਂ ਦੱਸਿਆ ਸੀ ਵੀ ਇਲੈਕਟਡ ਅਤੇ ਨੋਮੀਨੇਟਡ ਦੋ ਤਰ੍ਹਾਂ ਦੇ ਜਿਹੜੇ MPs ਹੁੰਦੇ ਨੇ, ਠੀਕ ਹੈ। ਤਾਂ ਰਿਮੂਵਲ ਦੇ ਵਿੱਚ ਨੋਮੀਨੇਟਡ ਜਿਹੜੇ MPs ਨੇ ਰਾਜ ਸਭਾ ਦੇ ਵਿੱਚ ਉਹ ਵੀ ਪਾਰਟੀਸਪੇਟ ਕਰਨਗੇ ਜਦੋਂ ਕਿ ਰਿਮੂਵਲ ਪ੍ਰੋਸੈਸ ਹੈਗਾ, ਇੰਪੀਚਮੈਂਟ ਦਾ ਪ੍ਰੋਸੈਸ ਹੈਗਾ, ਠੀਕ ਹੈ। ਇਹ ਥੋੜ੍ਹਾ ਜਿਹਾ ਡਿਫਰੈਂਸ ਹੈਗਾ। ਇਲੈਕਸ਼ਨ ਦੇ ਵਿੱਚ ਜਦੋਂ ਇਲੈਕਸ਼ਨ ਕਰਨਾ ਪ੍ਰੈਜ਼ੀਡੈਂਟ ਦਾ ਉਦੋਂ ਸਿਰਫ ਇਲੈਕਟਡ MPs ਨੇਗੇ, ਜਦੋਂ ਰਿਮੂਵ ਕਰਨਾ ਉਦੋਂ ਇਲੈਕਟਡ ਪਲੱਸ ਨੋਮੀਨੇਟਡ, ਦੋਨੋਂ ਇਲੈਕਟਡ ਪਲੱਸ ਨੋਮੀਨੇਟਡ, ਠੀਕ ਹੈ। ਇੱਕ ਹੋਰ ਜਿਹੜਾ ਡਿਫਰੈਂਸ ਆਉਂਦਾ ਇਲੈਕਸ਼ਨ ਅਤੇ ਰਿਮੂਵਲ ਦੇ ਵਿੱਚ, ਆਪਾਂ ਨੇ ਇੱਥੇ ਦੇਖਿਆ ਸੀ ਕਿ ਇਲੈਕਟਡ ਮੈਂਬਰਸ ਆਫ ਸਟੇਟ ਅਸੈਂਬਲੀਜ਼,
यानी कि ਜਿਹੜੇ MLA ਸੀਗੇ ਆਪਣੇ, ਠੀਕ ਹੈ, MLAs ਵੀ ਜਿਹੜੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀਗੇ ਇਲੈਕਸ਼ਨ ਦੇ ਵਿੱਚ, ਬਟ ਰਿਮੂਵਲ ਵੇਲੇ MLAs ਦਾ ਕੋਈ ਰੋਲ ਨਹੀਂ ਹੈਗਾ, ਠੀਕ ਹੈ, MLAs ਦਾ ਕੋਈ ਰੋਲ ਨਹੀਂ ਹੈਗਾ ਰਿਮੂਵਲ ਦੇ ਵਿੱਚ। ਤਾਂ ਕੌਣ ਜਿਹੜਾ ਪਾਰਟ ਲੈਣਗੇ ਰਿਮੂਵਲ ਦੇ ਵਿੱਚ? ਸਿਰਫ ਔਰ ਸਿਰਫ MPs ਲੋਕ ਸਭਾ ਤੇ ਰਾਜ ਸਭਾ ਦੇ, ਬੋਥ ਇਲੈਕਟਡ ਤੇ ਨੋਮੀਨੇਟਡ, ਠੀਕ ਹੈ। ਜੇ ਥੋੜੀ ਜਿਹੀ ਸਮਝਣ 'ਚ ਪ੍ਰੋਬਲਮ ਆ ਰਹੀ ਹੈ ਤਾਂ ਇੱਕ ਵਾਰੀ ਦੁਬਾਰਾ ਦੇਖ ਲਓ ਇਸ ਵੀਡੀਓ ਨੂੰ, ਠੀਕ ਹੈ, ਇਸੇ ਪੋਰਸ਼ਨ ਨੂੰ। ਹੁਣ ਜਿਹੜਾ ਸਾਰਾ ਮੈਥਡ ਹੈਗਾ ਆਪਣੇ ਇਲੈਕਸ਼ਨ ਦਾ, ਇੰਪੀਚਮੈਂਟ ਦਾ, ਉਹ ਆਪਾਂ ਨੇ ਕਿੱਥੋਂ ਬੋਰੋ ਕੀਤਾ? ਉਹ ਬੋਰੋ ਕੀਤਾ ਆਪਾਂ ਨੇ USA ਤੋਂ। ਜਿਹੜਾ ਇਲੈਕਸ਼ਨ ਦਾ ਸੀਗਾ ਪ੍ਰੋਸੈਸ ਆਪਾਂ ਨੇ ਉਹ ਕੀਤਾ ਸੀ ਆਪਾਂ ਨੇ ਆਇਰਲੈਂਡ ਤੋਂ ਬੋਰੋ, ਠੀਕ ਹੈ, ਆਇਰਲੈਂਡ ਤੋਂ। ਜਿਹੜਾ ਰਿਮੂਵਲ ਦਾ ਪ੍ਰੋਸੈਸ ਹੈ ਉਹ ਆਪਾਂ ਨੇ USA ਤੋਂ ਬੋਰੋ ਕੀਤਾ ਹੈ। ਦੇਖੋ ਇਸੇ ਤਰ੍ਹਾਂ ਨਾ ਕਨਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਐਸੀਆਂ ਨੇਗੀਆਂ ਜਿਹੜੀਆਂ ਅਸੀਂ ਡਿਫਰੈਂਟ ਕੰਟਰੀਜ਼ ਤੋਂ ਬੋਰੋ ਕੀਤੀਆਂ ਨੇ, ਹੋਰ ਦੇਸ਼ਾਂ ਤੋਂ ਬੋਰੋ ਕੀਤੀਆਂ ਨੇਗੀਆਂ। ਤਾਂ ਇਹ ਵੀ ਇੱਕ ਸੈਪਰੇਟ ਚੈਪਟਰ ਹੈ, ਇੰਪੋਰਟੈਂਟ ਚੈਪਟਰ ਹੈ ਕਾਫੀ। ਆਪਾਂ ਦੇਖੋ ਨਾਲ ਵੀ ਕਵਰ ਕਰਦੇ ਜਾ ਰਹੇ ਹਾਂ ਕਿ ਆਪਣੀ ਇਹ ਪ੍ਰੋਵੀਜ਼ਨ ਇੱਕ ਕੰਟਰੀ ਤੋਂ ਬੋਰੋ ਕੀਤੀ, ਇਹ ਦੂਸਰੀ ਕੰਟਰੀ ਤੋਂ ਬੋਰੋ ਕੀਤੀ, ਬਟ ਇੱਕ ਸੈਪਰੇਟ ਚੈਪਟਰ ਵੀ ਹੈ। ਆਪਾਂ ਉਦੋਂ ਸਾਰੇ ਜਿਹੜੇ ਬੋਰੋ ਕੀਤੀਆਂ ਹੋਈਆਂ ਪ੍ਰੋਵੀਜ਼ਨਸ ਨੇ ਉਹ ਆਪਾਂ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ। ਹੁਣ ਆਪਾਂ ਗੱਲ ਕਰੀਏ ਵੈਕੈਂਸੀ ਦੀ। ਦੇਖੋ ਇੰਪੀਚਮੈਂਟ ਹੋ ਗਈ, ਰਿਮੂਵਲ ਹੋ ਗਿਆ, ਡੈਥ ਹੋ ਗਈ, ਰੈਜ਼ਿਗਨੇਸ਼ਨ ਹੋ ਗਈ, ਕੁਝ ਵੀ ਰੀਜ਼ਨ ਹੁੰਦਾ ਹੈ ਤਾਂ ਦੇਖੋ ਵੈਕੈਂਸੀ ਕ੍ਰੀਏਟ ਹੋ ਗਈ, ਮਤਲਬ ਕਿ ਨਵਾਂ ਪ੍ਰੈਜ਼ੀਡੈਂਟ ਆਉਣਾ ਪਊਗਾ। ਮੰਨ ਲਓ ਡੈਥ ਹੋ ਗਈ ਹੈ ਅੱਜ, ਤਾਂ ਵੈਕੈਂਸੀ ਕ੍ਰੀਏਟ ਹੋ ਗਈ ਆਫਿਸ ਦੇ ਵਿੱਚ, ਨਵਾਂ ਪ੍ਰੈਜ਼ੀਡੈਂਟ ਇਲੈਕਸ਼ਨ ਕਰਨਾ ਪਊਗਾ, ਠੀਕ ਹੈ ਨਾ। ਤਾਂ ਦੇਖੋ ਕੁਝ ਵੀ ਹੈ, ਡੈਥ ਹੁੰਦੀ ਹੈ, ਇੰਪੀਚਮੈਂਟ ਹੁੰਦੀ ਹੈ, ਇਹ ਖੁਦ ਰੈਜ਼ਿਗਨੇਸ਼ਨ ਦਿੰਦੇ ਨੇ। ਤਾਂ ਉਸ ਟਾਈਮ 'ਤੇ ਕੀ ਹੁੰਦਾ, ਵੈਕੈਂਸੀ ਤਾਂ ਕ੍ਰੀਏਟ ਹੋ ਜਾਂਦੀ ਹੈ, ਬਟ ਇਮੀਡੀਏਟ ਟਰਮ ਦੇ ਵਿੱਚ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਉਪ ਰਾਸ਼ਟਰਪਤੀ ਹੈ, ਉਹ ਪ੍ਰੈਜ਼ੀਡੈਂਟ ਦਾ ਫੰਕਸ਼ਨ ਅਦਾ ਕਰਨਗੇ, ਠੀਕ ਹੈ। ਦੇਖੋ ਮੰਨ ਲਓ ਡੈਥ ਹੋ ਗਈ ਅੱਜ, ਹੁਣ ਦੇਖੋ ਆਫਿਸ ਤਾਂ ਖਾਲੀ ਹੋ ਗਿਆ, ਹੁਣ ਇੱਥੇ ਕੌਣ ਆਊਗਾ? ਇੱਥੇ ਹਲੇ ਜਦੋਂ ਤੱਕ ਇਲੈਕਸ਼ਨ ਨਵਾਂ ਪ੍ਰੈਜ਼ੀਡੈਂਟ ਨਹੀਂ ਆਉਂਦਾ, ਨਿਊ ਪ੍ਰੈਜ਼ੀਡੈਂਟ ਨਹੀਂ ਆਉਂਦਾ ਜਦੋਂ ਤੱਕ, ਉਦੋਂ ਤੱਕ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਪ੍ਰੈਜ਼ੀਡੈਂਟ ਦਾ ਫੰਕਸ਼ਨ ਅਦਾ ਕਰਨਗੇ, ਠੀਕ ਹੈ। ਦੇਖੋ ਇਹੀ ਰੋਲ ਹੁੰਦੀ ਹੈ ਕੋਈ ਵੀ, ਜਦੋਂ ਵਾਈਸ ਜਿਹੜਾ ਬੰਦਾ ਹੁੰਦਾ ਹੈ, ਵਾਈਸ ਚੇਅਰਮੈਨ, ਵਾਈਸ ਪ੍ਰੈਜ਼ੀਡੈਂਟ, ਇਹੀ ਕੰਮ ਹੁੰਦਾ ਕਿ ਜਦੋਂ ਜਿਹੜਾ ਚੇਅਰਮੈਨ ਬੰਦਾ ਜਾਂ ਪ੍ਰੈਜ਼ੀਡੈਂਟ ਬੰਦਾ ਉਹ ਨਹੀਂ ਹੈਗਾ ਤਾਂ ਉਸ ਟਾਈਮ 'ਤੇ ਉਹ ਉਹਨਾਂ ਦਾ ਕੰਮ ਜਿਹੜਾ ਅਦਾ ਕਰ ਸਕੇ। ਇਹੀ ਪਰਪਸ ਹੈ ਕਿ ਵਾਈਸ ਪ੍ਰੈਜ਼ੀਡੈਂਟ ਦਾ ਕੰਮ ਕਰਨਗੇ ਉਸ ਟਾਈਮ ਦੇ ਵਿੱਚ, ਠੀਕ ਹੈ। ਹੁਣ ਦੇਖੋ ਇਹ ਵੀ ਕੇਸ ਹੋ ਸਕਦਾ ਹੈ ਕਿ ਅਗਰ ਵਾਈਸ ਪ੍ਰੈਜ਼ੀਡੈਂਟ ਵੀ ਅਵੇਲੇਬਲ ਨਹੀਂ ਹੈਗੇ ਉਸ ਟਾਈਮ 'ਤੇ, ਮੰਨ ਲਓ ਡੈਥ ਹੋ ਗਈ ਜਾਂ ਰਿਜ਼ਾਈਨ ਕਰ ਗਏ ਪ੍ਰੈਜ਼ੀਡੈਂਟ, ਠੀਕ ਹੈ। ਹੁਣ ਇੱਕ ਨੋਰਮਲ ਟਰਮਸ ਦੇ ਵਿੱਚ ਤਾਂ ਵਾਈਸ ਪ੍ਰੈਜ਼ੀਡੈਂਟ ਨੂੰ ਆਉਣਾ ਚਾਹੀਦਾ ਹੈਗਾ ਕਿ ਵਾਈਸ ਪ੍ਰੈਜ਼ੀਡੈਂਟ ਸਾਹਿਬ ਆਉਣ ਔਰ ਜਿਹੜੀਆਂ ਡਿਊਟੀਜ਼ ਨੇ ਉਹ ਕਵਰ ਕਰਨ, ਠੀਕ ਹੈ। ਬਟ ਹੋ ਸਕਦਾ ਕਿਸੇ ਕਾਰਨ ਕਰਕੇ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਣ, ਫਿਰ ਕੀ ਹੋਏਗਾ? ਫਿਰ ਇਸ ਕੇਸ ਦੇ ਵਿੱਚ ਦੇਖੋ ਜੀ, ਚੀਫ ਜਸਟਿਸ ਆਫ ਇੰਡੀਆ, ਇਹ ਵੀ ਥੋੜ੍ਹਾ ਜਿਹਾ ਬਹੁਤ ਧਿਆਨ ਦੇਣ ਵਾਲੀ ਚੀਜ਼ ਹੈਗੀ ਜੀ, ਠੀਕ ਹੈ। ਉਸ ਕੇਸ ਦੇ ਵਿੱਚ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਪ੍ਰੈਜ਼ੀਡੈਂਟ ਦਾ ਫੰਕਸ਼ਨ ਅਦਾ ਕਰਨਗੇ। ਕਨਫਿਊਜ਼ਨ ਚੀਜ਼ ਹੈ ਥੋੜ੍ਹੀ ਜਿਹੀ, ਧਿਆਨ ਨਾਲ ਸਮਝਣ ਵਾਲੀ ਚੀਜ਼ ਹੈਗੀ, ਠੀਕ ਹੈ। ਹੁਣ ਦੇਖੋ ਕੇਸ ਹੋ ਸਕਦਾ ਕਿ ਚੀਫ ਜਸਟਿਸ ਆਫ ਇੰਡੀਆ ਵੀ ਨਾ ਹੋਣ, ਕੁਝ ਵੀ ਦੇਖੋ ਆਪਾਂ ਨੂੰ ਵਰਸਟ ਕੇਸ ਲਈ ਤਿਆਰ ਰਹਿਣਾ ਪਏਗਾ, ਹੈ ਨਾ, ਕੁਝ ਵੀ ਕੇਸ ਹੋ ਸਕਦਾ ਇਨ ਫਿਊਚਰ ਦੇ ਵਿੱਚ। ਤਾਂ ਉਸ ਕੇਸ ਦੇ ਵਿੱਚ ਕੋਈ ਵੀ ਹੋਰ ਸੁਪਰੀਮ ਕੋਰਟ ਦਾ ਜੱਜ, ਸੀਨੀਅਰ ਮੋਸਟ ਜੱਜ ਜਿਹੜਾ ਕੀ ਹੈ ਉਹ ਫਿਰ ਪ੍ਰੈਜ਼ੀਡੈਂਟ ਦਾ ਫੰਕਸ਼ਨ ਅਦਾ ਕਰੇਗਾ। ਫਿਰ ਹੁਣ ਕੀ ਹਾਇਰਾਰਕੀ ਬਣਦੀ ਹੈ? ਦੇਖੋ ਪਹਿਲਾਂ ਪ੍ਰੈਜ਼ੀਡੈਂਟ, ਅਗਰ ਪ੍ਰੈਜ਼ੀਡੈਂਟ ਨਹੀਂ ਹੈਗੇ ਫਿਰ ਵਾਈਸ ਪ੍ਰੈਜ਼ੀਡੈਂਟ, ਅਗਰ ਇਹ ਵੀ ਨਹੀਂ ਹੈਗੇ ਫਿਰ ਚੀਫ ਜਸਟਿਸ, ਅਗਰ ਇਹ ਨਹੀਂ ਹੈਗੇ ਫਿਰ ਸੁਪਰੀਮ ਕੋਰਟ ਦੇ ਹੋਰ ਕੋਈ ਜੱਜ, ਠੀਕ ਹੈ। ਤਾਂ ਇਹ ਆਪਣੇ ਕੋਲ ਇੱਕ ਹਾਇਰਾਰਕੀ ਬਣ ਜਾਂਦੀ ਹੈਗੀ। ਇੰਪੋਰਟੈਂਟ ਹੈ ਜੀ, ਕਾਫੀ ਇੰਪੋਰਟੈਂਟ ਹੈ ਇਹ, ਠੀਕ ਹੈ। ਅੱਜ ਤੱਕ ਸਿਰਫ ਇੱਕ ਵਾਰੀ ਹੋਇਆਗਾ ਕਿ ਜਿਹੜੇ ਕੋਈ ਚੀਫ ਜਸਟਿਸ ਨੇ ਉਹਨਾਂ ਨੇ ਪ੍ਰੈਜ਼ੀਡੈਂਟ ਦਾ ਰੋਲ ਅਦਾ ਕੀਤਾ ਹੈ। ਉਹਨਾਂ ਦਾ ਨਾਮ ਕੀ ਸੀ ਜੀ? ਮੁਹੰਮਦ ਹਿਦਾਇਤੁੱਲਾ, ਠੀਕ ਹੈ। ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਐਸੀ ਕੋਈ ਪ੍ਰੋਵੀਜ਼ਨ ਹੈ ਨਹੀਂ ਸੀਗੀ ਕਿ ਚੀਫ ਜਸਟਿਸ ਨੂੰ ਪ੍ਰੈਜ਼ੀਡੈਂਟ ਬਣਾਇਆ ਜਾ ਸਕਦਾ ਹੈ। ਉਹ ਸਿਰਫ ਵਾਈਸ ਪ੍ਰੈਜ਼ੀਡੈਂਟ ਤੱਕ ਹੀ ਸੀਮਿਤ ਸੀਗਾ, ਜਿਹੜਾ ਕਿ ਓਰੀਜਨਲ ਕਨਸਟੀਟਿਊਸ਼ਨ ਸੀਗਾ। ਬਟ ਆਪਣੇ ਕੋਲ ਇੱਕ ਫਿਰ ਕੇਸ ਆਇਆ ਕਿ ਜਦੋਂ ਵਾਈਸ ਪ੍ਰੈਜ਼ੀਡੈਂਟ ਅਵੇਲੇਬਲ ਹੈ ਨਹੀਂ ਸੀਗੇ, ਤਾਂ ਉਸ ਕੇਸ ਤੋਂ ਬਾਅਦ ਜਿਹੜਾ ਕੀ ਹੈ ਪਾਰਲੀਮੈਂਟ ਨੇ ਲਾਅ ਲੈ ਕੇ ਆਂਦਾ ਕਿ ਜਿਹੜੇ ਚੀਫ ਜਸਟਿਸ ਨੇ ਉਹ ਬਣ ਸਕਦੇ ਨੇ, ਠੀਕ ਹੈ। ਤਾਂ ਸਿਰਫ ਇੱਕੋ ਵਾਰੀ ਹੋਇਆ ਇੱਦਾਂ, ਮੁਹੰਮਦ ਹਿਦਾਇਤੁੱਲਾ ਨੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਸੀਗੇ ਉਹਨਾਂ ਨੇ ਪ੍ਰੈਜ਼ੀਡੈਂਟ ਦਾ ਰੋਲ ਅਦਾ ਕੀਤਾ ਸੀ ਕੁਝ ਟਾਈਮ ਦੇ ਲਈ, ਠੀਕ ਹੈ। ਹੁਣ ਦੇਖੋ ਆਪਾਂ ਨੇ ਰਿਮੂਵਲ ਵੇਲੇ ਕੀਤਾ ਸੀਗਾ, ਰਿਮੂਵਲ ਦੇ ਵਿੱਚ ਰੈਜ਼ਿਗਨੇਸ਼ਨ, ਡੈਥ, ਇੰਪੀਚਮੈਂਟ, ਹੈ ਨਾ, ਇਹ ਚੀਜ਼ਾਂ ਤਾਂ ਆ ਗਈਆਂ। ਡੈਥ, ਇੰਪੀਚਮੈਂਟ ਅਤੇ ਰੈਜ਼ਿਗਨੇਸ਼ਨ ਇਹ ਚੀਜ਼ਾਂ ਆ ਗਈਆਂ। ਹੁਣ ਆਪਾਂ ਨੇ ਇੱਕ ਚੀਜ਼ ਹੋਰ ਕੀਤੀ ਸੀ ਕਿ ਜਿਹੜੀ ਟਰਮ ਹੈਗੀ ਪ੍ਰੈਜ਼ੀਡੈਂਟ ਦੇ ਆਫਿਸ ਦੀ ਉਹ 5 ਸਾਲ ਦੀ ਹੈਗੀ, 5 ਸਾਲ ਦੀ ਹੈ। 5 ਸਾਲ ਦੇ ਲਈ ਪ੍ਰੈਜ਼ੀਡੈਂਟ ਆਫਿਸ ਦੇ ਵਿੱਚ ਰਹਿਣਗੇ। ਹੁਣ ਮੰਨ ਲਓ ਦੇਖੋ 5 ਸਾਲ ਤੋਂ ਬਾਅਦ ਹੋਣਾ ਕੀ ਚਾਹੀਦਾ ਕਿ ਨਵੇਂ ਪ੍ਰੈਜ਼ੀਡੈਂਟ ਆਉਣੇ ਚਾਹੀਦੇ ਨੇ, ਹੈ ਨਾ, ਨਿਊ ਪ੍ਰੈਜ਼ੀਡੈਂਟ ਆਉਣੇ ਚਾਹੀਦੇ ਨੇ। ਇੱਕ ਵਾਰੀ 5 ਸਾਲ ਪੂਰੇ ਹੋ ਗਏ ਇਹਨਾਂ ਦੇ, ਠੀਕ ਹੈ। ਹੁਣ ਨਵੇਂ ਆਉਣੇ ਚਾਹੀਦੇ ਨੇ, ਤਾਂ ਨਵੇਂ ਆਉਣ ਲਈ ਕੀ ਕਰਨਾ ਪਏਗਾ? ਇਹਨਾਂ ਦੀ ਟਰਮ ਖਤਮ ਹੋਣ ਤੋਂ ਪਹਿਲਾਂ ਹੀ ਇਲੈਕਸ਼ਨ ਕਰਵਾਉਣੇ ਪੈਣਗੇ ਨਵੇਂ, ਕਿ 5 ਸਾਲ ਦੀ ਜਿਹੜੀ ਟਰਮ ਹੈ ਉਹ ਖਤਮ ਹੋਣ ਤੋਂ ਪਹਿਲਾਂ ਹੀ ਇੱਕ ਵਾਰੀ ਇਲੈਕਸ਼ਨ ਕਰਵਾ ਕੇ ਰੱਖ ਲਓ, ਠੀਕ ਹੈ। ਇਹੀ ਚੀਜ਼ ਹੁੰਦੀ ਆ ਕੋਈ ਵੀ ਇਲੈਕਸ਼ਨ ਹੈਗਾ ਕਿ ਟਰਮ ਪੂਰੀ ਹੋਣ ਤੋਂ ਪਹਿਲਾਂ ਨਵੇਂ ਇਲੈਕਸ਼ਨ ਕਰਵਾ ਕੇ ਰੱਖ ਲਓ, ਕਿ ਜਦੋਂ ਹੀ ਟਰਮ ਪੂਰੀ ਹੁੰਦੀ ਹੈ ਜਿਹੜੇ ਇਲੈਕਟਡ ਬੰਦੇ ਨੇ ਇਹ ਆਪਣੀ ਕੁਰਸੀ ਸੰਭਾਲ ਲੈਣ। ਮੰਨ ਲਓ ਕਿਸੇ ਕਾਰਨ ਕਰਕੇ ਇਲੈਕਸ਼ਨ ਨਹੀਂ ਹੁੰਦੇ ਹੈਗੇ, ਕਿਸੇ ਕਾਰਨ ਕਰਕੇ ਇਲੈਕਸ਼ਨ ਨਹੀਂ ਹੋਏ, ਠੀਕ ਹੈ ਨਾ, ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ? ਹੁਣ ਦੇਖੋ 5 ਸਾਲ ਪੂਰੇ ਹੋ ਗਏ,
ठीक है 2014 च मान लो इलैक्शन होए सीगे, ठीक है 2019 ਦੇ ਵਿੱਚ ਟਰਮ ਪੂਰੀ ਹੋ ਗਈ ਪ੍ਰੈਜ਼ੀਡੈਂਟ ਦੀ, ਰਾਸ਼ਟਰਪਤੀ ਦੀ ਗੱਲ ਕਰ ਰਹੇ ਆਪਾਂ, ਧਿਆਨ ਰੱਖਣਾ, ਠੀਕ ਹੈ ਹਾਈਪੋਥੈਟੀਕਲ ਕੇਸ ਲੈ ਰਿਹਾ ਮੈਂ ਇੱਕ। 2019 ਦੇ ਵਿੱਚ ਟਰਮ ਪੂਰੀ ਹੋ ਗਈ ਤੇ ਇਲੈਕਸ਼ਨ ਹੋਈ ਨਹੀਂ ਉਸ ਤੋਂ ਪਹਿਲਾਂ। ਹੁਣ ਕੀ ਹੋਏਗਾ ਇਸ ਕੇਸ ਦੇ ਵਿੱਚ, ਕੀ ਹੋਏਗਾ ਕਿ ਜਿਹੜੇ ਪੁਰਾਣੇ ਰਾਸ਼ਟਰਪਤੀ ਸੀਗੇ ਉਹ ਹੀ ਅੱਗੇ ਕੰਟੀਨਿਊ ਕਰਨਗੇ, ਠੀਕ ਹੈ। ਮਤਲਬ ਕੀ ਹੈ ਜਿਹੜੇ ਪੁਰਾਣੇ ਰਾਸ਼ਟਰਪਤੀ ਨੇ ਉਹ 5 ਸਾਲ ਤੋਂ ਜ਼ਿਆਦਾ ਵੀ ਕੰਟੀਨਿਊ ਕਰ ਸਕਦੇ ਨੇਗੇ, ਕਰ ਸਕਦੇ ਨੇ, ਬਿਲਕੁਲ ਜੀ ਬਿਲकुल, ਠੀਕ ਹੈ। ਟਰਮ 5 ਸਾਲ ਦੀ ਸੀਗੀ ਬਟ ਕੰਟੀਨਿਊ ਜ਼ਿਆਦਾ ਕਰ ਰਹੇ ਨੇ, ਉਸ ਤੋਂ ਵੀ ਜ਼ਿਆਦਾ। ਕਦੋਂ? ਜਦੋਂ ਕਿ ਨਵੇਂ ਇਲੈਕਸ਼ਨ ਨਹੀਂ ਹੋਏ ਹੁੰਦੇ ਕਿਸੇ ਕਾਰਨ ਕਰਕੇ, ਠੀਕ ਹੈ। ਤਾਂ ਕੀ ਹੈ ਹੁਣ 5 ਸਾਲ ਤੋਂ ਜ਼ਿਆਦਾ ਵੀ, ਕਿਉਂਕਿ ਵੈਕਿਊਮ ਨਹੀਂ ਰੱਖ ਸਕਦੇ, ਵੈਕਿਊਮ ਨਹੀਂ ਹੋਣਾ ਚਾਹੀਦਾ ਹੈਗਾ ਆਫਿਸ ਦੇ ਵਿੱਚ, ਕੋਈ ਨਾ ਕੋਈ ਬੰਦਾ ਬੈਠਾ ਹੋਣਾ ਚਾਹੀਦਾ। ਹੁਣ ਦੇਖੋ ਇਸ ਕੇਸ ਦੇ ਵਿੱਚ ਕੀ ਹੈਗਾ, ਵਾਈਸ ਪ੍ਰੈਜ਼ੀਡੈਂਟ ਨੂੰ ਮੌਕਾ ਨਹੀਂ ਮਿਲਿਆ ਹੈਗਾ, ਵਰਨਾ ਤਾਂ ਆਪਾਂ ਕੀ ਸੋਚ ਸਕਦੇ ਸੀਗੇ ਕਿ ਟਰਮ ਪੂਰੀ ਹੋ ਗਈ, ਇਲੈਕਸ਼ਨ ਹੋਏ ਨਹੀਂ ਹੈਗੇ, ਹੁਣ ਜੇ ਪ੍ਰੈਜ਼ੀਡੈਂਟ ਨਹੀਂ ਹੈਗੇ ਤਾਂ ਆਪਾਂ ਹੋ ਸਕਦਾ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਲੈ ਆਈਏ, ਜਿਵੇਂ ਕਿ ਨੋਰਮਲ ਕੇਸਿਸ ਦੇ ਵਿੱਚ, ਹੋਰ ਕੇਸਿਸ ਦੇ ਵਿੱਚ ਹੋਇਆ ਸੀਗਾ, ਠੀਕ ਹੈ, ਆਪਾਂ ਵਾਈਸ ਪ੍ਰੈਜ਼ੀਡੈਂਟ ਨੂੰ ਲੈ ਆਏ ਸੀਗੇ। ਬਟ ਇਸ ਕੇਸ ਦੇ ਵਿੱਚ ਕੀ ਹੈ ਕਿ ਟਰਮ ਤਾਂ ਪੂਰੀ ਹੋ ਗਈ, ਨਵਾਂ ਪ੍ਰੈਜ਼ੀਡੈਂਟ ਹੈ ਨਹੀਂ, ਤਾਂ ਜਿਹੜੇ ਪੁਰਾਣੇ ਨੇ ਉਹੀ ਕੰਟੀਨਿਊ ਕਰ ਰਹੇ ਨੇ 5 ਸਾਲ ਤੋਂ ਜ਼ਿਆਦਾ। ਹੁਣ ਇਸ ਕੇਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨੂੰ ਮੌਕਾ ਨਹੀਂ ਮਿਲਿਆ ਹੈਗਾ ਰਾਸ਼ਟਰਪਤੀ ਬਣਨ ਦਾ, ਰਾਸ਼ਟਰਪਤੀ ਦੇ ਕੰਮ ਕਰਨ ਦਾ, ਠੀਕ ਹੈ ਨਾ। ਤਾਂ ਇਹ ਚੀਜ਼ ਥੋੜ੍ਹੀ ਧਿਆਨ ਦੇਣ ਵਾਲੀ ਹੈ ਕਿ ਜਦੋਂ 5 ਸਾਲ ਪੂਰੇ ਹੋ ਜਾਂਦੇ ਨੇ ਉਦੋਂ ਉਪ ਰਾਸ਼ਟਰਪਤੀ ਨੂੰ ਮੌਕਾ ਨਹੀਂ ਮਿਲਦਾ। ਬਾਕੀ 3 ਕੇਸਿਸ ਦੇ ਵਿੱਚ ਉਪ ਰਾਸ਼ਟਰਪਤੀ ਨੂੰ ਮੌਕਾ ਮਿਲ ਰਿਹਾ ਸੀ ਰਾਸ਼ਟਰਪਤੀ ਦੇ ਕੰਮ ਕਰਨ ਦਾ। ਇਹ ਥੋੜ੍ਹਾ ਜਿਹਾ ਧਿਆਨ ਰੱਖਣ ਵਾਲੀ ਚੀਜ਼ ਹੈ। ਹੁਣ ਜਿਹੜਾ ਫਾਈਨਲ ਆਪਣਾ ਸਬ ਟੌਪਿਕ ਹੈਗਾ ਹੈ ਜੀ, ਉਹ ਹੈਗਾ ਪਾਵਰਸ ਐਂਡ ਫੰਕਸ਼ਨਸ, ਕਿ ਰਾਸ਼ਟਰਪਤੀ ਜਿਹੜੇ ਪਾਵਰਸ ਨੇਗੀਆਂ ਅਤੇ ਉਹਨਾਂ ਦੇ ਫੰਕਸ਼ਨਸ ਨੇ ਉਹ ਕਿਹੜੇ ਕਿਹੜੇ ਨੇ। ਇਹਨਾਂ ਨੂੰ ਆਪਾਂ ਬਰੋਡਲੀ ਕੁਛ ਕਲਾਸੀਫਿਕੇਸ਼ਨ ਦੇ ਦਿੰਦੇ ਹਾਂ, ਐਗਜ਼ੈਕਟਿਵ ਫੰਕਸ਼ਨਸ ਜਾਂ ਇਲੈਕਟਿਵ ਪਾਵਰਸ, ਲੈਜਿਸਲੇਟਿਵ ਪਾਵਰਸ, ਫਾਈਨੈਂਸ਼ੀਅਲ ਪਾਵਰਸ, ਜੁਡੀਸ਼ੀਅਲ ਪਾਵਰਸ, ਡਿਪਲੋਮੈਟਿਕ, ਮਿਲਟਰੀ, ਐਮਰਜੈਂਸੀ ਵੀਟੋ। ਤਾਂ ਮਤਲਬ ਕੁਛ ਇਹ ਸਾਰੀਆਂ ਕਲਾਸੀਫਿਕੇਸ਼ਨਸ ਨੇਗੀਆਂ ਜਿਹੜੀਆਂ ਕਿ ਆਪਾਂ ਪ੍ਰੈਜ਼ੀਡੈਂਟ ਦੇ ਪਾਵਰਸ ਨੂੰ ਦੇ ਸਕਦੇ ਹਾਂ, ਠੀਕ ਹੈ। ਇਹਨਾਂ ਕਲਾਸੀਫਿਕੇਸ਼ਨ ਦੇ ਅੰਡਰ ਆਪਾਂ ਪ੍ਰੈਜ਼ੀਡੈਂਟ ਦੇ ਪਾਵਰਸ ਨੂੰ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖੀਏ ਐਗਜ਼ੈਕਟਿਵ ਪਾਵਰਸ। ਦੇਖੋ ਐਗਜ਼ੈਕਟਿਵ ਦਾ ਮਤਲਬ ਕੀ ਹੈ, ਬੇਸਿਕਲੀ ਐਗਜ਼ੀਕਿਊਸ਼ਨ, ਐਗਜ਼ੀਕਿਊਸ਼ਨ ਤੋਂ ਬਣਿਆ ਜੀ ਐਗਜ਼ੈਕਟਿਵ। ਐਗਜ਼ੀਕਿਊਸ਼ਨ ਦਾ ਮਤਲਬ ਕੀ ਹੈ? ਲਾਗੂ ਕਰਨਾ, ਮਤਲਬ ਇੰਪਲੀਮੈਂਟ ਕਰਨਾ, ਸਿੰਪਲੀ ਤੁਸੀਂ ਸਮਝ ਸਕਦੇ ਹੋ। ਇੰਪਲੀਮੈਂਟ ਕਰਨਾ, ਐਗਜ਼ੀਕਿਊਟ ਕਰਨਾ, ਕੋਈ ਕੰਮ ਕਰਨਾ, ਬੇਸਿਕਲੀ ਇੰਪਲੀਮੈਂਟ ਕਰਨਾ ਕਿ ਲਾਗੂ ਕਰਨੀ ਕੋਈ ਚੀਜ਼। ਹੁਣ ਦੇਖੋ ਲੈਜਿਸਲੇਟਿਵ ਦਾ ਕੀ ਮਤਲਬ ਹੁੰਦਾ ਹੈ? ਆਪਣੇ 3 ਔਰਗਨ ਨੇ ਗਵਰਨਮੈਂਟ ਦੇ, ਐਗਜ਼ੈਕਟਿਵ, ਲੈਜਿਸਲੇਟਿਵ ਤੇ ਜੁਡੀਸ਼ਰੀ, ਤੁਹਾਨੂੰ ਪਤਾ ਹੋਏਗਾ, ਠੀਕ ਹੈ ਨਾ। ਐਗਜ਼ੈਕਟਿਵ, ਲੈਜਿਸਲੇਟਿਵ ਤੇ ਜੁਡੀਸ਼ਰੀ, ਇਹ 3 ਆਪਣੇ ਕੋਲ ਔਰਗਨਸ ਨੇ ਗਵਰਨਮੈਂਟ ਦੇ। ਹੁਣ ਜਿਹੜਾ ਆਪਾਂ ਨੇ ਐਗਜ਼ੀਕਿਊਟਿਵ ਦੀ ਗੱਲ ਤਾਂ ਆ ਕਰ ਲਈ ਕਿ ਐਗਜ਼ੀਕਿਊਟਿਵ ਮਤਲਬ ਇੰਪਲੀਮੈਂਟੇਸ਼ਨ, ਕਾਹਦੀ ਇੰਪਲੀਮੈਂਟੇਸ਼ਨ? ਲॉज ਦੀ। ਇੰਪਲੀਮੈਂਟ ਕਿਹਨੂੰ ਕਰੂਗਾ? ਲॉज ਨੂੰ, ਲॉज ਨੂੰ, ਕਾਨੂੰਨਾਂ ਨੂੰ। ਇਹ ਕਾਨੂੰਨ ਕੌਣ ਬਣਾਊਗਾ? ਇਹ ਕਾਨੂੰਨ ਬਣਾਊਗਾ ਲੈਜਿਸਲੇਟਿਵ ਜਾਂ ਲੈਜਿਸਲੇਚਰ। ਤਾਂ ਇਹ ਡਿਫਰੈਂਸ ਹੈ। ਦੇਖੋ ਲੈਜਿਸਲੇਸ਼ਨ ਦਾ ਮਤਲਬ ਹੀ ਕਾਨੂੰਨ ਹੈਗਾ, ਤੁਸੀਂ ਸਮਝ ਸਕਦੇ ਹੋ, ਠੀਕ ਹੈ। ਤਾਂ ਜਿਹੜੀ ਕਾਨੂੰਨ ਬਣਾਉਣ ਵਾਲੀ ਬੋਡੀ ਹੈ ਉਹ ਹੈਗੀ ਹੈ ਲੈਜਿਸਲੇਟਿਵ ਬੋਡੀ। ਜਿਹੜੀ ਕਾਨੂੰਨ ਨੂੰ ਇੰਪਲੀਮੈਂਟ ਕਰਨ ਵਾਲੀ ਬੋਡੀ ਹੈਗੀ ਹੈ ਉਹ ਹੈਗੀ ਹੈ ਐਗਜ਼ੀਕਿਊਟਿਵ ਬੋਡੀ, ਠੀਕ ਹੈ। ਇਸੇ ਕਰਕੇ ਜਿਹੜਾ ਪ੍ਰੈਸੀਡੈਂਟ ਹੈ ਉਸ ਨੂੰ ਅਸੀਂ ਐਗਜ਼ੀਕਿਊਟਿਵ ਪਾਵਰਸ ਦੇ ਵਿੱਚ ਵੀ ਲਿਖਦੇ ਹਾਂ, ਠੀਕ ਹੈ ਨਾ, ਕਿਉਂਕਿ ਪ੍ਰੈਜ਼ੀਡੈਂਟ ਦੇ ਬਹੁਤ ਸਾਰੇ ਫੰਕਸ਼ਨਸ ਨੇ ਜਿਹੜੇ ਉਹ ਇੰਪਲੀਮੈਂਟ ਕਰਦਾ ਹੈ। ਪ੍ਰੈਜ਼ੀਡੈਂਟ ਬਹੁਤ ਸਾਰੇ ਫੰਕਸ਼ਨਸ ਨੂੰ ਇੰਪਲੀਮੈਂਟ ਕਰਦਾ ਹੈ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਤਾਂ ਅਸੀਂ ਇਸ ਨੂੰ ਐਗਜ਼ੀਕਿਊਟਿਵ ਪਾਵਰਸ ਦੇ ਅੰਡਰ ਰੱਖ ਲੈਂਦੇ ਹਾਂ, ਠੀਕ ਹੈ ਨਾ। ਦੇਖੋ ਇੱਕ ਵਾਰ ਤਾਂ ਤੁਸੀਂ ਇਹੀ ਯਾਦ ਰੱਖਣਾ ਹੈ ਕਿ ਲੈਜਿਸਲੇਟਿਵ ਦਾ ਮਤਲਬ ਹੈਗਾ ਲਾਅ ਬਣਾਉਣਾ, ਐਗਜ਼ੀਕਿਊਸ਼ਨ ਦਾ ਮਤਲਬ ਹੈ ਲਾਅ ਇੰਪਲੀਮੈਂਟ ਕਰਨਾ, ਠੀਕ ਹੈ। ਬਾਕੀ ਆਪਾਂ ਅੱਗੇ ਸਮਝਦੇ ਹਾਂ। ਹੁਣ ਆਪਾਂ ਪ੍ਰੈਜ਼ੀਡੈਂਟ ਦੀ ਐਗਜ਼ੈਕਟਿਵ ਪਾਵਰ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਪਾਵਰ ਹੈਗੀ ਹੈ ਹੀ ਇਜ਼ ਦਾ ਹੈਡ ਆਫ ਦਾ ਸਟੇਟ। ਆਪਾਂ ਪਹਿਲਾਂ ਵੀ ਪੜ੍ਹਿਆ ਸੀ ਇਹ ਚੀਜ਼, ਠੀਕ ਹੈ। ਹੈਡ ਆਫ ਦਾ ਸਟੇਟ ਹੈਗੇ ਨੇ ਇਹ, ਠੀਕ ਹੈ। ਆਲ ਐਗਜ਼ੈਕਟਿਵ ਫੰਕਸ਼ਨਸ ਆਰ ਕੈਰੀਡ ਇਨ ਹਿਜ਼ ਨੇਮ, ਠੀਕ ਹੈ। ਸਾਰੇ ਜਿਹੜੇ ਐਗਜ਼ੈਕਟਿਵ ਫੰਕਸ਼ਨ ਨੇ, ਹੁਣ ਤੁਹਾਨੂੰ ਦੱਸਿਆ ਮੈਂ, ਜਿਹੜੀ ਐਗਜ਼ੈਕਟਿਵ ਹੈ ਉਹ ਹੁੰਦਾ ਇੰਪਲੀਮੈਂਟੇਸ਼ਨ ਕਰਨੀ। ਆਪਾਂ ਨੂੰ ਇਹ ਚੀਜ਼ ਪਤਾ ਹੈ ਕਿ ਜਿਹੜੀ ਲੈਜਿਸਲੇਟਿਵ ਬੋਡੀ ਹੈ ਉਹ ਤਾਂ ਹੈਗੀ ਹੈ ਪਾਰਲੀਮੈਂਟ, ਠੀਕ ਹੈ ਨਾ, ਕਿ ਪਾਰਲੀਮੈਂਟ ਦੇ ਵਿੱਚ ਲਾਅ ਬਣਦੇ ਨੇ। ਜਿਹੜੀ ਐਗਜ਼ੈਕਟਿਵ ਬੋਡੀ ਆਪਾਂ ਦੇਖਦੇ ਹੁੰਦੇ ਹਾਂ ਉਹ ਹੈਗੀ ਸਰਕਾਰ, ਗਵਰਨਮੈਂਟ ਜਾਂ ਕਾਊਂਸਲ ਆਫ ਮਿਨਿਸਟਰ, ਕਿ ਜਿਹੜੀ ਸਰਕਾਰ ਹੈਗੀ, ਮੰਨ ਲਓ ਤੁਸੀਂ ਪ੍ਰਧਾਨ ਮੰਤਰੀ ਕਹਿ ਸਕਦੇ ਹੋ। ਹੁਣ ਦੇਖੋ ਕੰਮ ਤਾਂ ਦੇਖੋ ਪ੍ਰਧਾਨ ਮੰਤਰੀ ਨੇ ਕਰਨਾ ਸਾਰਾ, ਇੰਪਲੀਮੈਂਟੇਸ਼ਨ ਪਾਰਲੀਮੈਂਟ ਨੇ ਲਾਅ ਬਣਾਤਾ, ਜਿਹੜੀ ਇੰਪਲੀਮੈਂਟ ਹੈ ਉਸ ਭਾਰਤ ਸਰਕਾਰ ਕਰੇਗੀ ਜਾਂ ਪੰਜਾਬ ਸਰਕਾਰ ਕਰੇਗੀ, ਠੀਕ ਹੈ। ਕਰੇਗੀ ਤਾਂ ਦੇਖੋ ਪੰਜਾਬ ਸਰਕਾਰ। ਹੁਣ ਮੈਂ ਇਸ ਸੈਂਟੈਂਸ ਦਾ ਕੀ ਮੀਨਿੰਗ ਹੈ ਕਿ ਸਾਰੇ ਜਿਹੜੇ ਐਗਜ਼ੈਕਟਿਵ ਫੰਕਸ਼ਨਸ ਨੇ, ਸਾਰੇ ਐਗਜ਼ੈਕਟਿਵ ਫੰਕਸ਼ਨਸ ਨੇ ਉਹ ਰਾਸ਼ਟਰਪਤੀ ਦੇ ਨਾਮ ਦੇ ਵਿੱਚ ਲਏ ਜਾਣਗੇ, ਠੀਕ ਹੈ। ਰਾਸ਼ਟਰਪਤੀ ਨਾਮ ਦੇ, ਇਹਦਾ ਮਤਲਬ ਕੀ ਹੈ? ਮੰਨ ਲਓ ਅੱਜ ਕੋਈ ਨੋਟੀਫਿਕੇਸ਼ਨ ਜਾਰੀ ਕਰਤੀ ਸਰਕਾਰ ਨੇ, ਠੀਕ ਹੈ, ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤੀ, ਬਟ ਉਹਦੇ ਪਿੱਛੇ ਲਿਖਿਆ ਜਾਊਗਾ ਕਿ ਪ੍ਰੈਜ਼ੀਡੈਂਟ ਨੇ ਕੀਤਾ ਉਹ ਕੰਮ। ਹੁਣ ਤੁਸੀਂ ਐਮਰਜੈਂਸੀ ਦੀ ਐਗਜ਼ਾਮਪਲ ਲੈ ਲਓ, ਇੱਕ ਐਮਰਜੈਂਸੀ ਜਦੋਂ 1975 ਦੇ ਵਿੱਚ ਐਮਰਜੈਂਸੀ ਲੱਗੀ ਸੀਗੀ, ਠੀਕ ਹੈ, ਇੰਦਰਾ ਗਾਂਧੀ ਦੀ ਐਮਰਜੈਂਸੀ। ਹੁਣ ਉਸ ਟਾਈਮ 'ਤੇ ਕੀ ਜਿਹੜਾ ਰੇਡੀਓ ਦੇ ਵਿੱਚ ਕੀ ਬੋਲਿਆ ਗਿਆ ਸੀਗਾ ਕਿ ਜਿਹੜੇ ਰਾਸ਼ਟਰਪਤੀ ਨੇ ਐਮਰਜੈਂਸੀ ਪ੍ਰੋਕਲੇਮ ਕੀਤੀ ਕਿਹਨੇ ਸੀ? ਬੇਸਿਕਲੀ ਇੰਦਰਾ ਗਾਂਧੀ ਨੇ। ਇੰਦਰਾ ਗਾਂਧੀ ਕੌਣ ਸੀਗੇ? ਪ੍ਰਧਾਨ ਮੰਤਰੀ ਸੀਗੇ, ਠੀਕ ਹੈ। ਕੀਤੀ ਤਾਂ ਪ੍ਰਧਾਨ ਮੰਤਰੀ ਨਹੀਂ ਸੀਗੀ, ਬਟ ਰੇਡੀਓ ਦੇ ਵਿੱਚ ਕੀ ਬੋਲਿਆ ਗਿਆ, ਨਿਊਜ਼ ਦੇ ਵਿੱਚ ਕੀ ਆਇਆ ਗਿਆ ਕਿ ਪ੍ਰੈਜ਼ੀਡੈਂਟ ਹੈਜ਼ ਪ੍ਰੋਕਲੇਮਡ,
ਪ੍ਰੈਜ਼ੀਡੈਂਟ ਨੇ ਪ੍ਰੋਕਲੇਮ ਕਰਤੀ ਐਮਰਜੈਂਸੀ, ਤਾਂ ਇਹੀ ਮਤਲਬ ਹੈ ਕਿ ਜਿਹੜੇ ਸਾਰੇ ਐਗਜ਼ੈਕਟਿਵ ਫੰਕਸ਼ਨਸ ਨੇ ਉਹ ਪ੍ਰੈਜ਼ੀਡੈਂਟ ਦੇ ਨਾਮ ਨਾਲ ਲਏ ਜਾਂਦੇ ਨੇ। ਪ੍ਰੈਜ਼ੀਡੈਂਟ ਇੱਕ ਨੋਮੀਨਲ ਫਿਗਰ ਨੇਗੇ, ਠੀਕ ਹੈ ਨਾ। ਕੋਈ ਵੀ ਸੈਰੇਮੋਨੀਅਲ ਕੰਮ ਹੈ ਤਾਂ ਪ੍ਰੈਜ਼ੀਡੈਂਟ ਦੇ ਸਿਗਨੇਚਰ ਜ਼ਰੂਰੀ ਨੇਗੇ ਉਹ ਕਿਸੇ ਵੀ ਕੰਮ ਵਾਸਤੇ, ਠੀਕ ਹੈ। ਹਾਲਾਂਕਿ ਹੈਗਾ ਸਿਰਫ ਇਹ ਨਾਮ ਦੀ ਚੀਜ਼ ਹੈਗੀ, ਬਟ ਇਹ ਜ਼ਰੂਰੀ ਹੈਗੀ, ਠੀਕ ਹੈ। ਇਸੇ ਕਰਕੇ ਕਿਹਾ ਜਾਂਦਾ ਕਿ ਸਾਰੇ ਐਗਜ਼ੈਕਟਿਵ ਫੰਕਸ਼ਨ ਉਹਨਾਂ ਦੇ ਨਾਮ 'ਤੇ ਲਏ ਜਾਂਦੇ ਨੇ, ਪ੍ਰੈਜ਼ੀਡੈਂਟ ਦੇ ਨਾਮ 'ਤੇ। ਇਹੀ ਪ੍ਰੈਜ਼ੀਡੈਂਟ ਦੀ ਐਗਜ਼ੈਕਟਿਵ ਪਾਵਰ ਦੇ ਵਿੱਚ ਆ ਗਿਆ, ਠੀਕ ਹੈ। ਮਿਨਿਸਟਰੀਜ਼, ਹੁਣ ਦੇਖੋ ਆਪਾਂ ਦੇਖਦੇ ਹਾਂ ਕਿ ਮਿਨਿਸਟਰੀ ਸ਼ਫਲ ਹੋ ਗਈ, ਹੈ ਨਾ। ਕਿ ਮਤਲਬ ਪਹਿਲਾਂ ਕੋਈ ਹੋਮ ਮਿਨਿਸਟਰ ਕੋਈ ਹੋਰ ਸੀਗਾ, ਠੀਕ ਹੈ, ਫਿਰ ਕਿਸੇ ਹੋਰ ਨੂੰ ਬਣਾਤਾ ਹੋਮ ਮਿਨਿਸਟਰ। ਫਾਈਨਾਂਸ ਮਿਨਿਸਟਰ ਪਹਿਲਾਂ ਕੋਈ ਹੋਰ ਸੀ, ਕੋਈ ਹੋਰ ਬਣਾਤਾ। ਰਕਸ਼ਾ ਮੰਤਰੀ ਕੋਈ ਹੋਰ ਬਣਾਤਾ। ਤਾਂ ਜਿਹੜੀ ਇਹ ਸ਼ਫਲ ਹੈਗੀ ਇੱਧਰ ਉੱਧਰ ਕਰਨਾ ਹੈਗਾ ਮਿਨਿਸਟਰੀਜ਼ ਨਾਲ, ਜਾਂ ਨਵੀਆਂ ਮਿਨਿਸਟਰੀਆਂ ਬਣਾਉਣੀਆਂ, ਜਾਂ ਹੁਣ ਮਿਨਿਸਟਰੀ ਦਾ ਨਾਮ ਚੇਂਜ ਕਰਨਾ, ਜਿਵੇਂ HRD ਮਿਨਿਸਟਰੀ ਸੀਗੀ, ਠੀਕ ਹੈ, HRD, ਉਹਨੂੰ ਆਪਾਂ ਮਿਨਿਸਟਰੀ ਆਫ ਐਜੂਕੇਸ਼ਨ ਬਣਾਤਾ ਦੁਬਾਰਾ ਫਿਰ। ਤਾਂ ਇਹ ਜਿਹੜੇ ਸਾਰੇ ਫੰਕਸ਼ਨਸ ਨੇ ਇਹ ਵੀ ਪ੍ਰੈਜ਼ੀਡੈਂਟ ਦੀ ਐਗਜ਼ੈਕਟਿਵ ਪਾਵਰ ਦੇ ਵਿੱਚ ਆਉਂਦਾ। ਹੁਣ ਦੇਖੋ ਅਗੇਨ ਇਹ ਸਾਰਾ ਕੁਝ ਕਰਦਾ ਕੌਣ ਹੈ? ਬੇਸਿਕਲੀ ਔਨ ਗਰਾਊਂਡ ਤਾਂ ਪ੍ਰਧਾਨ ਮੰਤਰੀ ਹੀ ਕਰ ਰਹੇ ਹੁੰਦੇ ਨੇ। ਪ੍ਰਧਾਨ ਮੰਤਰੀ ਦਾ ਹੀ ਡੋਮੇਨ ਹੈ ਕਿ ਕਿਸੇ ਨੂੰ ਵੀ ਕੋਈ ਵੀ ਮੰਤਰਾਲੇ ਦੇਣਾ ਹੈ, ਮੰਤਰਾਲੇ ਦਾ ਨਾਮ ਚੇਂਜ ਕਰਨਾ ਹੈ, ਇਹ ਸਾਰਾ ਕੁਝ ਪ੍ਰਧਾਨ ਮੰਤਰੀ ਦਾ ਡੋਮੇਨ ਹੈ। ਬਟ ਔਨ ਪੇਪਰ ਕਾਗਜ਼ਾਂ ਦੇ ਵਿੱਚ ਕੀ ਹੁੰਦਾ ਹੈ ਕਿ ਇੱਥੇ ਵੀ ਰਾਸ਼ਟਰਪਤੀ ਦਾ ਨਾਮ ਲਿਖਿਆ ਜਾਂਦਾ ਹੈ ਕਿ ਰਾਸ਼ਟਰਪਤੀ ਨੇ ਇੱਦਾਂ ਕੀਤਾ, ਸ਼ਫਲ ਕਰਤੀ। ਇਹਦਾ ਇੱਕ ਆਰਟੀਕਲ 77 ਆਉਂਦਾ, ਜ਼ਿਆਦਾ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈਗਾ, ਵੈਸੇ ਕਹਿ ਰਿਹਾ ਮੈਂ। ਆਰਟੀਕਲ 77 ਦੇ ਅੰਡਰ ਮਿਨਿਸਟਰੀਜ਼ ਬਣਦੀਆਂ ਨੇ, ਟੁੱਟਦੀਆਂ ਨੇ, ਨਾਮ ਚੇਂਜ ਹੁੰਦੇ ਨੇ, ਮੰਤਰੀ ਚੇਂਜ ਹੁੰਦੇ ਨੇ। ਇਹ ਸਾਰਾ ਕੁਝ ਆਰਟੀਕਲ 77 ਦੇ ਅੰਡਰ ਹੁੰਦਾ ਹੈ। ਕੌਣ ਕਰਦਾ ਇਹ? ਬੇਸਿਕਲੀ ਪੇਪਰ ਦੇ ਉੱਪਰ ਪ੍ਰੈਜ਼ੀਡੈਂਟ ਕਰਦਾ ਹੈ। ਐਕਚੁਅਲੀ ਕੌਣ ਕਰ ਰਿਹਾ ਹੁੰਦਾ? ਪ੍ਰਾਈਮ ਮਿਨਿਸਟਰ ਕਰ ਰਹੇ ਹੁੰਦੇ ਨੇ, ਠੀਕ ਹੈ। ਹੁਣ ਹੋਰ ਜਿਹੜੇ ਐਗਜ਼ੈਕਟਿਵ ਫੰਕਸ਼ਨਸ ਨੇਗੇ ਪ੍ਰੈਜ਼ੀਡੈਂਟ ਦੇ, ਉਹ ਹੈਗੇ ਨੇ ਅਪਾਇੰਟਮੈਂਟਸ। ਕੁਝ ਅਪਾਇੰਟਮੈਂਟਸ ਨੇ ਜਿਹੜੀਆਂ ਉਹ ਰਾਸ਼ਟਰਪਤੀ ਸਾਹਿਬ ਕਰਦੇ ਨੇਗੇ। ਅਪਾਇੰਟਮੈਂਟ ਮਤਲਬ ਕਿ ਕਿਸੇ ਲੋਕਾਂ ਨੂੰ ਅਪਾਇੰਟ ਕਰਨਾ, ਆਪਣੇ ਕੰਮ 'ਤੇ ਰੱਖਣਾ ਸਿੰਪਲੀ। ਸਭ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ, ਠੀਕ ਹੈ। ਅਗੇਨ ਦੇਖੋ ਸਾਰੇ ਜਿਹੜੇ ਫੰਕਸ਼ਨਸ ਨੇ ਪ੍ਰੈਜ਼ੀਡੈਂਟ ਦੇ ਉਹ ਸਿਰਫ ਨੋਮੀਨਲ ਨੇ, ਸਿਰਫ ਨਾਮ ਦੇ ਨੇ, ਠੀਕ ਹੈ ਨਾ। ਬਲਕਿ ਈਵਨ ਕਿ ਰਬਰ ਸਟੈਂਪ ਕਿਹਾ ਜਾਂਦਾ। ਕਈ ਲੋਕ ਜਿਹੜੇ ਹੈਗੇ ਨੇ, ਕਈ ਜਿਹੜੇ ਸਾਡੇ ਕੌਨਸਟੀਟਿਊਸ਼ਨਲ ਐਕਸਪਰਟਸ ਨੇ, ਉਹ ਰਬਰ ਸਟੈਂਪ ਕਹਿੰਦੇ ਨੇ ਪ੍ਰੈਜ਼ੀਡੈਂਟ ਨੂੰ, ਕਿ ਸਿਰਫ ਉਹ ਮੋਹਰ ਲਾਉਣ ਦੇ ਲਈ ਨੇਗੇ, ਠੀਕ ਹੈ ਨਾ। ਮੋਹਰ ਲਾਉਂਦੇ ਨੇ ਜਿਹੜੇ ਰਾਸ਼ਟਰਪਤੀ ਨੇਗੇ, ਠੀਕ ਹੈ। ਤਾਂ ਕੰਮ ਸਾਰਾ ਕੁਝ ਸਰਕਾਰ ਕਰਦੀ ਹੁੰਦੀ ਹੈ, ਬਸ ਜਿਹੜੇ ਰਾਸ਼ਟਰਪਤੀ ਉਹਨਾਂ ਦੇ ਸਿਗਨੇਚਰ ਚੱਲਦੇ ਨੇ ਹਰ ਥਾਂ 'ਤੇ। ਹੁਣ ਅਪਾਇੰਟਮੈਂਟਸ ਵਿੱਚ ਕਿਹਦੀ ਅਪਾਇੰਟਮੈਂਟ? ਪ੍ਰਧਾਨ ਮੰਤਰੀ ਦੀ, ਕਾਊਂਸਲ ਆਫ ਮਿਨਿਸਟਰਸ ਦੀ, ਮਤਲਬ ਸਾਰੀਆਂ ਮਿਨਿਸਟਰੀਜ਼ ਦੀ, ਠੀਕ ਹੈ। ਅਟਾਰਨੀ ਜਨਰਲ, CAG, UPSC ਦੇ ਮੈਂਬਰਸ, ਇਲੈਕਸ਼ਨ ਕਮਿਸ਼ਨ ਦੇ ਮੈਂਬਰਸ, ਸਾਰੇ ਜੱਜਿਸ, ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ, ਈਵਨ ਕਿ ਗਵਰਨਰਸ। ਤਾਂ ਇਹਨਾਂ ਸਾਰਿਆਂ ਦੀ ਅਪਾਇੰਟਮੈਂਟਸ ਹੈ ਜਿਹੜੀ ਉਹ ਵੀ ਰਾਸ਼ਟਰਪਤੀ ਕਰਦੇ ਨੇ। ਅਗੇਨ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਬੇਸਿਕਲੀ ਕੰਮ ਸਾਰਾ ਸਰਕਾਰ ਕਰ ਰਹੀ ਹੁੰਦੀ ਹੈ, ਪ੍ਰਧਾਨ ਮੰਤਰੀ ਕਰ ਰਹੇ ਹੁੰਦੇ ਨੇ, ਬਟ ਨਾਮ ਕਿਹਦਾ ਆਉਂਦਾ ਹੈਗਾ? ਪ੍ਰੈਜ਼ੀਡੈਂਟ ਦਾ। ਹੁਣ ਆਪਾਂ ਦੇਖੋ ਇੱਥੇ ਪ੍ਰਧਾਨ ਮੰਤਰੀ ਦੀ ਅਪਾਇੰਟਮੈਂਟ ਦੀ ਗੱਲ ਕੀਤੀ ਹੈਗੀ। ਦੇਖੋ ਇਲੈਕਸ਼ਨ ਤਾਂ ਆਪਾਂ ਕਰਦੇ ਹਾਂ, ਠੀਕ ਹੈ, ਆਪਾਂ ਪਹਿਲਾਂ ਵੀ ਕਰਕੇ ਹਟੇ ਹਾਂ ਕਿ ਜਿਹੜੇ ਜਨਰਲ ਇਲੈਕਸ਼ਨਸ ਨੇਗੇ, ਲੋਕ ਸਭਾ ਦੇ ਇਲੈਕਸ਼ਨਸ ਨੇ, ਆਪਾਂ ਇਲੈਕਟ ਕਰਕੇ ਸਰਕਾਰ ਬਣਾਉਂਦੇ ਹਾਂ, ਜਾਂ ਆਪਾਂ MP ਚੁਣਦੇ ਹਾਂ, ਜਿਹੜੇ ਸਭ ਤੋਂ ਜ਼ਿਆਦਾ MP ਨੰਬਰਸ ਨੇਗੇ ਪਾਰਲੀਮੈਂਟ ਦੇ ਵਿੱਚ, ਉਹ ਫਿਰ ਉਹ ਸਰਕਾਰ ਬਣਾਉਣਗੇ, ਗਵਰਨਮੈਂਟ ਬਣਾਉਣਗੇ, ਅਤੇ ਉਹਨਾਂ ਦਾ ਹੀ ਜਿਹੜਾ ਹੈੱਡ ਹੈਗਾ ਉਹ PM ਬਣੇਗਾ, ਠੀਕ ਹੈ ਨਾ, ਉਸ ਪਾਰਟੀ ਦਾ। ਤਾਂ ਇੱਕ ਨੈਚੁਰਲ ਜਿਹਾ ਪ੍ਰੋਸੈਸ ਹੈ। ਬਟ ਅਗੇਨ ਜਿਹੜਾ ਫਾਈਨਲੀ ਅਪਾਇੰਟਮੈਂਟ ਲੈਟਰ ਦੇਣਾ ਹੈਗਾ, ਆਪਾਂ ਨੇ ਤਾਂ ਇਲੈਕਸ਼ਨ ਕਰਤਾ, ਆਪਾਂ ਜਿਹੜੇ 18+ ਲੋਕ ਹਾਂ ਅਸੀਂ ਇਲੈਕਸ਼ਨ ਕਰਤਾ, ਬਟ ਫਾਈਨਲੀ ਜਿਹੜਾ ਅਪਾਇੰਟਮੈਂਟ ਲੈਟਰ ਹੈਗਾ ਜੇ ਕੋਈ ਦੇਊਗਾ ਤਾਂ ਉਹ ਕੌਣ ਦੇਊਗਾ ਪ੍ਰਧਾਨ ਮੰਤਰੀ ਨੂੰ? ਉਹ ਦੇਣਗੇ ਪ੍ਰੈਜ਼ੀਡੈਂਟ, ਠੀਕ ਹੈ। ਇਹ ਥੋੜ੍ਹਾ ਜਿਹਾ ਸਮਝਣ ਵਾਲੀ ਚੀਜ਼ ਹੈਗੀ ਕਿ ਪ੍ਰੈਜ਼ੀਡੈਂਟ ਦੀ ਆਪਾਂ ਅਪਾਇੰਟਮੈਂਟ ਵੀ ਆਪਾਂ ਕਹਾਂਗੇ ਕਿ ਰਾਸ਼ਟਰਪਤੀ ਕਰਦੇ ਨੇ। ਚਲੋ ਜੀ, ਇਹ ਸਾਡੀਆਂ ਸੀਗੀਆਂ ਐਗਜ਼ੈਕਟਿਵ ਪਾਵਰਸ। ਹੁਣ ਆਪਾਂ ਕਰਦੇ ਹਾਂ ਲੈਜਿਸਲੇਟਿਵ ਪਾਵਰਸ। ਅਗੇਨ ਲੈਜਿਸਲੇਟਿਵ ਤੋਂ ਖੇਰ ਕੀ ਮਤਲਬ ਆ ਗਿਆ? ਕਾਨੂੰਨ ਬਣਾਉਣ ਵਾਲੀਆਂ, ਜਾਂ ਕਾਨੂੰਨ ਦੇ ਨਾਲ ਰਿਲੇਟਿਡ, ਉਹਦੇ ਨਾਲ ਸੰਬੰਧਿਤ ਕੁਛ ਨਾ ਕੁਛ, ਠੀਕ ਹੈ। ਜਾਂ ਪਾਰਲੀਮੈਂਟ ਦੇ ਨਾਲ ਸੰਬੰਧਿਤ, ਪਾਰਲੀਮੈਂਟ, ਕਿਉਂਕਿ ਪਾਰਲੀਮੈਂਟ ਦੇ ਵਿੱਚ ਕੀ ਹੁੰਦਾ? ਲਾਅ ਮੇਕਿੰਗ ਹੀ ਹੁੰਦੀ ਹੈਗੀ ਹੈ, ਠੀਕ ਹੈ। ਤਾਂ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਕੁਛ ਨਾ ਕੁਛ ਲੈਜਿਸਲੇਟਿਵ ਪਾਵਰਸ ਵੀ ਹੈਗੀਆਂ ਨੇ। ਤਾਂ ਪਾਰਲੀਮੈਂਟ ਦੇ ਨਾਲ ਵੀ ਕੁਛ ਨਾ ਕੁਛ ਰਿਲੇਟਡ ਹੈਗਾ। ਸਭ ਤੋਂ ਪਹਿਲਾਂ ਤਾਂ ਕੀ ਹੈ ਕਿ ਐਡਰੈਸਿਸ, ਜਿਹੜਾ ਪ੍ਰੈਜ਼ੀਡੈਂਟ ਨੇਗੇ ਉਹ ਪਾਰਲੀਮੈਂਟ ਦੇ ਸੈਸ਼ਨ ਨੂੰ ਐਡਰੈਸ ਕਰਦੇ ਨੇਗੇ, ਠੀਕ ਹੈ, ਐਡਰੈਸ ਕਰਦੇ ਨੇ। ਇੱਕ ਚੀਜ਼ ਹੋਰ ਧਿਆਨ ਨਾਲ ਦੇਣ ਵਾਲੀ ਚੀਜ਼ ਹੈਗੀ, ਹੀ ਇਜ਼ ਐਨ ਇੰਟੀਗਰਲ ਪਾਰਟ। ਜਿਹੜੇ ਪ੍ਰੈਜ਼ੀਡੈਂਟ ਨੇ ਉਹ ਇੱਕ ਪਾਰਟ ਆਫ ਪਾਰਲੀਮੈਂਟ ਨੇਗੇ। ਜੇ ਤੁਹਾਨੂੰ ਕੋਈ ਪੁੱਛੇ ਕਿ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਆਉਂਦਾ ਹੈ, ਪਾਰਲੀਮੈਂਟ ਦੇ ਵਿੱਚ 3 ਚੀਜ਼ਾਂ ਆਉਂਦੀਆਂ ਨੇਗੀਆਂ, ਲੋਕ ਸਭਾ, ਰਾਜ ਸਭਾ। ਇਹ ਦੋਨੇ ਹਾਊਸਿਸ ਆਪਾਂ ਨੂੰ ਪਤਾ ਹੈ। ਤੀਜੀ ਜਿਹੜੀ ਚੀਜ਼ ਹੈ ਉਹ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਇਹ 3 ਚੀਜ਼ਾਂ ਮਿਲ ਕੇ ਹੀ ਪਾਰਲੀਮੈਂਟ ਬਣਾਉਂਦੀਆਂ ਨੇਗੀਆਂ, ਧਿਆਨ ਰੱਖਣਾ ਹੈ। ਦੇਖੋ ਪ੍ਰੈਜ਼ੀਡੈਂਟ ਕੋਈ ਮੈਂਬਰ ਨਹੀਂ ਹੈਗੇ ਪਾਰਲੀਮੈਂਟ ਦੇ। ਮੈਂਬਰ ਆਫ ਪਾਰਲੀਮੈਂਟ ਕੌਣ ਹੁੰਦੇ ਨੇ? MP ਹੁੰਦੇ ਨੇ ਉਹ ਤਾਂ, ਠੀਕ ਹੈ। ਪ੍ਰੈਜ਼ੀਡੈਂਟ ਕੋਈ ਮੈਂਬਰ ਨਹੀਂ ਹੈਗੇ, ਬਲਕਿ ਪ੍ਰੈਜ਼ੀਡੈਂਟ ਪਾਰਟ ਨੇਗੇ। ਬਹੁਤ ਧਿਆਨ ਨਾਲ ਸਮਝਣ ਵਾਲੀ ਚੀਜ਼ ਹੈਗੀ। ਪ੍ਰੈਜ਼ੀਡੈਂਟ ਇਜ਼ ਅ ਪਾਰਟ ਆਫ ਪਾਰਲੀਮੈਂਟ, ਇੰਟੀਗਰਲ ਪਾਰਟ ਆਫ ਪਾਰਲੀਮੈਂਟ, ਠੀਕ ਹੈ ਨਾ। ਇਹ ਵੀ ਸਮਝ ਸਕਦੇ ਆਪਾਂ ਇਸ ਚੀਜ਼ ਤੋਂ। ਇਸੇ ਕਰਕੇ ਜਿਹੜੇ ਸੈਸ਼ਨਸ ਨੇਗੇ ਪਾਰਲੀਮੈਂਟ ਦੇ, ਉਹਨਾਂ ਨੂੰ ਐਡਰੈਸ ਕਰ ਸਕਦੇ ਨੇ ਜਿਹੜੇ ਪ੍ਰੈਜ਼ੀਡੈਂਟ ਨੇਗੇ। ਐਡਰੈਸ ਕਰਨਾ ਮਤਲਬ ਸਿੰਪਲੀ ਮਤਲਬ ਸਪੀਚ ਦੇਣੀ ਸੀ। ਤੁਸੀਂ ਸਪੀਚ ਦੇਣ ਤੋਂ ਸਮਝ ਸਕਦੇ ਹੋ ਕਿ ਪਾਰਲੀਮੈਂਟ ਦੇ ਵਿੱਚ ਸਪੀਚ ਦੇ ਸਕਦੇ ਨੇ। ਅਗੇਨ ਮੈਂ ਕਹਿ ਰਿਹਾ, ਮੈਂਬਰ ਨਹੀਂ ਹੈਗੇ ਪਾਰਲੀਮੈਂਟ ਦੇ, ਮੈਂਬਰ ਨਹੀਂ ਹੈਗੇ ਜਿਹੜੇ ਪ੍ਰੈਜ਼ੀਡੈਂਟ ਨੇ, ਪ੍ਰੈਜ਼ੀਡੈਂਟ ਪਾਰਟ ਨੇਗੇ।
ਹੁਣ ਹੋਰ ਜਿਹੜੀਆਂ ਲੈਜਿਸਲੇਟਿਵ ਪਾਵਰਸ ਨੇ ਉਹ ਕਿਹੜੀਆਂ ਨੇ, ਹੀ ਕੈਨ ਸਮਨ ਜਾਂ ਪ੍ਰੋਰੋਗ ਦਾ ਹਾਊਸ। ਦੇਖੋ ਇਹਨਾਂ ਦੇ ਜਿਹੜੇ ਮੀਨਿੰਗ ਨੇ ਉਹ ਆਪਾਂ ਬੇਸਿਕਲੀ ਪਾਰਲੀਮੈਂਟ ਵਾਲੇ ਚੈਪਟਰ ਦੇ ਵਿੱਚ ਹੀ ਸਮਝਾਂਗੇ। ਤੁਸੀਂ ਸਿੰਪਲੀ ਲੇਮੈਨ ਲੈਂਗੁਏਜ ਦੇ ਵਿੱਚ ਹੁਣ ਲਈ ਸਮਝ ਸਕਦੇ ਹੋ ਕਿ ਜਦੋਂ ਪਾਰਲੀਮੈਂਟ ਨੂੰ ਬੁਲਾਉਣਾ ਹੈਗਾ, ਪਾਰਲੀਮੈਂਟ ਨੂੰ ਕਹਿਣਾ ਵੀ ਤੁਸੀਂ ਆ ਕੇ ਬੈਠੋ ਜਿਹੜੇ ਐਮਪੀਜ਼ ਨੇ, ਜਾਂ ਫਿਰ ਜਦੋਂ ਬੈਠੇ ਨੇ ਉਹਨਾਂ ਨੂੰ ਉਦੋਂ ਖਾਰਿਜ ਕਰਨਾ ਕਿ ਜਾਓ ਤੁਸੀਂ ਘਰੇ ਜਾਓ ਆਪਣੇ, ਠੀਕ ਹੈ, ਹੁਣ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ। ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਵੀ ਰਾਸ਼ਟਰਪਤੀ ਦਾ ਡੋਮੇਨ ਹੈਗਾ ਕਰਨ ਦਾ, ਪ੍ਰੈਜ਼ੀਡੈਂਟ ਦਾ ਡੋਮੇਨ ਹੈ। ਇਹ ਵੀ ਪ੍ਰੈਜ਼ੀਡੈਂਟ ਦੀਆਂ ਲੈਜਿਸਲੇਟਿਵ ਪਾਵਰ ਦੇ ਵਿੱਚ ਆ ਜਾਂਦਾ ਹੈ ਕਿ ਪਾਰਲੀਮੈਂਟ ਨੂੰ ਬੁਲਾਉਣਾ ਜਾਂ ਪਾਰਲੀਮੈਂਟ ਨੂੰ ਸਥਗਿਤ ਕਰਨਾ, ਠੀਕ ਹੈ। ਇਹ ਚੀਜ਼ਾਂ ਈਵਨ ਕਿ ਡਿਜ਼ੋਲਵ ਦਾ ਲੋਕ ਸਭਾ, ਜਦੋਂ ਦੇਖੋ ਟਰਮ ਪੂਰੀ ਹੋ ਜਾਂਦੀ ਹੈਗੀ ਲੋਕ ਸਭਾ ਦੀ 5 ਸਾਲ ਦੀ, ਪ੍ਰਧਾਨ ਨਵੇਂ ਇਲੈਕਸ਼ਨ ਚੁਣੇ, ਜਨਰਲ ਇਲੈਕਸ਼ਨ ਹੁੰਦੇ ਨੇਗੇ, ਤਾਂ ਉਦੋਂ ਜਿਹੜੀ ਪੁਰਾਣੀ ਲੋਕ ਸਭਾ ਉਹ ਤਾਂ ਡਿਜ਼ੋਲਵ ਹੋਊਗੀ, ਇਸ 'ਚ ਤਾਂ ਦੋ ਰਾਏ ਹੈ ਨਹੀਂ ਗੀ। ਤਾਂ ਜਿਹੜੀ ਇਹ ਡਿਜ਼ੋਲਵ ਹੈਗੀ ਇਹ ਵੀ ਰਾਸ਼ਟਰਪਤੀ ਹੀ ਕਰਦੇ ਨੇ, ਠੀਕ ਹੈ, ਹੀ ਡਿਜ਼ੋਲਵ ਦਾ ਲੋਕ ਸਭਾ। ਬਾਕੀ ਡਿਟੇਲ ਮੀਨਿੰਗ ਓਬਵੀਅਸਲੀ ਪਾਰਲੀਮੈਂਟ ਵਾਲੇ ਚੈਪਟਰ ਦੇ ਵਿੱਚ ਹੀ ਕਰਾਂਗੇ ਆਪਾਂ। ਹੋਰ ਕੀ ਪਾਵਰਸ ਨੇ, ਨੋਮੀਨੇਸ਼ਨ ਆਫ ਮੈਂਬਰਸ। ਦੇਖੋ ਰਾਜ ਸਭਾ ਦੇ ਵਿੱਚ 12 ਮੈਂਬਰਸ ਹੁੰਦੇ ਨੇ ਜਿਹੜੇ ਕਿ ਨੋਮੀਨੇਟਡ ਹੁੰਦੇ ਨੇ। ਆਪਾਂ ਪਹਿਲਾਂ ਕਰਕੇ ਹਟੇ ਹਾਂ ਕਿ ਦੋ ਤਰ੍ਹਾਂ ਦੇ ਐਮਪੀਜ਼ ਹੁੰਦੇ ਨੇ, ਇਲੈਕਟਡ ਪਲੱਸ ਨੋਮੀਨੇਟਡ, ਠੀਕ ਹੈ। ਜਿਹੜੇ ਨੋਮੀਨੇਟਡ ਨੇ ਇਹ ਰਾਜ ਸਭਾ ਦੇ ਵਿੱਚ ਹੈਗੇ ਨੇ 12 ਮੈਂਬਰਸ ਨੇਗੇ, ਠੀਕ ਹੈ। ਤਾਂ ਇਹਨਾਂ ਨੂੰ ਵੀ ਨੋਮੀਨੇਟ ਜਿਹੜੇ ਕਰਦੇ ਨੇ ਉਹ ਰਾਸ਼ਟਰਪਤੀ ਹੀ ਕਰਦੇ ਨੇ, ਠੀਕ ਹੈ। ਦੇਖੋ ਰਾਜ ਸਭਾ ਦੇ ਵਿੱਚ ਮੈਕਸਿਮਮ ਜਿਹੜੀ ਸਟਰੈਂਥ ਹੈਗੀ ਹੈ 250 ਦੀ ਹੈਗੀ ਹੈ, ਉਹਦੇ ਵਿੱਚ 238 ਨੇ ਜਿਹੜੇ ਉਹ ਇਲੈਕਟਡ ਨੇ ਇਨਡਾਇਰੈਕਟਲੀ, ਉਹ ਵੀ ਆਪਾਂ ਦੇਖਾਂਗੇ ਕਿਵੇਂ, ਤੇ ਜਿਹੜੇ 12 ਨੇ ਉਹ ਨੋਮੀਨੇਟਡ ਮੈਂਬਰਸ ਨੇ ਜਿਹੜੇ ਕਿ ਰਾਸ਼ਟਰਪਤੀ ਨੋਮੀਨੇਟ ਕਰਦੇ ਨੇਗੇ। ਦੇਖੋ ਸਮਝ ਮਤਲਬ ਡਿਫਰੈਂਸ ਸਮਝ ਆ ਰਿਹਾ ਨਾ ਇਲੈਕਸ਼ਨ ਤੇ ਨੋਮੀਨੇਸ਼ਨ ਦੇ ਵਿੱਚ। ਇਲੈਕਸ਼ਨ ਤਾਂ ਬੇਸਿਕਲੀ ਜਦੋਂ ਕੁਛ ਲੋਕ ਚੁਣ ਕੇ, ਜੇ ਮੰਨ ਲਓ 100 ਬੰਦਿਆਂ ਦਾ ਇਕੱਠ ਹੈ, 100 ਬੰਦੇ ਇੱਕ ਬੰਦੇ ਨੂੰ ਚੁਣ ਕੇ ਕਹਿੰਦੇ ਨੇ ਵੀ ਹਾਂ ਤੁਸੀਂ ਸਾਨੂੰ ਰਿਪਰੈਜ਼ੈਂਟ ਕਰੋ, ਇਹ ਤਾਂ ਹੋ ਗਿਆ ਇਲੈਕਸ਼ਨ। ਨੋਮੀਨੇਸ਼ਨ ਦਾ ਕੀ ਮਤਲਬ ਹੈ ਕਿ ਕੋਈ ਇੱਕ ਬੰਦਾ ਹੈ, ਕੋਈ ਵੱਡਾ ਬੰਦਾ, ਹੈੱਡ ਬੰਦਾ ਹੈ, ਉਸਨੇ ਆਪਣੇ ਕਿਸੇ ਹੋਰ ਬੰਦੇ ਨੂੰ, ਦੇਖੋ ਜ਼ਿਆਦਾ ਵਧੀਆ ਲੈਂਗੁਏਜ ਮੈਂ ਯੂਜ਼ ਕਰ ਰਿਹਾ, ਠੀਕ ਹੈ, ਲੇਮੈਨ ਦੀ ਤਰ੍ਹਾਂ ਇੱਕ ਲੈਂਗੁਏਜ ਯੂਜ਼ ਕਰ ਰਿਹਾ ਮੈਂ ਤੁਹਾਨੂੰ ਸਮਝਾਉਣ ਲਈ। ਕੋਈ ਇੱਕ ਵਧੀਆ ਬੰਦਾ ਹੈ, ਹੈੱਡ ਬੰਦਾ ਹੈ, ਮੰਨ ਲਓ ਪ੍ਰੈਜ਼ੀਡੈਂਟ ਹੈ, ਉਹ ਕਿਸੇ ਆਪਣੇ ਕੋਈ ਨੁਮਾਇੰਦੇ ਨੂੰ ਜਾਂ ਆਪਣੇ ਕਿਸੇ ਹੋਰ ਬੰਦੇ ਨੂੰ ਜਿਹੜਾ ਕਿ ਉਹਨੂੰ ਲੱਗਦਾ ਕਿ ਸਹੀ ਹੈ ਉਸ ਪੋਜੀਸ਼ਨ ਲਈ, ਉਸ ਨੂੰ ਬਿਠਾ ਦਿੰਦਾ ਸਿੰਪਲੀ। ਕੋਈ ਇਲੈਕਸ਼ਨ ਇਨਵੋਲਵਡ ਨਹੀਂ ਹੈਗਾ ਇਹਦੇ ਵਿੱਚ ਕਿ ਕਈ ਲੋਕ ਇਕੱਠੇ ਹੋ ਕੇ ਇਲੈਕਟ ਕਰਦੇ ਨੇ। ਸਿੰਪਲੀ ਇੱਕ ਹੈੱਡ ਬੰਦਾ ਜਿਹੜਾ ਉਹ ਆਪਣੇ ਕਿਸੇ ਬੰਦੇ ਨੂੰ ਨੋਮੀਨੇਟ ਕਰ ਦਿੰਦਾ ਹੈ। ਆਪਣੇ ਕਿਸੇ ਬੰਦੇ ਨੂੰ ਮਤਲਬ ਕੋਈ ਉਹ ਕ੍ਰਾਈਟੇਰੀਆ ਹੁੰਦਾ, ਓਬਵੀਅਸ ਜੀ ਗੱਲ ਹੈ, ਠੀਕ ਹੈ, ਕਿ ਕੁਝ ਫੀਲਡ ਦੇ ਲੋਕ ਨੇ, ਮੰਨ ਲਓ ਕੋਈ ਕਿਸੇ ਫੀਲਡ ਦੇ ਵਿੱਚ, ਕੋਈ ਸਪੋਰਟਸ ਦੇ ਵਿੱਚ, ਕੋਈ ਆਰਟਸ ਦੇ ਵਿੱਚ, ਸਾਇੰਸ ਦੇ ਵਿੱਚ ਕਿਸੇ ਨੇ ਕੋਈ ਵਧੀਆ ਕੰਮ ਕੀਤਾ ਹੋਇਆਗਾ ਸੋਸਾਇਟੀ ਦੇ ਵਿੱਚ, ਤਾਂ ਇਹੋ ਜਿਹੇ ਜਿਹੜੇ ਬੰਦੇ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰ ਸਕਦੇ ਨੇ। ਕਿੰਨੇ ਮੈਕਸਿਮਮ ਕਿੰਨੇ 12 ਮੈਂਬਰਸ ਨੇ ਜਿਹੜੇ ਉਹਨਾਂ ਨੂੰ ਨੋਮੀਨੇਟ ਕਰ ਸਕਦੇ ਨੇ। ਤਾਂ ਇਹ ਵੀ ਜਿਹੜੀ ਹੈ ਪ੍ਰੈਜ਼ੀਡੈਂਟ ਦੀ, ਰਾਸ਼ਟਰਪਤੀ ਦੀ ਲੈਜਿਸਲੇਟਿਵ ਪਾਵਰ ਦੇ ਵਿੱਚ ਆ ਜਾਂਦਾ ਹੈ। ਇੱਕ ਹੋਰ ਪਾਵਰ ਕੀ ਹੈ ਜੀ, ਅਸੈਂਟ ਟੂ ਬਿਲਸ। ਦੇਖੋ ਹੁਣ ਤੁਹਾਨੂੰ ਮੈਂ ਦੱਸਿਆ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਇਹ ਇੰਟੀਗਰਲ ਪਾਰਟ ਨੇ ਪਾਰਲੀਮੈਂਟ ਦੇ। ਇੱਥੋਂ ਆਪਾਂ ਕੀ ਸਮਝਦੇ ਹਾਂ, ਦੇਖੋ ਆਪਾਂ ਨੂੰ ਲਾਅ ਮੇਕਿੰਗ ਪਤਾ ਹੈ, ਲਾਅ ਮੇਕਿੰਗ ਕਿਵੇਂ ਹੁੰਦੀ ਹੈ ਕਿ ਪਹਿਲਾਂ ਇੱਕ ਹਾਊਸ ਪਾਸ ਕਰਦਾ ਕੋਈ ਬਿੱਲ, ਫਿਰ ਦੂਜਾ ਹਾਊਸ ਪਾਸ ਕਰਦਾ ਹੈ। ਦੋਨੇ ਹਾਊਸਿਸ ਪਾਸ ਕਰਨ ਤੋਂ ਬਾਅਦ ਜਿਹੜਾ ਬਿੱਲ ਹੈਗਾ ਉਹ ਰਾਸ਼ਟਰਪਤੀ ਕੋਲ ਆਉਂਦਾ ਹੈ ਉਹਨਾਂ ਦੇ ਸਿਗਨੇਚਰ ਵਾਸਤੇ। ਸਿਰਫ ਪ੍ਰੈਜ਼ੀਡੈਂਟ ਦੇ ਸਿਗਨੇਚਰ ਤੋਂ ਬਾਅਦ ਹੀ ਕੋਈ ਜਿਹੜਾ ਬਿੱਲ ਹੈ ਉਹ ਐਕਟ ਬਣੇਗਾ, ਠੀਕ ਹੈ ਨਾ। ਇਸੇ ਕਰਕੇ ਦੇਖੋ ਪਾਰਲੀਮੈਂਟ ਦਾ ਫੰਕਸ਼ਨ ਕੀ ਹੈ, ਲਾਅ ਮੇਕਿੰਗ, ਠੀਕ ਹੈ ਨਾ, ਲਾਅ ਮੇਕਿੰਗ। ਹੁਣ ਜਦੋਂ ਲਾਅ ਮੇਕਿੰਗ ਹੀ ਪ੍ਰੈਜ਼ੀਡੈਂਟ ਦੇ ਉੱਪਰ ਡਿਪੈਂਡੈਂਟ ਹੈ ਤਾਂ ਓਬਵੀਅਸ ਜੀ ਗੱਲ ਹੈ ਪ੍ਰੈਜ਼ੀਡੈਂਟ ਬਹੁਤ ਮਹੱਤਵ ਰੱਖਦੇ ਨੇ ਪਾਰਲੀਮੈਂਟ ਦੇ ਵਿੱਚ। ਇਸੇ ਕਰਕੇ ਉਹਨਾਂ ਨੂੰ ਇੰਟੀਗਰਲ ਪਾਰਟ ਕਿਹਾ ਜਾਂਦਾ ਹੈ ਕਿ ਪ੍ਰੈਜ਼ੀਡੈਂਟ ਦੇ ਸਿਗਨੇਚਰ ਤੋਂ ਬਿਨਾ ਕੋਈ ਲਾਅ ਐਕਟ ਬਣ ਹੀ ਨਹੀਂ ਸਕਦਾ। ਕੋਈ ਬਿੱਲ ਹੈ ਜਿਹੜਾ ਉਹ ਐਕਟ ਨਹੀਂ ਬਣ ਸਕਦਾ ਪ੍ਰੈਜ਼ੀਡੈਂਟ ਦੇ ਸਾਈਨ ਤੋਂ ਬਿਨਾ। ਇਸੇ ਕਰਕੇ ਪ੍ਰੈਜ਼ੀਡੈਂਟ ਦੇ ਕੋਲ ਆਪਸ਼ਨਸ ਹੁੰਦਾ ਹੈ ਕਿ ਅਸੈਂਟ ਟੂ ਬਿਲਸ, ਕਿ ਜਿਹੜੇ ਬਿੱਲ ਨੂੰ ਰਜ਼ਾਮੰਦੀ ਦੇਣੀ ਹੈ, ਹਾਂ ਕਰਨੀ ਹੈ ਕਿ ਹਾਂ ਤੁਸੀਂ, ਮੈਂ ਬਿੱਲ ਦੇ ਵਾਸਤੇ ਰਾਜੀ ਹਾਂ, ਸਿਗਨੇਚਰ ਕਰਨੇ ਬੇਸਿਕਲੀ। ਤਾਂ ਇਹ ਪ੍ਰੈਜ਼ੀਡੈਂਟ ਦੀ ਪਾਵਰ ਹੈ ਕਿ ਕਿਸੇ ਜਿਹੜਾ ਬਿੱਲ ਹੈ ਦੋਨੇ ਹਾਊਸਿਸ ਦੇ ਪਾਸ ਕਰਨ ਤੋਂ ਬਾਅਦ ਸਿਗਨੇਚਰ ਕਰਦੇ ਨੇ, ਕੀ ਮਤਲਬ ਹੈ ਅਸੈਂਟ ਕਰਦੇ, ਹਾਮੀ ਭਰਨੀ ਮਤਲਬ ਸਿੰਪਲੀ, ਠੀਕ ਹੈ, ਅਸੈਂਟ ਟੂ ਬਿਲਸ। ਜਾਂ ਫਿਰ ਮਨਾ ਵੀ ਕਰ ਸਕਦੇ ਨੇ, ਓਬਵੀਅਸ ਜੀ ਗੱਲ ਹੈ। ਤਾਂ ਸਾਡੇ ਕੋਲ ਆਰਟੀਕਲ 111 ਦੇ ਵਿੱਚ 3 ਆਪਸ਼ਨ ਹੁੰਦੇ ਨੇ ਪ੍ਰੈਜ਼ੀਡੈਂਟ ਕੋਲੇ ਕਿ ਪ੍ਰੈਜ਼ੀਡੈਂਟ ਅਸੈਂਟ ਦੇ ਸਕਦੇ ਨੇ, ਹਾਂ ਕਰ ਸਕਦੇ ਨੇ ਬਿੱਲ ਨੂੰ, ਨਹੀਂ ਕਰ ਸਕਦੇ ਨੇ, ਜਾਂ ਫਿਰ ਆਪਣੇ ਕੋਲ ਰੱਖ ਸਕਦੇ ਨੇ, ਠੀਕ ਹੈ ਨਾ, ਜਾਂ ਫਿਰ ਰਿਟਰਨ ਕਰ ਸਕਦੇ ਨੇ, ਬੇਸਿਕ ਤੁਸੀਂ ਕਹੋ ਰਿਟਰਨ ਕਰ ਸਕਦੇ ਨੇ, ਠੀਕ ਹੈ। ਇਹਦਾ ਵੀ ਆਪਾਂ ਡਿਟੇਲਡ ਮੀਨਿੰਗ ਬਾਅਦ ਦੇ ਵਿੱਚ ਸਮਝਾਂਗੇ। ਤੁਸੀਂ ਸਮਝ ਲਓ ਕਿ ਫਿਲਹਾਲ ਲਈ ਕਿ 3 ਆਪਸ਼ਨਸ ਹੁੰਦੇ ਨੇ ਪ੍ਰੈਜ਼ੀਡੈਂਟ ਕੋਲੇ। ਦੇਖੋ ਦੋਨੇ ਹਾਊਸਿਸ ਨੇ ਮੰਨ ਲਓ ਪਾਸ ਕਰਤਾ ਬਿੱਲ, ਠੀਕ ਹੈ। ਹੁਣ ਦੋਨਾਂ ਹਾਊਸਿਸ ਪਾਸ ਕਰਨ ਤੋਂ ਬਾਅਦ ਜਿਹੜਾ ਬਿੱਲ ਹੈ ਪ੍ਰੈਜ਼ੀਡੈਂਟ ਕੋਲ ਆਊਗਾ। ਹੁਣ ਪ੍ਰੈਜ਼ੀਡੈਂਟ ਕੋਲੇ ਆਰਟੀਕਲ 111 ਦੇ ਅੰਦਰ 3 ਆਪਸ਼ਨਸ ਨੇਗੇ ਕਿ ਉਸ ਬਿੱਲ ਨੂੰ ਹਾਂ ਕਰਨੀ ਹੈ, ਉਸ ਬਿੱਲ ਨੂੰ ਵਿਦਹੈਲਡ ਕਰਨਾ ਹੈ ਕਿ ਹਲੇ ਨਹੀਂ ਮੈਂ ਕਰਦਾ ਹੈਗਾ, ਜਾਂ ਉਸ ਬਿੱਲ ਨੂੰ ਦੁਬਾਰਾ ਭੇਜ ਦੇਣਾ ਰੀਕਨਸੀਡਰੇਸ਼ਨ ਵਾਸਤੇ, ਕਿ ਪਾਰਲੀਮੈਂਟ ਕੋਲੇ ਦੁਬਾਰਾ ਭੇਜ ਦੇਣਾ ਕਿ ਪਾਰਲੀਮੈਂਟ ਜੀ ਤੁਸੀਂ ਦੁਬਾਰਾ ਇੱਕ ਵਾਰ ਦੇਖੋ, ਮੈਨੂੰ ਕੁਝ ਇਹਦੇ ਵਿੱਚ ਠੀਕ ਨਹੀਂ ਲੱਗ ਰਿਹਾ ਹੈਗਾ ਬਿੱਲ ਦੇ ਵਿੱਚ, ਠੀਕ ਹੈ। ਤਾਂ ਇਹ 3 ਆਪਸ਼ਨਸ ਹੁੰਦੇ ਨੇ ਪ੍ਰੈਜ਼ੀਡੈਂਟ ਕੋਲੇ ਕਿਸੇ ਵੀ ਬਿੱਲ ਦੇ ਰਿਗਾਰਡਿੰਗ। ਇਹ ਕਿਸ ਦੇ ਅੰਡਰ ਹੁੰਦੇ ਨੇ, ਆਰਟੀਕਲ 111 ਦੇ ਅੰਡਰ। ਚਲੋ ਨੈਕਸਟ ਜਿਹੜਾ ਇੱਕ ਪਾਵਰ ਹੈ, ਬਹੁਤ ਇੰਪੋਰਟੈਂਟ ਪਾਵਰ ਹੈ ਜੀ, ਆਰਡੀਨੈਂਸ ਮੇਕਿੰਗ ਪਾਵਰ। ਇਹ ਵੀ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਪਾਰਲੀਮੈਂਟ ਦੇ ਚੈਪਟਰ 'ਚ ਕਿ ਆਰਡੀਨੈਂਸ ਬੇਸਿਕਲੀ ਹੁੰਦਾ ਕੀ ਹੈਗਾ। ਤਾਂ ਉਹ ਸਮਝ ਲਓ ਇੱਥੇ ਕਿ ਆਰਟੀਕਲ 123 ਦੇ ਅੰਡਰ ਆਉਂਦਾ ਆਰਡੀਨੈਂਸ ਮੇਕਿੰਗ ਪਾਵਰ।
कि ही कैन प्रमलगेट द ऑर्ਡੀਨੈਂਸਸ। अगेन ये कर कौन रहा होंगे ऑन ग्राउंड प्राइम मिनिस्टर या सरकार कर रही होंगी है, ठीक है। बट आप कहांगे कि प्रेजिडेंट कर रहे हैं क्योंकि यह एक नॉमिनल हैड ने। हुण आप नैक्सट करते हैं जी फाइनैंशियल पावर्स। देखो मनी बिल आंदा एक, यदा आर्टिकल किहड़ा जी आर्टिकल 110। मनी बिल है जिहड़ा वो पार्लियामेंट, देखो बिल्स कई तरह के होंगे है ना, बिल्स ने जिहड़े मनी बिल हो गया या ऑर्डनरी बिल हो गया, कई तरह के बिल्स होंगे ने। तो उन्होंने विच एक हुंदा मनी बिल, जिहड़ा यही बिल है ये पार्लियामेंट दे विच इंट्रोड्यूस करने वास्ते भी, देखो बिल लॉ किवें बनूगा जे पार्लियामेंट दे विच आपां इंट्रोड्यूस करांगे फिर ही बनूगा ना, पार्लियामेंट दे विच पास करावांगे। तो इंट्रोड्यूस करन तो पहलां ही जिहड़ी प्रेजिडेंट दा हामी जरूरी है, आपां ने पहलां देखिया सी कि प्रेजिडेंट दी हामी बाद च जरूरी हुंदी है ना, कि दोनों हाउसेस ने पास करता फिर प्रेजिडेंट साइन बन गए फिर एक्ट बन जाऊगा कोई बिल है, ठीक है। ये तो हुंदा नॉर्मल प्रोसैस। बट जिहड़ा मनी बिल है उस केस दे विच की हुंदा है इंट्रोड्यूस करन तो पहलां ही, पार्लियामेंट दे विच इंट्रोड्यूस करन तो पहलां ही प्रेजिडेंट दे रिकमेंडेशन जरूरी हुंदी है, रिक्वायर्ड हुंदी हैगी किसी भी मनी बिल दे। तो इस करके फाइनैंशियल पावर्स ये एक फाइनैंशियल पावर है प्रेजिडेंट की, ठीक है ना। तो कि बिल इंट्रोड्यूस करन तो पहलां ही उन्होंने रिकमेंडेशन रिक्वायर्ड हैगी है प्रेजिडेंट की। एनुअल फाइनैंशियल स्टेटमेंट बेसिकली जिन्होंने असीं बजट कहने आ, साडा बजट है जिहड़ा वो एनुअल फाइनैंशियल स्टेटमेंट है। साडे कॉन्स्टिट्यूशन दे विच आर्टिकल 112 हैगा, आर्टिकल 112 वो डील करदा एनुअल फाइनैंशियल स्टेटमेंट। देखो कॉन्स्टिट्यूशन दे विच ध्यान देना है, बजट नाम की कोई चीज़ नहीं हैगी जिन्होंने असीं बजट कहने आ ना, तो वो बजट नाम की कोई चीज़ है नहीं कॉन्स्टिट्यूशन विच, वो एक्चुअली हैगी है एनुअल फाइनैंशियल स्टेटमेंट। इस चीज़ को असीं बजट कहने आ। कॉन्स्टिट्यूशन दे विच नाम जिहड़ा लिखिया होया वो हैगा एनुअल फाइनैंशियल स्टेटमेंट। किहड़े आर्टिकल के अंडर? आर्टिकल 112 के अंडर। जो देखो फाइनांस मिनिस्टर ने जिहड़े वित्त मंत्री ने वो बजट पेश करते हैं, बजट पेश तो देखो फाइनांस मिनिस्टर ने करना है, बट कहा की जाता है कि जिहड़े प्रेजिडेंट ने वो उन्होंने बिहाफ से ही करते हैं, प्रेजिडेंट के बिहाफ से ही जिहड़े फाइनांस मिनिस्टर ने वो बजट है जिहड़ा वो पेश करते हैं, ठीक है। तो ये भी एक राष्ट्रपति की फाइनैंशियल पावर आ जाती है। होर किहड़ी फाइनैंशियल पावर है जी? देखो एक साढ़े कोल कॉन्टीजेंसी फंड ऑफ इंडिया होंदा है, आर्टिकल 267। देखो सारे आर्टिकल इंपॉर्टेंट मतलब ज़्यादा इंपॉर्टेंट नहीं है, ठीक है ना, तुसीं नोट करना तो ठीक है, अदरवाइज कोई दिक्कत नहीं हैगी। ਜਿਹੜੇ आर्टिकल्स इंपॉर्टेंट ने वो मैं ऑलरेडी लिखदा तुहानूं मैं दसदा जा रहा, ठीक है ना। हुण जिवें आर्टिकल मनी बिल का आर्टिकल इंपॉर्टेंट हैगा, कॉन्स्टिट्यूशन बजट का आर्टिकल भी इंपॉर्टेंट 112, ठीक है ना। ये ज़्यादा इंपॉर्टेंट नहीं हैगा CFI का। एक साढ़े कोल होर भी फंड्स होंदे ने, कंसोलीडेटेड फंड ऑफ इंडिया, वो भी CFI होंदा है, वो आर्टिकल 266 के अंडर आंदा है, ठीक है ना। ये भी तुहाडे लई ज़्यादा इंपॉर्टेंट नहीं हैगा। चलो जिहड़ा प्रेजिडेंट की पावर की आपां गल करिए, प्रेजिडेंट कैन ऑथोराइज द विदड्रॉल मतलब कढ़ाने पैसे, ठीक है ना, विदड्रॉल ऑफ एडवांसिस पैसे फ्रॉम दिस फंड, कॉन्टीजेंसी फंड। देखो कॉन्टीजेंसी फंड बेसिकली किसी आपदा वास्ते होंदा है, कोई देश से आपदा आ गई, कोई नैचुरल डिजास्टर आ गया, ठीक है ना। तो उस वेले जो कोई खर्चा करना होंदा है तो जिहड़े राष्ट्रपति ने वो ऑथोराइज कर सकते हैं कि हाँ हुण इस फंड दे विचों तुसीं पैसा कढ़ के उस आपदा वास्ते यूज़ कर लो, उस नैचुरल डिजास्टर वास्ते या होर कोई डिजास्टर है उस वास्ते यूज़ कर लो। तो कोई फंड हैगा एक पैसे पेने दे विच, ठीक है। तो ये जिहड़ी फंड चों पैसे कढ़ने ने वो भी प्रेजिडेंट करनगे, ठीक है ना। तां ही आपां इस नूं प्रेजिडेंट की फाइनैंशियल पावर कहने आ, ठीक है। जिहड़ा कॉन्टीजेंसी फंड है ये आर्टिकल 267 दे विच आंदा है। फाइनांस कमीशन वेरी वेरी इंपॉर्टेंट, हर 5 साल बाद जिहड़ा राष्ट्रपति ने हैगे ने वो फाइनांस कमीशन नूं अपॉइंट करदे ने। इहदा आर्टिकल किहड़ा जी? आर्टिकल 280। ये बहुत इंपॉर्टेंट आर्टिकल है, आर्टिकल 280, ठीक है। जनरली हर 5 साल बाद जिहड़ा फाइनांस कमीशन अपॉइंट करते हैं राष्ट्रपति, तो यह भी आप राष्ट्रपति की पावर गिणांगे कि राष्ट्रपति अपॉइंट करते हैं इस कमीशन को, ठीक है, आर्टिकल 280 अंडर। एक होर नवीं जिहड़ी नॉर्मल बुक्स दे विच नहीं हैगी क्योंकि बुक्स अपडेटेड नहीं हैगियां, GST काउंसल आर्टिकल 279A, ये भी आर्टिकल इंपॉर्टेंट है जी, 279A आर्टिकल हैगा। ये भी हैगा कि जिहड़े राष्ट्रपति ने वो अपॉइंट करनगे इस काउंसल नूं, GST काउंसल नूं, ठीक है ना। तो देखो इत्थों आपां पता लगदा कि जिहड़े फाइनांस कमीशन है या जिहड़ा GST काउंसल है ये दोने कॉन्स्टिट्यूशनल बॉडीज़ ने, ये दोनों, ठीक है, ये चीज़ है। तो ये सारियां हैगियां ने राष्ट्रपति दीयां फाइनैंशियल पावर्स। हुण देखो आप जुडिशियल पावर्स की गल करिए, जुडिशरी हुण तीजा ऑर्गन आ गया, एग्जीक्यूटिव, लैजिस्लेटिव ते जुडिशरी, ये 3 ऑर्गन अपन देखे सीगे, ठीक है ना। हुण जुडिशियल पावर्स की गल करिए तो पहली गल तो ये अपॉइंट द जजिस, जिहड़े प्रेजिडेंट ने वो जजिस नूं अपॉइंट करते हैं, किहड़े जजिस नूं? हाई कोर्ट के जजिस ते सुप्रीम कोर्ट के जजिस, दोनों नूं। देखो ध्यान देना है, हाई कोर्ट आप कन्फ्यूज हो सकते हैं कि शायद स्टेट दे ने, कोई स्टेट का बंदा
ਮੰਨ ਲਓ ਗਵਰਨਰ ਹੈ ਜਿਹੜਾ ਉਹ ਕਰੂਗਾ, ਬਟ ਨਹੀਂ, ਸਟੇਟ ਦੇ ਜਿਹੜੇ ਹਾਈ ਕੋਰਟਸ ਨੇ ਉਹਨਾਂ ਦੇ ਜੱਜਿਸ ਨੂੰ ਵੀ ਪ੍ਰੈਜ਼ੀਡੈਂਟ ਅਪਾਇੰਟ ਕਰਨਗੇ। ਧਿਆਨ ਦੇਣ ਵਾਲੀ ਚੀਜ਼ ਹੈ ਇਹ, ਹਾਈ ਕੋਰਟ ਦੇ ਜੱਜਿਸ ਨੂੰ ਵੀ ਪ੍ਰੈਜ਼ੀਡੈਂਟ ਅਪਾਇੰਟ ਕਰਨਗੇ, ਹਾਈ ਕੋਰਟ ਦੇ ਪਲੱਸ ਸੁਪਰੀਮ ਕੋਰਟ ਦੇ ਦੋਨਾਂ ਦੇ ਜੱਜਿਸ ਨੂੰ ਰਾਸ਼ਟਰਪਤੀ ਅਪਾਇੰਟ ਕਰਨਗੇ। ਠੀਕ ਹੈ, ਇੱਕ ਹੋਰ ਜਿਹੜੀ ਪਾਵਰਸ ਹੁੰਦੀਆਂ ਉਹ ਕਲੀਮੈਂਸੀ ਪਾਵਰਸ ਹੁੰਦੀਆਂ। ਆਰਟੀਕਲ 72 ਇਹ ਲਿਖ ਸਕਦੇ ਹੋ, ਲਿਖਣਾ ਅਗਰ ਤੁਸੀਂ ਆਰਟੀਕਲ 72। ਇਸ ਆਰਟੀਕਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਦੇਖੋ ਮੰਨ ਲਓ ਕੋਈ ਹੁਣ ਆਪਣੇ ਜਿਹੜੇ ਕੋਰਟਸ ਦਾ ਸਿਸਟਮ ਹੈ ਉਹਦੇ ਵਿੱਚ ਕੀ ਹੁੰਦਾ ਹੈ, ਡਿਸਟ੍ਰਿਕਟ ਕੋਰਟ ਹੁੰਦੀ ਹੈ, ਹਾਈ ਕੋਰਟ ਹੁੰਦੀ ਹੈ, ਸੁਪਰੀਮ ਕੋਰਟ ਹੁੰਦੀ ਹੈ। ਠੀਕ ਹੈ ਨਾ, ਤਾਂ ਹੁਣ ਕੋਈ ਵੀ ਅਗਰ ਕਿਸੇ ਨੂੰ ਮੰਨ ਲਓ ਫਾਂਸੀ ਸਜ਼ਾ ਹੁੰਦੀ ਹੈ ਉਰੇ, ਠੀਕ ਹੈ, ਡੈਥ ਪੈਨਲਟੀ ਹੁੰਦੀ ਹੈ, ਠੀਕ ਹੈ ਨਾ, ਉਹ ਮੰਨ ਲਓ ਹਾਈ ਕੋਰਟ ਦੇ ਵਿੱਚ ਚਲਾ ਜਾਂਦਾ ਫਿਰ ਬੰਦਾ, ਠੀਕ ਹੈ, ਜਿਹੜਾ ਅਕਿਊਜ਼ਡ ਹੈਗਾ ਕਿ ਉਹਨੂੰ ਕਿ ਮੈਨੂੰ ਫਾਂਸੀ ਸਜ਼ਾ ਗਲਤ ਹੋਈ ਹੈ, ਮੰਨ ਲਓ ਹਾਈ ਕੋਰਟ ਵੀ ਕਹਿੰਦਾ ਹਾਂ ਠੀਕ ਹੈ ਫਾਂਸੀ ਸਜ਼ਾ, ਫਿਰ ਸੁਪਰੀਮ ਕੋਰਟ ਜਾਂਦਾ, ਸੁਪਰੀਮ ਕੋਰਟ ਵੀ ਕਹਿੰਦੀ ਹੈ ਹਾਂ ਠੀਕ ਹੈ ਫਾਂਸੀ ਸਜ਼ਾ। ਹੁਣ ਬੰਦੇ ਕੋਲ ਕੀ ਹੱਲ ਰਹਿ ਜਾਂਦਾ ਹੈਗਾ, ਹੁਣ ਬੰਦਾ ਕੀ ਕਰੇ? ਠੀਕ ਹੈ ਨਾ, ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਹਾਂ ਤੈਨੂੰ ਫਾਂਸੀ ਸਜ਼ਾ ਮਿਲੂਗੀ, ਹੁਣ ਬੰਦਾ ਕੀ ਕਰੇ? ਤਾਂ ਇਸ ਤੋਂ ਬਾਅਦ 'ਚ ਰੋਲ ਆਉਂਦਾ ਹੈ ਪ੍ਰੈਜ਼ੀਡੈਂਟ ਦਾ ਕਈ ਕੇਸਿਸ ਦੇ ਵਿੱਚ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਲੀਮੈਂਸੀ ਪਾਵਰਸ, ਕਿ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਲੋਕਾਂ ਦੀ ਸਜ਼ਾ ਮਾफ़ ਕਰ ਸਕਦੇ ਨੇ, ਸਜ਼ਾ ਮਾफ़ ਕਰ ਸਕਦੇ ਨੇ ਜਾਂ ਸਜ਼ਾ ਘਟਾ ਸਕਦੇ ਨੇ। ਠੀਕ ਹੈ ਨਾ, ਕੁਛ ਨਾ ਕੁਛ ਚੀਜ਼ਾਂ ਹੁੰਦੀਆਂ ਨੇਗੀਆਂ ਕਿ ਈਵਨ ਕਿ ਸੁਪਰੀਮ ਕੋਰਟ ਤੋਂ ਜਾਣ ਤੋਂ ਬਾਅਦ ਵੀ ਤਾਂ ਉਸ ਬੰਦੇ ਕੋਲੇ, ਉਸ ਅਕਿਊਜ਼ਡ ਕੋਲੇ, ਉਸ ਕ੍ਰਿਮੀਨਲ ਕੋਲੇ ਕੁਛ ਪ੍ਰੋਵੀਜ਼ਨਸ ਹੈਗੀਆਂ ਨੇ, ਕੁਛ ਰਿਲੀਫ ਹੈਗਾ, ਰਿਆਇਤਾਂ ਹੈਗੀਆਂ ਨੇ ਕਿ ਰਾਸ਼ਟਰਪਤੀ ਕੋਲੇ ਦਰਖਾਸਤ ਲਾ ਸਕਦਾ ਹੈ ਕਿ ਰਾਸ਼ਟਰਪਤੀ ਸਾਹਿਬ ਮੈਨੂੰ ਮਾफ़ ਕਰੋ, ਮੈਥੋਂ ਗਲਤੀ ਹੋ ਗਈ ਜਾਂ ਕਿਵੇਂ ਵੀ, ਮਤਲਬ ਤਾਂ ਇੱਕ ਪ੍ਰੋਵੀਜ਼ਨ ਹੈਗੀ ਕਿ ਰਾਸ਼ਟਰਪਤੀ ਉਹਨਾਂ ਦੀ ਸਜ਼ਾ ਮਾफ़ ਕਰ ਸਕਦੇ ਨੇ ਜਾਂ ਘੱਟ ਕਰ ਸਕਦੇ ਨੇ। ਠੀਕ ਹੈ ਨਾ, ਤਾਂ ਇਹ ਕੁਛ ਚੀਜ਼ਾਂ ਨੇਗੀਆਂ, ਪਾਰਡਨ, ਕਮਿਊਟ, ਰਿਮਿਸ਼ਨ, ਰਿਸਪਾਈਟ, ਰਿਪਰੀਵ, ਇਹਨਾਂ ਦੇ ਡਿਫਰੈਂਟ ਮੀਨਿੰਗਸ ਨੇ, ਆਪਾਂ ਫੇਰ ਕਦੇ ਕਰਾਂਗੇ। ਠੀਕ ਹੈ, ਤਾਂ ਇਹਨਾਂ ਦਾ ਮੀਨਿੰਗ ਬੇਸਿਕਲੀ ਇਹੀ ਨੇ ਕਿ ਕਿਸੇ ਦੀ, ਹੁਣ ਦੇਖੋ ਪਾਰਡਨ ਹੈ, ਪਾਰਡਨ ਦਾ ਮਤਲਬ ਹੈ ਸਜ਼ਾ ਮਾफ़ ਕਰਨੀ, ਬਿਲਕੁਲ ਹੀ ਮਾफ़ ਕਰਨੀ। ਮੰਨ ਲਓ ਕਿਸੇ ਨੂੰ ਫਾਂਸੀ ਸਜ਼ਾ ਹੋਈ ਹੈ ਤਾਂ ਰਾਸ਼ਟਰਪਤੀ ਕਹਿ ਸਕਦੇ ਨੇ ਕਿ ਤੁਹਾਡੀ ਸਜ਼ਾ ਮਾफ़ ਹੈ, ਤੁਸੀਂ ਘਰੇ ਜਾਓ। ਠੀਕ ਹੈ ਨਾ, ਇਹ ਤਾਂ ਬਿਲਕੁਲ ਹੀ ਮਾफ़ ਕਰਨਾ ਹੋ ਗਿਆ। ਕਮਿਊਟ ਕਰਨਾ, ਮੰਨ ਲਓ ਸਜ਼ਾ ਘਟਾਤੀ, ਕਿ ਮੰਨ ਲਓ ਫਾਂਸੀ ਦੀ ਸਜ਼ਾ ਸੀਗੀ, ਫਾਂਸੀ ਦੀ ਸਜ਼ਾ ਘਟਾ ਕੇ ਉਮਰ ਕੈਦ ਕਰਤੀ। ਠੀਕ ਹੈ, ਤਾਂ ਇਹ ਡਿਫਰੈਂਟ ਮੀਨਿੰਗਸ ਨੇ ਇਸ ਚੀਜ਼ਾਂ ਦੇ, ਹੈਗੇ ਕੀ ਨੇ, ਸਾਰੀ ਇਹੀ ਚੀਜ਼ਾਂ ਨੇਗੀਆਂ ਕਿ ਸਜ਼ਾ ਘਟਾਤੀ, ਸਜ਼ਾ ਮਾफ़ ਕਰਤੀ, ਇਹ ਕੁਛ ਹੈਗਾ। ਤਾਂ ਇਹ ਸਾਰੀਆਂ ਜਿਹੜੀਆਂ ਪਾਵਰਸ ਨੇ ਇਹ ਕਲੀਮੈਂਸੀ ਪਾਵਰਸ ਨੇ ਰਾਸ਼ਟਰਪਤੀ ਦੀਆਂ। ਅੱਛਾ, ਗਵਰਨਰ ਕੋਲ ਵੀ ਇਹ ਜਿਹੀਆਂ ਪਾਵਰਸ ਨੇ, ਕੁਛ ਥੋੜ੍ਹਾ ਜਿਹਾ ਡਿਫਰੈਂਸ ਹੈ ਬਟ ਹੈਗੀਆਂ ਨੇ। ਉਹਦਾ ਆਰਟੀਕਲ ਕਿਹੜਾ? ਆਰਟੀਕਲ 161। ਠੀਕ ਹੈ ਨਾ, ਗਵਰਨਰ ਦਾ, ਕਿ ਗਵਰਨਰ ਵੀ ਕੁਛ ਨਾ ਕੁਛ ਸਜ਼ਾ ਮਾफ़ ਕਰ ਸਕਦਾ ਹੈ, ਘਟਾ ਸਕਦਾ ਹੈ। ਥੋੜ੍ਹਾ ਜਿਹਾ ਡਿਫਰੈਂਸ ਹੈ, ਉਹ ਆਪਾਂ ਗਵਰਨਰ ਚੈਪਟਰ 'ਚ ਕਰ ਲਾਂਗੇ। ਠੀਕ ਹੈ ਨਾ, ਇਸੇ ਕਰਕੇ ਦੇਖੋ ਮੈਂ ਕਿਹਾ ਵੀ ਜਿਹੜਾ ਪੋਲਿਟੀ ਦਾ ਹਰ ਚੈਪਟਰ ਹੈ ਇੱਕ ਦੂਸਰੇ ਨਾਲ ਇੰਟਰਲਿੰਕਡ ਹੈਗਾ। ਠੀਕ ਹੈ, ਤਾਂ ਜਦੋਂ ਆਪਾਂ ਸਾਰਾ ਹੋਲਿਸਟਿਕ ਸਟੱਡੀ ਕਰਾਂਗੇ, ਇੰਟੀਗਰਲ ਸਟੱਡੀ ਕਰਾਂਗੇ, ਉਦੋਂ ਆਪਾਂ ਨੂੰ ਬਹੁਤ ਬਿਹਤਰ ਚੀਜ਼ ਸਮਝ ਆਊਗੀ। ਹੁਣ ਦੇਖੋ ਗਵਰਨਰ ਦਾ ਮੇਰਾ ਨਾਮ ਦੱਸਣ ਦਾ ਮਤਲਬ ਇਹ ਹੋਇਆ ਕਿ ਤੁਸੀਂ ਗਵਰਨਰ ਅਤੇ ਪ੍ਰੈਜ਼ੀਡੈਂਟ ਨੂੰ ਹੁਣ ਕੰਪੇਅਰ ਕਰ ਸਕਦੇ ਹੋ ਆਪਸ 'ਚ। ਠੀਕ ਹੈ ਨਾ, ਆਰਟੀਕਲ 72, ਆਰਟੀਕਲ 161। ਤਾਂ ਇਸ ਤਰ੍ਹਾਂ ਆਪਾਂ ਰਿਲੇਟਿਵ ਸਟੱਡੀ ਕਰਾਂਗੇ ਹਮੇਸ਼ਾ, ਰਿਲੇਸ਼ਨ ਬਣਾ ਕੇ। ਠੀਕ ਹੈ, ਤਾਂ ਇਹ ਸੀਗਾ ਜੀ ਜੁਡੀਸ਼ੀਅਲ ਪਾਵਰਸ। ਹੋਰ ਪਾਵਰਸ ਕਿਹੜੀਆਂ ਨੇ? ਦੇਖੋ ਜੀ, ਡਿਪਲੋਮੈਟਿਕ ਪਾਵਰਸ। ਠੀਕ ਹੈ, ਹੁਣ ਕੋਈ ਵੀ ਇੰਟਰਨੈਸ਼ਨਲ ਟਰੀਟੀ ਹੈ ਜਿਹੜੀ ਆਪਾਂ ਦੂਸਰੇ ਦੇਸ਼ਾਂ ਦੇ ਨਾਲ ਕਰਦੇ ਹਾਂ, ਠੀਕ ਹੈ, ਉਹ ਵੀ ਅਸੀਂ ਰਾਸ਼ਟਰਪਤੀ ਦੇ ਬਿਹਾਫ 'ਤੇ ਕਰਦੇ ਹਾਂ। ਦੇਖੋ ਕਿਸੇ ਬੰਦੇ ਦਾ ਨਾਮ ਤਾਂ ਹੋਊਗਾ ਨਾ। ਹੁਣ ਮੰਨ ਲਓ ਆਪਾਂ ਦੇਖਦੇ ਹਾਂ ਕਿ ਦੋ ਡਾਕੂਮੈਂਟਸ ਇੱਕ ਦੂਸਰੇ ਜਿਹੜੇ ਫੰਕਸ਼ਨਰੀਜ਼ ਨੇ, ਇੱਥੇ ਟਰੰਪ ਸਾਹਿਬ ਖੜ੍ਹੇ ਨੇ, ਇੱਥੇ ਮੋਦੀ ਸਾਹਿਬ ਖੜ੍ਹੇ ਨੇ, ਤਾਂ ਇਹ ਇੱਕ ਫਾਈਲ ਇੱਧਰ ਦੇਣਗੇ, ਇੱਕ ਫਾਈਲ ਇੱਧਰ ਦੇਣਗੇ। ਠੀਕ ਹੈ ਨਾ, ਤਾਂ ਇੱਥੇ ਜਿਹੜਾ ਨਾਮ ਲਿਖਿਆ ਹੋਊਗਾ ਉਹ ਰਾਸ਼ਟਰਪਤੀ ਦਾ ਨਾਮ ਲਿਖਿਆ ਹੋਊਗਾ। ਠੀਕ ਹੈ, ਟਰੀਟੀ ਦੇ ਉੱਪਰ ਕਿ ਸਾਡੇ ਰਾਸ਼ਟਰਪਤੀ ਇਹ ਚੀਜ਼ ਕਹਿ ਰਹੇ ਨੇਗੇ। ਠੀਕ ਹੈ ਨਾ, ਇਹ ਚੀਜ਼ ਹੁੰਦੀ ਹੈਗੀ। ਤਾਂ ਮਤਲਬ ਕੋਈ ਵੀ ਇੰਟਰਨੈਸ਼ਨਲ ਟਰੀਟੀ ਹੈ ਉਹ ਅਸੀਂ ਰਾਸ਼ਟਰਪਤੀ ਦੇ ਨਾਮ 'ਤੇ ਹੀ ਕਰਦੇ ਹਾਂ, ਬਿਹਾਫ 'ਤੇ ਹੀ ਕਰਦੇ ਹਾਂ। ਅਗੇਨ ਉਹੀ ਓਬਵੀਅਸਲੀ ਪ੍ਰਧਾਨ ਮੰਤਰੀ ਰਹੇ ਹੁੰਦੇ ਨੇ ਬਟ ਨਾਮ ਰਾਸ਼ਟਰਪਤੀ 'ਤੇ ਚੱਲਦਾ। ਕੋਈ ਅੰਬੈਸਡਰ ਨੇ, ਆਪਣੇ ਡਿਪਲੋਮੈਟਸ ਨੇ, ਆਪਣੇ ਦੇਸ਼ ਤੋਂ ਬਾਹਰ ਜਾ ਰਹੇ ਨੇ ਜਾਂ ਬਾਹਰਲੇ ਦੇਸ਼ ਆਪਣੇ ਦੇਸ਼ ਦੇ ਵਿੱਚ ਆ ਰਹੇ ਨੇ, ਤਾਂ ਉਹ ਵੀ ਸਾਰਾ ਕੁਛ ਪ੍ਰੈਜ਼ੀਡੈਂਟ ਦੇ ਨਾਮ ਨਾਲ ਹੀ ਹੋਊਗਾ। ਠੀਕ ਹੈ ਨਾ, ਪ੍ਰੈਜ਼ੀਡੈਂਟ ਜਿਹੜੇ ਦੂਸਰੇ ਦੇਸ਼ਾਂ ਤੋਂ ਆ ਰਹੇ ਅੰਬੈਸਡਰ ਨੇ ਉਹਨਾਂ ਨੂੰ ਰਿਸੀਵ ਕਰਨਗੇ। ਠੀਕ ਹੈ ਨਾ, ਸਿੰਪਲੀ। ਮਿਲੀਟਰੀ ਪਾਵਰਸ ਦੇ ਵਿੱਚ ਕੀ ਆ ਜਾਂਦਾ? ਜਿਹੜੇ ਪ੍ਰੈਜ਼ੀਡੈਂਟ ਨੇ ਹੀ ਇਜ਼ ਅ ਸੁਪਰੀਮ ਕਮਾਂਡਰ। ਦੇਖੋ ਕਿੰਨੀ ਵੱਡੀ ਟਰਮ ਹੈ, ਸੁਪਰੀਮ ਕਮਾਂਡਰ ਆਫ ਆਰਮਡ ਫੋਰਸਿਸ। ਆਰਮਡ ਫੋਰਸਿਸ ਕਿਹੜੇ ਆਰਮਡ ਫੋਰਸਿਸ? ਸਾਰੀਆਂ ਤਿੰਨੇ ਫੋਰਸਿਸ ਆਪਣੀਆਂ, ਇੰਡੀਅਨ ਆਰਮੀ, ਇੰਡੀਅਨ ਨੇਵੀ, ਇੰਡੀਅਨ 에ਅਰ ਫੋਰਸ। ਠੀਕ ਹੈ ਨਾ, ਜਿਹੜੀਆਂ ਤਿੰਨੇ ਆਰਮਡ ਫੋਰਸਿਸ ਨੇ ਉਹਨਾਂ ਦੇ ਸੁਪਰੀਮ ਕਮਾਂਡਰ ਨੇਗੇ ਕੌਣ ਨੇ? ਰਾਸ਼ਟਰਪਤੀ। ਦੇਖੋ ਕਿੱਡੀ ਵੱਡੀ ਰਿਸਪੌਂਸਿਬਿਲਿਟੀ ਹੈਗੀ, ਹੈ ਨਾ, ਕਿੱਡਾ ਵੱਡਾ ਨਾਮ ਹੈ। ਕੋਈ ਵੀ ਅਸੀਂ ਪੀਸ ਹੈ, ਕੋਈ ਲੜਾਈ ਲੜਨੀ ਹੈ, ਕੋਈ ਸਮਝੌਤਾ ਕਰਨਾ ਕਿਸੇ ਦੇਸ਼ ਨਾਲ, ਤਾਂ ਉਹ ਵੀ ਅਸੀਂ ਰਾਸ਼ਟਰਪਤੀ ਦੇ ਬਿਹਾਫ 'ਤੇ ਹੀ ਕਰਾਂਗੇ। ਓਬਵੀਅਸਲੀ ਗੱਲ ਅਗੇਨ ਕਿ ਕਰ ਕੌਣ ਰਿਹਾ ਹੁੰਦਾ? ਸਰਕਾਰ ਕਰ ਰਹੀ ਹੁੰਦੀ ਹੈ ਸਾਰਾ ਕੁਛ, ਬਟ ਫਿਰ ਨਾਮ ਅਸੀਂ ਰਾਸ਼ਟਰਪਤੀ ਦਾ ਨਾਮ ਲਵਾਂਗੇ ਕਿ ਰਾਸ਼ਟਰਪਤੀ ਸਾਹਿਬ ਦੇ ਬਿਹਾਫ 'ਤੇ ਅਸੀਂ ਇਹ ਕੁਛ ਕਰ ਰਹੇ ਹਾਂ। ਠੀਕ ਹੈ, ਕੋਈ ਐਮਰਜੈਂਸੀ ਡਿਕਲੇਅਰ ਕਰਨੀ ਹੈ, ਦੇਖੋ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦੇ ਚੁੱਕਿਆ ਮੈਂ 1975 ਵਾਲੀ ਐਮਰਜੈਂਸੀ ਦੇ, ਹੈ ਨਾ, ਤਾਂ ਇਹ ਵੀ ਜਿਹੜੀ ਹੈ ਉਹ ਰਾਸ਼ਟਰਪਤੀ ਹੀ ਪ੍ਰੋਕਲੇਮ ਕਰਨਗੇ। ਤਿੰਨ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ ਆਪਣੇ ਕੋਲ। ਦੇਖੋ ਨੈਸ਼ਨਲ ਐਮਰਜੈਂਸੀ, ਆਰਟੀਕਲ 352, ਪ੍ਰੈਜ਼ੀਡੈਂਟ ਰੂਲ ਹੁੰਦਾ ਦੇਖੋ ਆਪਣੇ ਕੋਲੇ, ਆਰਟੀਕਲ 356, ਅਤੇ ਫਾਈਨਲੀ ਹੁੰਦੀ ਹੈ ਫਾਈਨੈਂਸ਼ੀਅਲ ਐਮਰਜੈਂਸੀ, ਆਰਟੀਕਲ 360। ਇਹ ਵੀ ਐਮਰਜੈਂਸੀ ਦਾ ਚੈਪਟਰ ਕਾਫੀ ਇੰਪੋਰਟੈਂਟ ਚੈਪਟਰ ਹੈ, ਡਿਟੇਲ ਦੇ ਵਿੱਚ ਕਰਨਾ ਹੈ। ਠੀਕ ਹੈ, ਤਾਂ ਇਹ ਜਿਹੜੀਆਂ ਐਮਰਜੈਂਸੀ ਨੇ ਇਹ ਵੀ ਰਾਸ਼ਟਰਪਤੀ ਦੇ ਹੀ ਪਾਵਰਸ ਦੇ ਵਿੱਚ ਆ ਜਾਂਦਾ।
एक होर जिहड़ी पावर है वो आ जाती है वीटो पावर, ठीक है, वीटो पावर। हुण तुहानूं मैं दस्सिया सी आर्टिकल 111 दे विच राष्ट्रपति कोल 3 जिहड़े हैगे ने ऑप्शनस नेगे कि बिल नूं हामी दे दे, बिल नूं विद हेल्ड कर ले या बिल नूं रीकनसीडरेशन वास्ते भेज दे, ठीक है ना। जिहड़ा विद हेल्ड वाला सिस्टम हैगा ਇਹਦੇ ਵਿੱਚ ਵੀਟੋ ਪਾਵਰਾਂ ਵੀ ਇਨਵੋਲਵਡ ਨੇਗੀਆਂ। ਮੋਰ ਡਿਟੇਲ ਦੇ ਵਿੱਚ ਅਸੀਂ ਜਦੋਂ ਲਾਅ ਮੇਕਿੰਗ ਪੜ੍ਹਾਂਗੇ ਪਾਰਲੀਮੈਂਟ ਦੇ ਵਿੱਚ ਉਦੋਂ ਕਰਾਂਗੇ, ਠੀਕ ਹੈ। ਤੁਸੀਂ ਬੇਸਿਕਲੀ ਸਮਝ ਲਓ ਕਿ ਜਦੋਂ ਲਾਅ ਮੇਕਿੰਗ ਹੈ ਉਹ ਉਦੋਂ ਵੀਟੋ ਪਾਵਰਾਂ ਕੰਮ ਆਉਂਦੀਆਂ ਨੇ। ਵੀਟੋ ਦਾ ਮਤਲਬ ਸਿੰਪਲ ਇਹੀ ਹੁੰਦਾ ਹੈ ਕਿ ਕੋਈ ਮੰਨ ਲਓ 5 ਬੰਦੇ ਨੇ ਕਿਸੇ ਨੇ ਕਿ ਕੋਈ ਐਗਰੀਮੈਂਟ ਕਰ ਲਿਆ ਵੀ ਹਾਂ ਅਸੀਂ ਇਹ ਚੀਜ਼ ਕਰਾਂਗੇ। ਇੱਕ ਬੰਦਾ ਹੈੱਡ ਬੰਦਾ ਇਹੋ ਜਿਹਾ ਜਿਹਦੇ ਕੋਲ ਜ਼ਿਆਦਾ ਪਾਵਰ ਹੈਗੀ, ਮੰਨ ਲਓ ਫੈਮਿਲੀ ਦਾ ਹੈੱਡ ਹੈ ਆਪਣਾ, ਠੀਕ ਹੈ ਨਾ। ਅਸੀਂ ਸਾਰਿਆਂ ਨੇ ਸਲਾਹ ਬਣਾ ਲਈ ਘਰ ਦੇ ਬੰਦੇ ਮੈਂਬਰਾਂ ਨੇ ਕਿ ਅਸੀਂ ਕੋਈ ਸੋਫਾ ਸੈੱਟ ਖਰੀਦਣ ਚੱਲਾਂਗੇ, ਠੀਕ ਹੈ ਨਾ। ਅਸੀਂ 5 ਮੈਂਬਰ ਹਾਂ ਹੋਰ ਫੈਮਿਲੀ ਦੇ, ਅਸੀਂ ਸੋਫਾ ਸੈੱਟ ਖਰੀਦਣੇ, ਬਟ ਬਾਅਦ 'ਚੋਂ ਸਾਡੇ ਦਾਦਾ ਜੀ ਕਹਿੰਦੇ ਨਹੀਂ ਇਹ ਚੀਜ਼ ਨਹੀਂ ਪਸੰਦ ਨਹੀਂ ਹੈਗੀ ਮੈਨੂੰ। ਤਾਂ ਜਿਹੜੀ ਹੈੱਡ ਆਫ ਦਾ ਫੈਮਿਲੀ ਕੋਲ ਵੀਟੋ ਪਾਵਰ ਹੈਗੀ, ਇਹ ਕਿੰਨੇ ਮਰਜ਼ੀ ਬੰਦੇ ਦੀ ਸਹਿਮਤੀ ਹੋਵੇ, ਜਿਹੜਾ ਹੈੱਡ ਆਫ ਦਾ ਫੈਮਿਲੀ ਹੈ ਉਹ ਅਗੇਨ ਹਾਮੀ ਦੇ ਸਕਦਾ ਜਾਂ ਨਾ ਕਰ ਸਕਦਾ, ਠੀਕ ਹੈ। ਤਾਂ ਜਿਹੜਾ ਫਾਈਨਲੀ ਹੈ ਡਿਪੈਂਡੈਂਟ ਇਹ ਹੈੱਡ ਆਫ ਦਾ ਫੈਮਿਲੀ 'ਤੇ ਹੁੰਦਾ ਹੈਗਾ ਕਿ ਹੈੱਡ ਆਫ ਦਾ ਫੈਮਿਲੀ ਹੀ ਡਿਸਾਈਡ ਕਰੂਗਾ। ਇਸ ਤੋਂ ਆਪਾਂ ਸਮਝ ਸਕਦੇ ਹਾਂ ਵੀਟੋ ਪਾਵਰ ਕਿ ਜਿਹੜੀ ਫਾਈਨਲ ਪਾਵਰ ਹੈ ਵੀਟੋ ਪਾਵਰ ਹੈ ਉਹ ਪ੍ਰੈਜ਼ੀਡੈਂਟ ਕੋਲ ਰਹਿੰਦੀ ਹੈਗੀ, ਠੀਕ ਹੈ ਨਾ। ਤਾਂ ਇਹ ਕੁਛ ਐਬਸੋਲਿਊਟ, ਸਸਪੈਂਸਿਵ, ਕੁਆਲੀਫਾਈਡ, ਪੋਕਿਟ, ਇਹ ਕੁਛ ਮਤਲਬ ਕਲਾਸੀਫਿਕੇਸ਼ਨ ਨੇ ਵੀਟੋ ਪਾਵਰਾਂ ਦੀਆਂ। ਇਹਨਾਂ ਦੀ ਆਪਾਂ ਡਿਟੇਲ ਉਦੋਂ ਕਰਾਂਗੇ, ਠੀਕ ਹੈ। ਤਾਂ ਇਹ ਕੁਛ ਪਾਵਰਸ ਸੀਗੀਆਂ ਪ੍ਰੈਜ਼ੀਡੈਂਟ ਦੀਆਂ, ਰਾਸ਼ਟਰਪਤੀ ਦੀਆਂ। ਹੁਣ ਦੇਖੋ ਕੌਨਸਟੀਟਿਊਸ਼ਨਲ ਪੋਜੀਸ਼ਨ ਕੀ ਹੈਗੀ ਆ ਰਾਸ਼ਟਰਪਤੀ ਦੀ। ਆਪਾਂ ਦੇਖੋ ਹਮੇਸ਼ਾ ਪੜ੍ਹ ਰਹੇ ਹਾਂ ਕਿ ਰਾਸ਼ਟਰਪਤੀ ਜਿਹੜਾ ਕੋਈ ਕੰਮ ਹੈਗਾ ਉਹ ਸਿਰਫ ਨਾਮ ਦਾ ਹੀ ਹੈਗਾ, ਨੋਮੀਨਲ ਹੈਗਾ, ਠੀਕ ਹੈ। ਬੇਸਿਕਲੀ ਕੰਮ ਕੌਣ ਕਰ ਰਿਹਾ ਹੁੰਦਾ? ਪ੍ਰਧਾਨ ਮੰਤਰੀ, ਠੀਕ ਹੈ। ਇਸੇ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਨੋਮੀਨਲ ਐਗਜ਼ੈਕਟਿਵ। ਨੋਮੀਨਲ ਐਗਜ਼ੈਕਟਿਵ ਕੌਣ? ਰਾਸ਼ਟਰਪਤੀ ਨੂੰ, ਪ੍ਰੈਜ਼ੀਡੈਂਟ ਨੂੰ। ਰੀਅਲ ਐਗਜ਼ੈਕਟਿਵ ਕੌਣ ਹੈ? ਦੇਖੋ ਨੋਮੀਨਲ ਦਾ ਮਤਲਬ ਕੀ ਹੈ? ਨਾਮ ਦਾ, ਸਿਰਫ ਨਾਮ ਦਾ ਹੀ ਹੈਗਾ, ਠੀਕ ਹੈ। ਰੀਅਲ ਦਾ ਮਤਲਬ ਅਸਲ ਦੇ ਵਿੱਚ ਹੈ ਕੌਣ ਹੈ? ਕਾਊਂਸਲ ਆਫ ਮਿਨਿਸਟਰਸ, ਠੀਕ ਹੈ, ਜਿਹੜੇ ਸਾਰੇ ਮੰਤਰਾਲੇ ਨੇ, ਜਾਂ ਫਿਰ ਆਪਾਂ ਪ੍ਰਧਾਨ ਮੰਤਰੀ ਵੀ ਕਹਿ ਸਕਦੇ ਹਾਂ, ਠੀਕ ਹੈ। ਇਸੇ ਕਰਕੇ ਜਿਹੜਾ ਰਾਸ਼ਟਰਪਤੀ ਹੈ ਉਹਨੂੰ ਤਾਂ ਅਸੀਂ ਹੈੱਡ ਆਫ ਸਟੇਟ ਕਹਿੰਦੇ ਹਾਂ, ਆਪਾਂ ਪਹਿਲਾਂ ਵੀ ਪੜ੍ਹਿਆ ਹੈਗਾ। ਜਿਹੜਾ ਹੈੱਡ ਆਫ ਐਗਜ਼ੈਕਟਿਵ ਹੈ ਉਹ ਹੈਗਾ ਸਾਡਾ ਪ੍ਰਧਾਨ ਮੰਤਰੀ। ਧਿਆਨ ਦੇਣਾ, ਹੈੱਡ ਆਫ ਐਗਜ਼ੈਕਟਿਵ, ਹੈੱਡ ਆਫ ਸਟੇਟ। ਸਟੇਟ ਦਾ ਦੇਖੋ ਕੰਟਰੀ ਦੇ ਨਾਲ ਸੰਬੰਧ ਸੀਗਾ, ਠੀਕ ਹੈ ਨਾ। ਸਟੇਟ ਮਤਲਬ ਕੰਟਰੀ, ਐਗਜ਼ੈਕਟਿਵ ਮਤਲਬ ਉਹ ਸਰਕਾਰ। ਤਾਂ ਸਰਕਾਰ ਦੇ ਹੈੱਡ ਨਹੀਂ ਹੈਗੇ ਜਿਹੜੇ ਰਾਸ਼ਟਰਪਤੀ ਨੇ, ਸਟੇਟ ਦੇ ਹੈੱਡ ਨੇ। ਸਰਕਾਰ ਦਾ ਹੈੱਡ ਕੌਣ ਹੈ? ਪ੍ਰਧਾਨ ਮੰਤਰੀ ਆਪਣੇ, ਠੀਕ ਹੈ। ਇਸੇ ਕਰਕੇ ਦੇਖੋ ਹੁਣ ਆਪਣਾ ਨਾਮ ਤਾਂ ਹੈਗਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਦਾ, ਠੀਕ ਹੈ, ਅਸੀਂ ਪ੍ਰੈਜ਼ੀਡੈਂਟ ਕਹਿੰਦੇ ਹਾਂ। ਅਤੇ ਅਮਰੀਕਾ ਦੇ ਵਿੱਚ ਵੀ ਪ੍ਰੈਜ਼ੀਡੈਂਟ ਹੈਗਾ, ਬਟ ਆਪਣੇ ਸਿਸਟਮ ਦੇ ਵਿੱਚ ਅਤੇ ਅਮਰੀਕਨ ਸਿਸਟਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਆਪਣਾ ਜਿਹੜਾ ਸਿਸਟਮ ਹੈ ਉਹ ਹੈਗਾ ਪਾਰਲੀਮੈਂਟਰੀ ਡੈਮੋਕ੍ਰੇਸੀ, ਪਾਰਲੀਮੈਂਟਰੀ। ਜਿਹੜਾ ਅਮਰੀਕਾ ਦੇ ਵਿੱਚ ਸਿਸਟਮ ਹੈ ਉਹ ਹੈਗਾ ਪ੍ਰੈਜ਼ੀਡੈਂਸ਼ੀਅਲ ਸਿਸਟਮ, ਪ੍ਰੈਜ਼ੀਡੈਂਸ਼ੀਅਲ ਸਿਸਟਮ, ਠੀਕ ਹੈ। ਆਪਣੇ ਪ੍ਰੈਜ਼ੀਡੈਂਟ ਜਿਹੜਾ ਉਹ ਸਿਰਫ ਇੱਕ ਸੈਰੇਮੋਨੀਅਲ ਪੋਸਟ ਹੈਗੀ। ਸੈਰੇਮੋਨੀਅਲ ਮਤਲਬ ਉਹ ਅਗੇਨ ਨਾਮ ਦੀ ਤੁਸੀਂ ਸਮਝ ਸਕਦੇ ਹੋ ਤੁਸੀਂ, ਠੀਕ ਹੈ। ਬਟ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਹੈ ਉਹ ਅਟਮੋਸਟ ਪਾਵਰਫੁਲ ਹੈਗਾ, ਠੀਕ ਹੈ ਨਾ। ਉਸ ਤੋਂ ਪਾਵਰਫੁਲ ਕੋਈ ਪੋਜੀਸ਼ਨ ਹੈ ਨਹੀਂ ਹੈਗੀ ਅਮਰੀਕਾ ਦੇ ਵਿੱਚ, ਅਮਰੀਕਨ ਕੌਨਸਟੀਟਿਊਸ਼ਨ ਦੇ ਵਿੱਚ, ਠੀਕ ਹੈ। ਇਹ ਥੋੜ੍ਹਾ ਡਿਫਰੈਂਸ ਹੈ। ਆਪਣਾ ਜਿਹੜਾ ਸਿਸਟਮ ਹੈ ਉਹ ਦੈਟ ਇਜ਼ ਮੋਰ ਨੀਅਰ ਟੂ ਬ੍ਰਿਟਿਸ਼ ਮੋਨਾਰਕ। ਜਿਹੜੀ ਬ੍ਰਿਟੇਨ ਦੀ ਰਾਣੀ ਕੁਈਨ ਐਲਿਜ਼ਾਬੈਥ ਹੈਗੀ, ਤਾਂ ਉਹਦੇ ਜ਼ਿਆਦਾ ਨੀਅਰ ਹੈਗਾ ਆਪਣਾ ਜਿਹੜਾ ਪ੍ਰੈਜ਼ੀਡੈਂਟ ਹੈਗਾ, ਰਾਦਰ ਕਿ ਅਮਰੀਕਨ ਪ੍ਰੈਜ਼ੀਡੈਂਟ ਦੇ, ਠੀਕ ਹੈ ਨਾ। ਜੇ ਆਪਾਂ ਸਿਸਟਮ ਦੇਖੀਏ, ਠੀਕ ਹੈ ਨਾ, ਕਿ ਕਿਉਂਕਿ ਜਿਹੜਾ ਬ੍ਰਿਟਿਸ਼ ਮੋਨਾਰਕ ਹੈ ਉਹ ਵੀ ਇੱਕ ਨੋਮੀਨਲ ਹੈੱਡ ਹੈ ਫਿਲਹਾਲ। ਸਾਰਾ ਕੰਮ ਬੇਸਿਕਲੀ ਜਿਹੜੀ ਪਾਰਲੀਮੈਂਟ ਹੈ ਬ੍ਰਿਟੇਨ ਦੀ ਉਹੀ ਕਰ ਰਹੀ ਹੈ, ਬਟ ਫਿਰ ਵੀ ਮੋਨਾਰਕ ਹੈ ਜਿਹੜਾ ਇੱਕ ਨੋਮੀਨਲ ਸੈਰਮੋਨੀਅਲ ਹੈੱਡ ਹੈਗਾ। ਉਸੇ ਤਰ੍ਹਾਂ ਸਾਡਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਇੱਕ ਸੈਰਮੋਨੀਅਲ ਹੈੱਡ ਹੈਗਾ, ਠੀਕ ਹੈ। ਇੱਕ ਸਾਡੇ ਕੋਲ ਆਰਟੀਕਲ 74 ਹੈਗਾ, ਠੀਕ ਹੈ, ਜਿਸ ਦੇ ਵਿੱਚ ਹੈਗਾ ਕਿ ਕਾਊਂਸਲ ਆਫ ਮਿਨਿਸਟਰ ਏਡ ਐਂਡ ਐਡਵਾਈਸ ਦਾ ਪ੍ਰੈਜ਼ੀਡੈਂਟ। ਤਾਂ ਅਗੇਨ ਉਹੀ ਚੀਜ਼ ਆ ਜਾਂਦੀ ਹੈ ਕਿ ਪ੍ਰੈਜ਼ੀਡੈਂਟ ਨੇ ਜੋ ਵੀ ਕੰਮ ਕਰਨਾ ਹੈ ਉਹ ਕਾਊਂਸਲ ਆਫ ਮਿਨਿਸਟਰ ਜਾਂ ਫਿਰ ਪ੍ਰਧਾਨ ਮੰਤਰੀ ਦੀ ਐਡਵਾਈਸ ਨਾਲ ਹੀ ਕਰਨਾ ਹੈ। ਐਡਵਾਈਸ ਮਤਲਬ ਸਿੰਪਲੀ ਵੀ ਪ੍ਰਧਾਨ ਮੰਤਰੀ ਜਦੋਂ ਕਹਿਣਗੇ ਉਹੀ ਕੰਮ ਕਰਨਾ ਪਊਗਾ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਨੇ ਸਿਰਫ ਸਿਗਨੇਚਰ ਕਰਨੇ ਨੇ, ਸਿਰਫ ਔਰ ਸਿਰਫ ਸਿਗਨੇਚਰ ਕਰਨੇ ਨੇ ਰਾਸ਼ਟਰਪਤੀ ਨੇ। ਇਹ ਚੀਜ਼ ਹੈਗੀ, ਠੀਕ ਹੈ। ਅਗੇਨ ਮੈਂ ਇਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਰੇ ਕੰਮ ਨੇ ਜਿਹੜੇ ਉਹ ਸਰਕਾਰ ਕਰ ਰਹੀ ਹੈ, ਉਹ ਪ੍ਰਧਾਨ ਮੰਤਰੀ ਕਰ ਰਹੇ ਨੇ। ਪ੍ਰੈਜ਼ੀਡੈਂਟ ਦੇ ਸਿਰਫ ਔਰ ਸਿਰਫ ਸਿਗਨੇਚਰ ਚੱਲ ਰਹੇ ਨੇਗੇ, ਠੀਕ ਹੈ ਨਾ। ਕਾਊਂਸਲ ਆਫ ਮਿਨਿਸਟਰ ਹੈ ਜਿਹੜੀ ਉਹ ਹਮੇਸ਼ਾ ਏਡ ਕਰੂਗੀ, ਹੈਲਪ ਕਰੂਗੀ, ਐਡਵਾਈਸ ਕਰੂਗੀ ਰਾਸ਼ਟਰਪਤੀ ਨੂੰ ਕਿ ਰਾਸ਼ਟਰਪਤੀ ਸਾਹਿਬ ਤੁਸੀਂ ਇਹ ਕੰਮ ਕਰੋ, ਤੁਸੀਂ ਇਸ ਕਾਗਜ਼ 'ਤੇ ਸਾਈਨ ਕਰ ਦਿਓ ਸਾਡੇ ਵਾਸਤੇ, ਠੀਕ ਹੈ। ਤਾਂ ਇਹ ਚੀਜ਼ਾਂ ਆਉਂਦੀਆਂ ਨੇ ਆਰਟੀਕਲ 74 ਦੇ ਵਿੱਚ। ਦੇਖੋ ਇੱਕ ਅਮੈਂਡਮੈਂਟ ਆਉਂਦੀ ਹੈ ਸਾਡੇ ਕੋਲ, ਆਰਟੀਕਲ ਅਮੈਂਡਮੈਂਟ 24th ਅਮੈਂਡਮੈਂਟ 1971, ਠੀਕ ਹੈ। ਇਹ ਅਮੈਂਡਮੈਂਟ ਆਉਂਦੀ ਹੈ ਇੰਦਰਾ ਗਾਂਧੀ ਸਰਕਾਰ ਦੇ ਵਿੱਚ ਆਈ ਸੀਗੀ ਇਹ। ਤਾਂ ਇਸ ਅਮੈਂਡਮੈਂਟ ਨੇ ਜਿਹੜਾ ਐਡਵਾਈਸ ਸੀਗੀ ਇਹ ਕੰਪਲਸਰੀ ਕਰਤੀ ਸੀ। ਇਹ ਚੀਜ਼ ਲਿਆਂਦੀ ਸੀਗੀ ਕਿ ਜਿਹੜਾ ਰਾਸ਼ਟਰਪਤੀ ਦਾ ਕੋਈ ਵੀ ਕੰਮ ਹੈਗਾ, ਪ੍ਰੈਜ਼ੀਡੈਂਟ ਦਾ ਕੋਈ ਵੀ ਕੰਮ ਹੈ, ਉਹ ਕਾਊਂਸਲ ਆਫ ਮਿਨਿਸਟਰ ਦੀ ਐਡਵਾਈਸ ਨਾਲ ਹੀ ਹੋਊਗਾ। ਇਹ ਚੀਜ਼ 24th ਅਮੈਂਡਮੈਂਟ ਦੇ ਨਾਲ ਆਈ ਸੀਗੀ, ਠੀਕ ਹੈ।
ਅਗੇਨ मतलब ਉਹੀ ਚੀਜ਼ ਹੈਗੀ ਜਿਹੜੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਕਾਉਂਸਲ ਆਫ ਮਿਨਿਸਟਰ ਹੈ ਉਹ ਏਡ ਐਂਡ ਐਡਵਾਈਸ ਕਰੂਗਾ ਰਾਸ਼ਟਰਪਤੀ ਨੂੰ ਕੋਈ ਵੀ ਕੰਮ ਕਰਨ ਵਾਸਤੇ। ਇਹ ਚੀਜ਼ ਕਦੋਂ ਲੈ ਕੇ ਆਉਂਦੀ 24th ਅਮੈਂਡਮੈਂਟ ਲੈ ਕੇ ਆਉਂਦੀ। ਬਾਕੀ ਸਾਰੀਆਂ ਜਿਹੜੀਆਂ ਅਮੈਂਡਮੈਂਟਸ ਨੇ ਉਹ ਅਸੀਂ ਡਿਟੇਲ ਦੇ ਵਿੱਚ ਫਿਰ ਵੀ ਕਰਾਂਗੇ, ਠੀਕ ਹੈ ਜੀ। ਚਲੋ ਜੀ, ਇਹ ਸੀਗਾ ਸਾਡਾ ਪ੍ਰੈਜ਼ੀਡੈਂਟ ਦਾ ਚੈਪਟਰ। ਦੇਖੋ 90% ਚੀਜ਼ਾਂ ਜਿਹੜੀਆਂ ਪ੍ਰੈਜ਼ੀਡੈਂਟ ਦੀ ਕਵਰ ਹੋ ਗਈਆਂ। 10% ਚੀਜ਼ਾਂ ਐਸੀਆਂ ਨੇਗੀਆਂ ਜੋ ਕਿ ਇੰਟਰਲਿੰਕੇਜ ਨੇਗੀਆਂ ਦੂਸਰੇ ਚੈਪਟਰਸ ਦੇ ਨਾਲ। ਤਾਂ ਜਦੋਂ ਆਪਾਂ ਦੂਸਰੇ ਚੈਪਟਰਸ ਕਵਰ ਕਰਾਂਗੇ ਉਹ ਨਾਲ ਉਹ ਵੀ ਚੀਜ਼ਾਂ ਹੋ ਜਾਣਗੀਆਂ। ਬਾਕੀ 90% ਚੀਜ਼ਾਂ ਪ੍ਰੈਜ਼ੀਡੈਂਸ਼ੀਅਲ ਚੈਪਟਰ ਦੇ ਵਿੱਚ ਕਵਰ ਹੋ ਗਈਆਂ ਜਿਹੜੇ ਕਿ ਸਾਡੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇਗੀਆਂ, ਠੀਕ ਹੈ। ਅਦਰਵਾਈਜ਼ ਦੇਖੋ ਪ੍ਰੈਜ਼ੀਡੈਂਟ ਦਾ ਜਿਹੜਾ ਡੋਮੇਨ ਹੈ ਬਹੁਤ ਵਾਸਟ ਹੈ, ਉਹ ਆਪਣੇ ਕੰਪੀਟੀਸ਼ਨ ਵਾਸਤੇ ਇੰਪੋਰਟੈਂਟ ਨਹੀਂ ਹੈਗਾ। ਕੰਪੀਟੀਸ਼ਨ ਵਾਸਤੇ ਜਿੰਨਾ ਕਿ ਇੰਪੋਰਟੈਂਟ ਸੀਗਾ ਅਸੀਂ ਉਸ ਤੋਂ ਥੋੜ੍ਹਾ ਜ਼ਿਆਦਾ ਹੀ ਕੀਤਾ, ਘੱਟ ਨਹੀਂ ਕੀਤਾ, ਠੀਕ ਹੈ। ਬਾਕੀ ਜਿਹੜੀਆਂ 10% ਚੀਜ਼ਾਂ ਰਹਿ ਗਈਆਂ ਉਹ ਅਸੀਂ ਵਿਦ ਟਾਈਮ ਕਰਾਂਗੇ ਦੂਸਰੇ ਚੈਪਟਰਸ ਦੇ ਨਾਲ, ਠੀਕ ਹੈ ਜੀ। ਸੋ ਦੈਟ ਵਾਜ਼ ਆਲ। Thank you.